ਬਹੁਤ ਸਵਾਗਤ ਹੈ। ਇਹ ਹੈ ਦਾ ਨਵਜੋਤ ਢਿੱਲੋਂ ਵਾਲ। ਕੁਝ ਖਿਆਲ ਕੁਝ ਸਵਾਲ ਤੁਹਾਡੇ ਲਈ ਲੈ ਕੇ ਹਾਜ਼ਰ ਹੋਈਆਂ। ਮਈ ਮਹੀਨਾ ਹੈ ਤੇ ਮਈ ਮਹੀਨੇ ਦੇ ਸ਼ੁਰੂ ਦੇ ਵਿੱਚ ਅਕਸਰ ਬਹੁਤ ਸਾਰੇ ਸਾਹਿਤਕ ਸਮਾਗਮ ਹੁੰਦੇ ਰਹੇ ਨੇ। ਕਾਰਨ ਇਹ ਹੈ ਕਿ ਮਈ ਮਹੀਨੇ ਦੇ ਵਿੱਚ ਅਸੀਂ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਅਕਸਰ ਯਾਦ ਕਰਦੇ ਹਾਂ, ਕਿਉਂਕਿ ਸ਼ਿਵ ਕੁਮਾਰ ਬਟਾਲਵੀ ਦੀ ਇਨੀ ਦਿਨੀ ਬਰਸੀ ਹੁੰਦੀ ਹੈ। ਸ਼ਿਵ ਕੁਮਾਰ ਬਟਾਲਵੀ ਬਾਰੇ ਜਦੋਂ ਗੱਲ ਚੱਲਦੀ ਹੈ, ਕਿਹਾ ਜਾਂਦਾ ਹੈ ਕਿ ਉਹ ਬਿਰਹਾ ਦਾ ਸੁਲਤਾਨ। ਇਸ ਤੋਂ ਇਲਾਵਾ ਸ਼ਿਵ ਕੁਮਾਰ ਸੋਗੀ ਗੀਤ ਲਿਖਦਾ ਰਿਹਾ, ਸੋਗੀ ਗੀਤ ਗਾਉਂਦਾ ਰਿਹਾ। ਅਕਸਰ ਉਹਦੇ ਬਾਰੇ ਇਹੀ ਕੁਝ ਲਿਖਿਆ ਜਾਂਦਾ ਰਿਹਾ ਅਤੇ ਜਿਹੜੇ ਉਹਦੇ ਪੜ੍ਹਨ ਵਾਲੇ ਸੀ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਸ਼ਿਵ ਕੁਮਾਰ ਨੇ ਜੋ ਕੁਝ ਲਿਖਿਆ ਹੈ ਉਹ ਕਿਸੇ ਖਾਸ ਵਿਅਕਤੀ ਲਈ ਲਿਖਿਆ ਹੈ। ਅਤੇ ਬਹੁਤੀ ਵਾਰੀ ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਉਹਨਾਂ ਗੀਤਾਂ ਵਿਚਲਾ, ਉਹਨਾਂ ਕਵਿਤਾਵਾਂ ਵਿਚਲਾ ਜਿਹੜਾ ਦਰਦ ਹੈ ਉਹ ਸ਼ਿਵ ਕੁਮਾਰ ਦਾ ਨਿੱਜੀ ਦਰਦ ਹੈ। ਅਤੇ ਜਿੰਨੇ ਲੋਕ ਸ਼ਿਵ ਕੁਮਾਰ ਨੂੰ ਪੜ੍ਹਦੇ ਰਹੇ ਨੇ ਜਾਂ ਸ਼ਿਵ ਕੁਮਾਰ ਬਾਰੇ ਜਿਨ੍ਹਾਂ ਨੇ ਲਿਖਿਆ ਹੈ ਉਹਨਾਂ ਨੂੰ ਪੜ੍ਹਦੇ ਰਹੇ ਨੇ, ਉਹਨਾਂ ਨੂੰ ਤਕਰੀਬਨ ਇਸ ਗੱਲ ਦਾ ਪੱਕਾ ਯਕੀਨ ਹੋ ਗਿਆ ਹੁੰਦਾ ਕਿ ਸ਼ਿਵ ਕੁਮਾਰ ਨੇ ਜਿੰਨਾ ਕੁਝ ਲਿਖਿਆ ਉਹ ਜ਼ਰੂਰ ਕਿਸੇ ਖਾਸ ਲਈ ਲਿਖਿਆ। ਉਹ ਖਾਸ ਕੌਣ ਸੀ? ਸ਼ਾਇਦ ਕੋਈ ਕੁੜੀ ਸੀ ਜਿਹਦੇ ਬਾਰੇ ਬਹੁਤ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਸਾਹਿਤਕ ਹਲਕਿਆਂ ਦੇ ਵਿੱਚ ਜਾਂ ਈਵਨ ਪਾਠਕਾਂ ਦੇ ਵਿੱਚ। ਬਹੁਤ ਸਾਰੀਆਂ ਤਸਵੀਰਾਂ ਹੋ ਸਕਦਾ ਉੱਭਰੀਆਂ ਹੋਣ ਕਿ ਉਹ ਕੌਣ ਸੀ ਸ਼ਿਵ ਕੁਮਾਰ ਜਿਹਦੇ ਲਈ ਲਿਖਦਾ ਰਿਹਾ, ਜਿਹਦੇ ਬਾਰੇ ਉਹਨੇ ਇੰਨਾ ਕੁਝ ਲਿਖ ਦਿੱਤਾ। ਪਰ ਕਦੇ ਸ਼ਿਵ ਕੁਮਾਰ ਨੇ ਆਪਣੀ ਜ਼ੁਬਾਨ ਤੋਂ ਉਸ ਬਾਰੇ ਗੱਲ ਕੀਤੀ ਜਾਂ ਨਹੀਂ, ਇਹ ਪੱਕਾ ਪਤਾ ਨਹੀਂ ਹੈ। ਖੈਰ, ਅੱਜ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਮੇਰੇ ਨਜ਼ਰਾਂ ਦੇ ਵਿੱਚ ਪਿਛਲੇ ਦਿਨੀ ਇੱਕ ਲੇਖ ਆਇਆ ਜਿਹਦਾ ਟਾਈਟਲ ਸੀ ਅਨੂ ਤੇ ਸ਼ਿਵ। ਉਸ ਲੇਖ ਨੂੰ ਲਿਖਿਆ ਹੈ ਸੁਕੀਰਤ ਹੋਣਾ ਨੇ। ਅਤੇ ਜਦੋਂ ਸੁਕੀਰਤ ਹੋਣਾ ਦੀ ਮੈਂ ਗੱਲ ਕਰ ਰਹੀ ਹਾਂ, ਸੁਕੀਰਤ ਕੌਣ ਨੇ? ਪੰਜਾਬੀ ਪੜ੍ਹਨ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ। ਸੁਕੀਰਤ ਪੰਜਾਬੀ ਲੇਖਕਾਂ ਦੇ ਵਿੱਚ ਇੱਕ ਵੱਡਾ ਨਾਮ ਹੈ। ਬਹੁਤ ਵਧੀਆ ਕਹਾਣੀ ਲਿਖਦੇ ਨੇ, ਬਹੁਤ ਸਾਰੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ। ਅਤੇ ਜੇ ਉਹਨਾਂ ਨੂੰ ਪੱਤਰਕਾਰ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਉਹਨਾਂ ਦੀ ਨਿਧੜਕ ਪੱਤਰਕਾਰੀ ਦੀ ਮਿਸਾਲ ਦੇਖੀ ਜਾ ਸਕਦੀ ਹੈ। ਪੰਜਾਬੀ ਟ੍ਰਿਬਿਊਨ ਅਤੇ ਨਵਾਂ ਜ਼ਮਾਨਾ ਦੇ ਵਿੱਚ ਉਹਨਾਂ ਦੇ ਸਮੇਂ-ਸਮੇਂ 'ਤੇ ਜਿਹੜੇ ਲੇਖ ਲਿਖੇ ਜਾਂਦੇ ਆ ਉਹਨਾਂ ਤੋਂ ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਸੁਕੀਰਤ ਇੱਕ ਆਲੋਚਕ ਵੀ ਨੇ। ਉਹਨਾਂ ਨੇ ਬਹੁਤ ਕੁਝ ਲਿਖਿਆ ਹੈ ਅਤੇ ਜਿਨ੍ਹਾਂ ਦੇ ਨਾਲ ਸੁਕੀਰਤ ਨੇ ਮੁਲਾਕਾਤਾਂ ਕੀਤੀਆਂ ਨੇ ਉਹ ਇਸ ਗੱਲ ਦਾ ਦਾਅਵਾ ਜ਼ਰੂਰ ਕਰਦੇ ਆ ਕਿ ਸੁਕੀਰਤ ਜਦੋਂ ਮੁਲਾਕਾਤ ਕਰਦੇ ਨੇ ਤਾਂ ਉਸ ਵਿਅਕਤੀ ਦੇ ਧੁਰ ਅੰਦਰ ਤੱਕ ਵੜ ਜਾਂਦੇ ਨੇ। ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਸੁਕੀਰਤ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਮੈਨੂੰ ਮਿਲ ਰਿਹਾ ਹੈ ਅਤੇ ਆਪਣੇ ਨਾਲ ਅੱਜ ਮੈਂ ਸ਼ਾਮਿਲ ਕਰਨ ਜਾ ਰਹੀ ਹਾਂ ਸੁਕੀਰਤ ਆਨੰਦ ਹੋਣਾ ਨੂੰ। ਸੁਕੀਰਤ ਹੋਣਾ ਨੇ ਜਿਹੜਾ ਲੇਖ ਲਿਖਿਆ ਹੈ ਸ਼ਿਵ ਅਤੇ ਅਨੂ, ਖਾਸ ਕਰਕੇ ਉਸ ਸਿਲਸਿਲੇ ਦੇ ਵਿੱਚ ਅਨੂ ਅਤੇ ਸ਼ਿਵ ਜਾਂ ਸ਼ਿਵ ਅਤੇ ਅਨੂ। ਅੱਜ ਗੱਲ ਕਰਦੀ ਹਾਂ ਸੁਕੀਰਤ ਹੋਣਾ ਦੇ ਨਾਲ। ਸੁਕੀਰਤ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਮਿਹਰਬਾਨੀ ਨਵਜੋਤ ਜੀ, ਤੁਸੀਂ ਕੁਝ ਲੋੜ ਤੋਂ ਜ਼ਿਆਦਾ ਤਾਰੀਫ ਕਰ ਦਿੱਤੀ ਹੈ, ਪਰ ਤੁਹਾਡੇ ਮਿਹਰਬਾਨ ਸ਼ਬਦਾਂ ਲਈ ਸ਼ੁਕਰੀਆ ਤੇ ਬੁਲਾਉਣ ਲਈ ਵੀ ਸ਼ੁਕਰੀਆ ਜੀ। ਮੈਂ ਗੱਲ ਅੱਜ ਪੂਰੀ ਤਰ੍ਹਾਂ ਇਸ ਲੇਖ 'ਤੇ ਹੀ ਕੇਂਦਰਿਤ ਕਰਨਾ ਚਾਹੁੰਦੀ ਹਾਂ। ਮੈਂ ਇਸ ਲੇਖ ਨੂੰ ਪੜ੍ਹਿਆ। ਮੈਂ ਜਿਸ ਰਾਤ ਇਸ ਲੇਖ ਨੂੰ ਪੜ੍ਹ ਕੇ ਸੁੱਤੀ ਅਤੇ ਸਵੇਰ ਸਾਰ ਜਦੋਂ ਮੇਰੀਆਂ ਅੱਖਾਂ ਖੁੱਲ੍ਹੀਆਂ ਉਦੋਂ ਕਦੇ ਅਨੂ ਕਦੇ ਆਨੰਦ, ਬੇਸ਼ੱਕ ਤੁਸੀਂ ਆਪਣੇ ਨਾਮ ਨਾਲ ਨਹੀਂ ਲਾਉਂਦੇ ਪਰ ਮੈਂ ਸੁਕੀਰਤ ਆਨੰਦ ਕਰਕੇ ਹੀ ਤੁਹਾਨੂੰ ਜਾਣਦੀ ਹਾਂ, ਉਹ ਮੇਰੇ ਦਿਮਾਗ 'ਤੇ ਉਹ ਚੀਜ਼ਾਂ ਮੁੜ ਉਹਦੇ ਏੜ ਬੁਣ ਜਿਹੀ ਚੱਲਦੀ ਰਹੀ। ਮੇਰਾ ਦਿਲ ਕੀਤਾ ਤੁਹਾਡੇ ਨਾਲ ਗੱਲ ਕੀਤੀ ਜਾਵੇ। ਮੈਂ ਉਮੀਦ ਕਰਦੀ ਹਾਂ ਕਿ ਜਿੰਨੇ ਸ਼ਿਵ ਕੁਮਾਰ ਦੇ ਪਾਠਕ ਨੇ, ਤੁਹਾਡੇ ਆਪਣੇ ਪਾਠਕ ਨੇ, ਅੱਜ ਦੀ ਜਿਹੜੀ ਗੱਲਬਾਤ ਹੈ ਉਹਨਾਂ ਦੇ ਬਹੁਤ ਸਾਰੇ ਜਿਹੜੇ ਭਰਮ ਆ ਹੋ ਸਕਦਾ ਉਹ ਟੁੱਟ ਜਾਣ। ਇਸੇ ਉਮੀਦ ਨਾਲ ਅੱਜ ਕੁਝ ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹੁੰਦੀ ਹਾਂ ਕਿ ਸ਼ਿਵ ਨੂੰ ਤੁਸੀਂ ਕਦੋਂ ਤੋਂ ਜਾਣਦੇ ਸੀ? ਗੱਲ ਇਹ ਹੈ ਕਿ ਸ਼ਿਵ ਹੁਰਾਂ ਨੂੰ ਹੁਣ ਮੈਂ ਉਹਨਾਂ ਨੂੰ ਮਾਮਾ ਜੀ ਕਹਿੰਦਾ ਸੀ। ਅਨੂ ਮੇਰੀ ਮਾਸੀ ਸੀ, ਰਿਸ਼ਤੇ ਤੋਂ ਹੀ ਮਾਸੀ ਸੀ, ਉਹਨੂੰ ਤੇ ਮੈਨੂੰ ਮਾਸੀ ਕਹਿੰਦਾ ਹੀ ਸਾਂ। ਸ਼ਿਵ ਹੁਰੀ ਮੇਰੇ ਮਾਂ ਦੇ ਛੋਟੇ ਭਰਾ ਵਾਂਗ ਸਨ ਤੇ ਉਹਨਾਂ ਨੂੰ ਇਸ ਲਈ ਮੈਂ ਸ਼ਿਵ ਮਾਮਾ ਜੀ ਕਹਿੰਦਾ ਸੀ। ਪਰ ਇਸ ਇੰਟਰਵਿਊ ਦੇ ਦੌਰਾਨ ਮੇਰਾ ਖਿਆਲ ਹੈ ਕਿ ਮੈਂ ਨਾ ਮਾਮਾ ਤੇ ਨਾ ਮਾਸੀ ਦਾ ਲਕਬ ਵਰਤਾਂਗਾ, ਕਿਉਂਕਿ ਉਹ ਅਸੀਂ ਗੱਲਬਾਤ 'ਚ ਬਾਰ-ਬਾਰ ਦੁਹਰਾਉਣਾ ਮੈਨੂੰ ਚੰਗਾ ਨਹੀਂ ਲੱਗੇਗਾ। ਸੋ ਮੈਂ ਹੁਣ ਸਿਰਫ ਸ਼ਿਵ ਕਵਾਂਗਾ। ਸ਼ਿਵ ਹੋਰਾਂ ਨੂੰ ਮੈਂ ਕਦੋਂ ਤੋਂ ਜਾਣਦਾ ਸੀ, ਇਹ ਕਹਿਣਾ ਔਖਾ ਹੈ। ਇਹ ਓਨਾ ਹੀ ਔਖਾ ਹੈ ਜਿਵੇਂ ਕੋਈ ਤੁਹਾਨੂੰ ਪੁੱਛੇ ਕਿ ਤੂੰ ਆਪਣੀ ਮਾਂ ਨੂੰ ਕਦੋਂ ਤੋਂ ਜਾਣਦਾ ਹੈ ਜਾਂ ਮਾਸੀ ਨੂੰ ਕਦੋਂ ਤੋਂ ਜਾਣਦਾ ਹੈ, ਕਿਉਂਕਿ ਤੁਹਾਨੂੰ ਕੋਈ ਪਹਿਲੀ ਮੁਲਾਕਾਤ ਦਾ ਚੇਤਾ ਨਹੀਂ ਹੁੰਦਾ। ਕਿਉਂਕਿ ਉਹ ਸਾਡੇ ਘਰ ਦਾ ਇੱਕ ਅਹਿਮ ਹਿੱਸਾ ਸਨ। ਮੇਰੇ ਮਦਰ ਜਿਨ੍ਹਾਂ ਨੂੰ ਮੈਂ ਅੰਮੀ ਕਹਿੰਦਾ ਸਾਂ, ਉਰਮਿਲਾ ਆਨੰਦ, ਉਹਨਾਂ ਦੇ ਨਾਲ ਉਹਨਾਂ ਦਾ ਬੜਾ ਨੇੜਲਾ ਰਿਸ਼ਤਾ ਸੀ।
ਤੇ ਮੈਂ ਜਦੋਂ ਬੱਚਾ ਸਾਂ ਉਦੋਂ ਤੋਂ ਹੀ ਮੈਂ ਉਹਨਾਂ ਨੂੰ ਵੇਖਦਾ ਆਇਆ ਵਾਂ। ਸਿਰਫ ਐਵੇਂ ਕਿ ਦੇਖੋ ਜਿਹੜਾ ਮਨੁੱਖੀ ਚੇਤਾ ਹੁੰਦਾ ਨਾ ਉਹ ਇੱਕ ਫਿਲਮ ਦੀ ਰੀਲ ਵਾਂਗ ਨਹੀਂ ਚੱਲਦਾ। ਜੀ। ਜਦੋਂ ਅਸੀਂ ਪਿੱਛੇ ਝਾਤ ਮਾਰਦੇ ਹਾਂ ਤੇ ਅਸੀਂ ਜਦੋਂ ਕੋਈ ਵੀ ਚੀਜ਼ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਨੂੰ ਜਿਹੜੀਆਂ ਚੀਜ਼ਾਂ ਅਹਿਮ ਸਾਡੇ ਚੇਤੇ 'ਚ ਰਹਿ ਗਈਆਂ ਹੁੰਦੀਆਂ ਨੇ ਉਹੀ ਟੋਟੀਆਂ ਟੋਟੀਆਂ 'ਚ ਯਾਦ ਆਉਂਦੀਆਂ। ਸੋ ਜਿਹੜੀ ਮੇਰੀ ਸ਼ਿਵਰਾ ਨਾਲ ਪਹਿਲੀ ਯਾਦ ਜੁੜੀ ਹੋਈ ਹੈ ਉਹ ਅਸਲ ਵਿੱਚ 1964 ਦੇ ਦਸੰਬਰ ਦੀ ਹੈ। ਮਿਲਿਆ ਮੈਂ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਹੋਵਾਂਗਾ। 1900 ਦਸੰਬਰ ਦੇ 64 ਵਿੱਚ ਮੈਂ ਕੋਈ 8.5 ਸਾਲ ਦਾ ਸਾਂ। ਜਿਹੜੇ ਲੇਖ ਦਾ ਤੁਸੀਂ ਜ਼ਿਕਰ ਕੀਤਾ ਉਹਦੇ 'ਚ ਮੈਂ ਜ਼ਿਕਰ ਵੀ ਕੀਤਾ ਕਿ ਉਦੋਂ ਅਸੀਂ ਬੰਬਈ ਗਏ ਹੋਏ ਸਾਂ। ਮੇਰੇ ਪਿਤਾ ਜੀ ਸਾਨੂੰ ਲੈ ਕੇ ਗਏ ਸਨ ਸਾਰਿਆਂ ਨੂੰ। ਉਹਨਾਂ ਦੀ ਉੱਥੇ ਪਾਰਟੀ ਕਾਨਫਰੰਸ ਸੀ ਤੇ ਉਹਨਾਂ ਨੇ ਜੀ। ਕਿਹਾ ਕਿ ਬੱਚਿਆਂ ਨੂੰ ਪਰਿਵਾਰ ਨੂੰ ਬੰਬਈ ਵਿਖਾ ਲਿਆਈਏ। ਉਹਨਾਂ ਦਿਨਾਂ ਵਿੱਚ ਸ਼ਿਵ ਮਾਮਾ ਜੀ ਸ਼ੌਂਕਣ ਮੇਲੇ ਦੀ ਇੱਕ ਫਿਲਮ ਆਈ ਸੀ ਜਿਹਦੇ ਲਈ ਉਹ ਗੀਤ ਲਿਖਣ ਗਏ ਹੋਏ ਸਨ। ਉਹਦੇ 'ਚ ਕੁਝ ਗੀਤ ਤੇ ਜਿਹੜੇ ਨੇ ਅਸਲ ਸ਼ਿਵਰਾਂ ਦੀ ਪੋਇਟਰੀ 'ਚੋਂ ਹੀ ਲਏ ਹੋਏ ਆ, ਜਿਸ ਤਰ੍ਹਾਂ ਜੀ। ਜਾਚ ਮੈਨੂੰ ਆ ਗਈ ਕੰਮ ਖਾਣ ਦੀ। ਪਰ ਕੁਝ ਬਿਲਕੁਲ ਫਿਲਮੀ ਕਿਸਮ ਦੇ ਗੀਤ ਵੀ ਸਨ ਜਿਨ੍ਹਾਂ ਤੇ ਮੇਰੀ ਮਾਂ ਉਹਨੂੰ ਬੜਾ ਕਹਿੰਦੀ ਹੁੰਦੀ ਸੀ ਵੀ ਸ਼ਿਵ ਇਹ ਗਾਣੇ ਜਾ ਕੇ ਕੀ ਲਿਖਣੇ ਸੀ ਤੂੰ ਉੱਥੇ, ਕਿਉਂਕਿ ਉਹ ਗਾਣਾ ਸੀਗਾ ਕੁੱਕੜੂ ਘੜੂ ਬੜਾ ਪਿਆਰਾ ਲੱਗੇ ਤੂੰ। ਓਕੇ। ਸੋ ਬੇਸਿਕਲੀ ਗੱਲ ਹੈ ਕਿ ਮੈਨੂੰ ਯਾਦ ਮੇਰੀ ਉਹਨਾਂ ਦੀ ਦਸੰਬਰ 64 ਤੋਂ ਤੇ ਬੜੀ ਕਲੀਅਰ ਹੈ। ਤੇ ਬਾਕੀ ਹੈ ਕਿ ਤੁਸੀਂ ਉਹ ਲੇਖ ਪੜ੍ਹਿਆ ਹੀ ਹੋਇਆ ਹੈ, ਉਹਦੇ ਵਿੱਚ ਉਸ ਰਾਤ ਦਾ ਇੱਕ ਭਰਵਾਂ ਜ਼ਿਕਰ ਵੀ ਹੈ। ਜੀ। ਸੋ ਉਸ ਤੋਂ ਬਾਅਦ ਇਹ ਹੈ ਕਿ ਮੈਂ ਵੇਲੇ ਵੇਲੇ ਤੇ ਉਹਨਾਂ ਨੂੰ ਮਿਲਦਾ ਰਿਹਾ ਵਾਂ। ਮੈਂ 1973 ਵਿੱਚ ਬਾਹਰ ਚਲਾ ਗਿਆ ਸੀ ਪੜ੍ਹਨ ਮਾਸਕੋ। ਔਰ ਸਬਬ ਦੀ ਗੱਲ ਹੈ ਕਿ ਜਿਹੜੀ ਤੁਸੀਂ 6 ਮਈ ਦੀ ਗੱਲ ਕੀਤੀ ਹੈ 48ਵਾਂ ਜੀ। ਸ਼ਿਵਰਾਂ ਦੀ 48ਵੀਂ ਬਰਸੀ ਹੈ। 73 ਚ ਹੀ ਮੇਰੇ ਜਾਣ ਤੋਂ, ਮੈਂ ਅਗਸਤ 73 ਚ ਗਿਆ ਸਾਂ ਤੇ ਮੇਰੇ ਜਾਣ ਤੋਂ 3 ਕੁ ਮਹੀਨੇ ਪਹਿਲਾਂ ਸ਼ਿਵ ਪੂਰੇ ਹੋ ਗਏ ਸਨ। ਪਰ ਇਹ ਹੈ ਕਿ ਆਪਣੇ ਆਖਰੀ ਸਾਲਾਂ ਵਿੱਚ ਉਹ ਕੁਝ ਜ਼ਿਆਦਾ ਬਿਮਾਰ ਵੀ ਰਹੇ ਔਰ ਕੁਝ ਚਿਰ ਬੜਾ ਲੰਮਾ ਸਮਾਂ ਇੰਗਲੈਂਡ ਚਲੇ ਗਏ ਸਨ ਵਿਚਕਾਰ। ਰਾਬਤਾ ਉਹਨਾਂ ਦੇ ਨਾਲ ਰਿਹਾ, ਜਦੋਂ ਵੀ ਜਲੰਧਰ ਆਉਂਦੇ ਸਨ ਸਾਡੇ ਘਰ ਠਹਿਰਦੇ ਸਨ। ਔਰ ਜਿਵੇਂ ਮੈਂ ਇਸ ਲੇਖ 'ਚ ਜ਼ਿਕਰ ਕੀਤਾ ਹੈ ਮੇਰੇ ਅੰਮੀ ਕੋਲੋਂ ਗਾਹੇ ਬਗਾਹੇ ਝਾੜਾਂ ਨਹੀਂ ਖਾਂਦੇ ਸੀ। ਆਹਾਂ। ਸੋ ਅੱਛਾ। ਸੋ ਜਦੋਂ ਬਹੁਤ ਛੋਟੇ ਸੀ ਤੁਸੀਂ 7 ਸਾਲ 8 ਜੀ। ਸਾਲ ਦੀ ਉਮਰ ਦੇ ਸੀ ਤਕਰੀਬਨ, ਜਿਸ ਵੇਲੇ ਉਹਨਾਂ ਦੀ ਮੌਤ ਹੋਈ ਆ 73 ਦੇ ਵਿੱਚ ਮੌਤ ਹੋਈ ਆ, ਤੇ ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ ਜਿਹੜੀਆਂ ਆਖਰੀ 17 ਯਾਦਾਂ ਤੁਹਾਡੇ ਮਨ ਦੇ ਵਿੱਚ ਉਹਨਾਂ ਦੀਆਂ 17 ਹੋਣਗੀਆਂ? ਸਾਲ 17 ਸਾਲ ਪੂਰੀ। ਆਖਰੀ ਯਾਦਾਂ। ਹਾਂ, ਮੈਂ 17 ਸਾਲ ਦਾ ਸੀ ਜਦੋਂ ਪੂਰੇ ਹੋਏ ਨੇ। ਮੇਰਾ 56 ਦਾ ਜਨਮ ਹੈ, 77 ਚ ਮੈਂ 17 ਸਾਲ ਦਾ ਸਾਂ। ਗੱਲ ਹੈ ਕਿ ਮੇਰੀਆਂ ਜਿਹੜੀਆਂ ਛੇਕੜ ਦੀਆਂ ਯਾਦਾਂ ਨੇ ਨਾ ਉਹ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਨਾ ਕਿ ਮਨ ਚ ਕਿਸੇ ਦੇ ਕੀ ਰਹਿ ਜਾਂਦਾ, ਕਿਉਂ ਰਹਿ ਜਾਂਦਾ। ਸ਼ਿਵ ਹੋਰੀ ਨਾ ਇੱਕ ਖਾਸ ਕਿਸਮ ਦੇ ਸੈਂਡਲ ਪਾਉਂਦੇ ਸਨ ਜਿਨ੍ਹਾਂ ਦੇ ਉੱਤੇ ਤਿੱਲੇ ਨਾਲ ਕਢਾਈ ਹੋਈ ਹੁੰਦੀ ਸੀ, ਅੱਛਾ। ਤਿੱਲਾਕਾਰੀ ਜੀ ਹੋਈ ਹੁੰਦੀ ਸੀ। ਉਹ ਕਦੀ ਸੁਨਹਿਰੀ ਤਿੱਲਾਕਾਰੀ ਹੁੰਦੀ ਸੀ, ਕਦੀ ਚਾਂਦੀ ਬੰਨੀ ਹੁੰਦੀ ਸੀ। ਹੁਣ ਗੱਲ ਹੈ ਕਿ ਮੇਰੀਆਂ ਜਿਹੜੀਆਂ ਯਾਦਾਂ ਨੇ ਨਾ ਉਸ ਕਿ ਸ਼ਿਵ ਬਾਬਾ ਜੀ ਜਿਹੜੇ ਨੇ ਉਹ ਤਿੱਲੇ ਵਾਲੀ ਜੁੱਤੀ ਪਾਉਂਦੇ ਸਨ। ਫਿਰ ਹੈ ਕਿ ਦੇਖੋ ਜਿਸ ਉਮਰ ਚੋਂ ਮੈਂ ਲੰਘ ਰਿਹਾ ਸਾਂ ਨਾ ਉਸ ਉਮਰ ਦੇ ਵਿੱਚ ਤੁਸੀਂ ਕੁਝ ਚੀਜ਼ਾਂ ਰੋਮਾਂਟਿਸਾਈਜ਼ ਕਰਦੇ ਹੋ। ਜੀ। ਕੁਝ ਚੀਜ਼ਾਂ ਜਿਹੜੀਆਂ ਤੁਹਾਨੂੰ ਮਨਾ ਹੁੰਦੀਆਂ ਨੇ ਉਹ ਤੁਹਾਨੂੰ ਚੰਗੀਆਂ ਲੱਗਦੀਆਂ ਨੇ। ਸ਼ਿਵ ਬਾਬਾ ਜੀ ਸਿਗਰਟ ਪੀਂਦੇ ਸਨ। ਸਾਡਾ ਘਰ ਉਤਲੀ ਮੰਜ਼ਲ ਤੇ ਸੀ, ਅਸੀਂ ਉੱਤੇ ਰਹਿੰਦੇ ਸਾਂ, ਹੇਠਲਾ ਹਿੱਸਾ ਕਿਰਾਏ ਤੇ ਹੁੰਦਾ ਸੀ। ਤੇ ਉਤਲੀ ਮੰਜ਼ਲ ਦੇ ਉੱਤੇ ਜਿਹਨੂੰ ਟੈਰੇਸ ਕਹਿੰਦੇ ਨੇ ਨਾ ਉਹਦੇ ਉੱਤੇ ਜਾ ਕੇ, ਕਿਉਂਕਿ ਮੇਰੇ ਮਦਰ ਨੂੰ ਉਹਨਾਂ ਦਾ ਸਿਗਰਟ ਪੀਣਾ ਪਸੰਦ ਨਹੀਂ ਸੀ, ਉਹ ਟੈਰੇਸ ਤੇ ਜਾ ਕੇ ਸਿਗਰਟ ਪੀਂਦੇ ਸਨ। ਮਾਂ ਮੇਰੀ ਨੂੰ ਪਤਾ ਸੀ ਪਰ ਮੇਰੀ ਮਾਂ ਨੂੰ ਧੂੰਆਂ ਪਸੰਦ ਨਹੀਂ ਸੀ ਉਹਨਾਂ ਦੇ ਘਰ ਵਿੱਚ। ਤੇ ਮਾਮਾ ਜੀ ਦੀ ਆਦਤ ਸੀ, ਸ਼ਿਵਰਾਂ ਦੀ ਆਦਤ ਸੀ, ਉੱਤੇ ਜਾਂਦੇ ਸਨ ਤੇ ਮੈਂ ਪਿੱਛੇ ਪਿੱਛੇ ਜਾਂਦਾ ਸੀ ਤੇ ਮੈਨੂੰ ਬੜਾ ਜਿਹਨੂੰ ਕਹਿੰਦੇ ਨੇ ਨਾ ਚੰਗਾ ਲੱਗਦਾ ਸੀ। ਜਿਹੜਾ ਬੰਦਾ ਸਿਗਰਟ ਪੀ ਰਿਹਾ ਹੀਰੋ ਵਰਗਾ ਲੱਗਦਾ ਸੀ। ਸੋਹਣੇ ਤੇ ਖੈਰ ਬਹੁਤ ਸਨ। ਸੋ ਅਕਸਰ ਬੱਚਿਆਂ ਤੁਹਾਡਾ ਨੂੰ ਗੱਲ ਇਹੀ ਦਾ ਲੱਗਦਾ ਜਵਾਬ ਹੁੰਦਾ ਹੈ। ਸੀ। ਹਾਂ ਸੋ ਗੱਲ ਹੈ ਕਿ ਮੇਰੇ ਲਈ ਉਹ ਇੱਕ ਕਿਸਮ ਦੀ ਰੋਮਾਂਟਿਕ ਜੀ ਫਿਗਰ ਵੀ ਸਨ। ਆਹਾਂ। ਤੇ ਦੂਜੀ ਗੱਲ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਦੇਖੋ ਇਹ ਇੱਥੇ ਗੱਲ ਇਸ ਲਈ ਕਹਿਣੀ ਜ਼ਰੂਰੀ ਹੈ ਕਿ ਜੇ ਮੈਂ ਰਵਾਇਤੀ ਤੌਰ ਤੇ ਸੋਚਾਂ ਤੇ ਜਿੰਨਾ ਵੱਡਾ ਰੁਤਬਾ ਹੈ ਸ਼ਿਵ ਹੋਰਾਂ ਦਾ ਪੰਜਾਬੀ ਸਾਹਿਤ ਵਿੱਚ, ਮੈਨੂੰ ਯਾਦਾਂ ਜੁੜੀਆਂ ਹੋਣੀਆਂ ਚਾਹੀਦੀਆਂ ਕਿ ਮੈਂ ਇੱਕ ਵੱਡੇ ਕਵੀ ਦੇ ਨਾਲ ਮਿਲਿਆ ਜਾਂ ਇਹ ਜਿਹੜੀਆਂ ਮੇਰੀਆਂ ਯਾਦਾਂ ਨਹੀਂ ਹੈ। ਇਹਦਾ ਕਾਰਨ ਹੈ, ਇਹਦਾ ਕਾਰਨ ਹੈ ਕਿ ਮੇਰਾ ਜਿਹੜਾ ਪਿਛੋਕੜ ਸੀ ਉਹਦੇ ਵਿੱਚ ਸੁਰਿੰਦਰ ਕੌਰ ਜਿਹੜੇ ਗਾਉਂਦੇ ਸਨ ਬਹੁਤ ਮਸ਼ਹੂਰ, ਜਾਂ ਬਲਵੰਤ ਗਾਰਗੀ ਜਾਂ ਅੰਮ੍ਰਿਤਾ ਜੀ ਹੈ, ਇਹਨਾਂ ਸਾਰੇ ਲੋਕਾਂ ਨੂੰ ਮੈਂ ਬਚਪਨ ਤੋਂ ਮਿਲਦਾ ਆ ਰਿਹਾ ਸੀ। ਸੋ ਮੇਰੇ ਲਈ ਇਹ ਕੋਈ ਇੰਜ ਵੱਖਰੀ ਗੱਲ ਨਹੀਂ ਸੀ ਕਿ ਮੈਂ ਕਿਸੇ ਲੇਖਕ ਨੂੰ ਮਿਲ ਰਿਹਾ। ਸੋ ਨਾ ਹੀ ਮੈਂ ਉਹਨਾਂ ਦਿਨਾਂ ਵਿੱਚ ਕਦੀ ਮੇਰੇ ਲਈ ਮੇਰੇ ਆਲੇ ਦੁਆਲੇ ਲੇਖਕ ਬਹੁਤ ਸਨ ਕਿਉਂਕਿ ਕੁਝ ਪਰਿਵਾਰਕ ਮਾਹੌਲ ਇੰਜ ਦਾ ਸੀ।
ਹੁਣ ਉਸ ਕਾਰਨ ਜੇ ਮੈਂ ਸੋਚਦਾ ਵੀ ਜੇ ਮੈਂ ਉਸ ਮਾਹੌਲ 'ਚ ਨਾ ਪੈਦਾ ਹੋਇਆ ਹੁੰਦਾ ਤਾਂ ਸ਼ਾਇਦ ਮੇਰੀਆਂ ਯਾਦਾਂ 'ਚ ਸ਼ਿਵ ਬਤੌਰ ਕਵੀ ਜਾਂ ਲੇਖਕ ਜ਼ਿਆਦਾ ਜੁੜਿਆ ਹੁੰਦਾ, ਪਰ ਉਹ ਨਹੀਂ ਹੈ। ਤੇ ਮੈਂ ਐਵੇਂ ਇਸ ਪ੍ਰੋਗਰਾਮ ਦੀ ਖਾਤਰ ਤਾਂ ਨਹੀਂ ਨਾ ਕਵਾਂਗਾ ਕਿ ਜੀ ਮੈਨੂੰ ਇਹ ਯਾਦ ਹੈ ਜਾਂ ਮੈਂ ਉਹਨਾਂ ਨਾਲ ਕਵਿਤਾਵਾਂ ਡਿਸਕਸ ਕਰਦਾ ਸਾਂ, ਨਹੀਂ, ਕਦੀ ਵੀ ਨਹੀਂ ਕੀਤਾ। ਹਾਂ, ਇਹ ਜ਼ਰੂਰ ਹੈ, ਮੈਂ ਉਸ ਲੇਖ 'ਚ ਵੀ ਜ਼ਿਕਰ ਕੀਤਾ, ਸਾਹਿਤਕ ਸੋਝੀ ਮੈਨੂੰ ਹੈ ਸੀ, ਮੈਂ ਪੜ੍ਹਦਾ ਵੀ ਸਾਂ, ਮੈਨੂੰ ਪਤਾ ਵੀ ਸੀ ਕਿ ਉਹ ਚੰਗੇ ਕਵੀ ਨੇ, ਪਰ ਇਹ ਮੈਂ ਕੋਈ ਇੰਜ ਇਹ ਨਹੀਂ ਚਾਹੁੰਦਾ ਕਿ ਸਰੋਤਿਆਂ ਨੂੰ ਲੱਗੇ ਕਿ ਮੈਂ ਕੋਈ ਡੇਂਗ ਹਾਂਕ ਰਿਹਾ ਜਾਂ ਮੈਂ ਕੋਈ ਸ਼ੇਖੀ ਮਾਰ ਰਿਹਾ। ਗੱਲ ਹੈ ਕਿ ਮੇਰੇ ਮਾਹੌਲ 'ਚ ਲੇਖਕਾਂ ਦਾ ਆਣਾ ਜਾਣਾ ਸੀ, ਸੋ ਇਹ ਮੇਰੇ ਲਈ ਕੋਈ ਅਨੋਖੀ ਗੱਲ ਨਹੀਂ ਸੀ ਕਿ ਸ਼ਿਵ ਸਾਡੇ ਘਰ ਆਉਂਦੇ ਨੇ। ਸੋ ਯਾਦਾਂ ਮੇਰੀਆਂ ਜਿਹੜੀਆਂ ਨੇ ਉਂਝ ਹੀ ਜੁੜੀਆਂ ਹੋਈਆਂ ਨੇ, ਜਿਵੇਂ ਕਿਸੇ ਆਮ ਬੱਚੇ ਦੀਆਂ ਆਪਣੇ ਇੱਕ ਰੋਮਾਂਟਿਕ ਵਡੇਰੇ ਬਾਰੇ ਹੋ ਸਕਦੀਆਂ, ਜਿਹੜਾ ਉਹ ਸਾਰੇ ਕੰਮ ਕਰਦਾ ਜੋ ਬੱਚਾ ਕਰਨਾ ਚਾਹੁੰਦਾ ਪਰ ਇਜਾਜ਼ਤ ਨਹੀਂ ਹੈਗੀ ਤੇ ਮਾਮਾ ਖੁੱਲ ਕੇ ਕਰ ਲੈਂਦਾ। ਬਿਲਕੁਲ। ਅੱਛਾ ਸੁਕੀਰਤ ਜੀ, ਇਹ ਗੱਲ ਤਾਂ ਸਮਝ ਵਿੱਚ ਆਉਂਦੀ ਆ ਕਿ ਅਨੂ ਤੁਹਾਡੀ ਮਾਸੀ ਜੀ ਸਨ, ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਕਿ ਸ਼ਿਵ ਨੇ ਉਹਨਾਂ ਬਾਰੇ ਕਵਿਤਾਵਾਂ ਲਿਖੀਆਂ ਜਾਂ ਉਹਨਾਂ ਲਈ ਕਵਿਤਾਵਾਂ ਲਿਖੀਆਂ, ਪਰ ਸ਼ਿਵ ਕਿਵੇਂ ਮਾਮਾ ਜੀ ਬਣ ਗਏ ਤੁਹਾਡੇ? ਅਸਲ 'ਚ ਗੱਲ ਹੈ ਕਿ ਸ਼ਿਵ ਜਿਹੜੇ ਨੇ ਉਹ ਬਹੁਤ, ਦੇਖੋ ਥੋੜਾ ਜਿਹਾ ਇੱਥੇ ਨਾ, ਕਿਉਂਕਿ ਜਨਰੇਸ਼ਨਾਂ ਬਹੁਤ ਬਦਲ ਗਈਆਂ, ਮੈਂ ਇੱਥੇ ਥੋੜਾ ਜਿਹਾ ਸਾਲਾਂ ਦਾ ਮਿਸਾਲ ਦਿਆਂਗਾ। ਗੱਲ ਹੈ ਕਿ ਸ਼ਿਵ ਤੇ ਅਨੂ ਦੋਨੋਂ 1936 ਦੇ ਪੈਦਾਇਸ਼ ਸਨ। ਓਕੇ, ਸ਼ਿਵ ਹੋਰੀ ਜਦੋਂ ਪੂਰੇ ਹੋਏ ਨੇ 73 'ਚ, ਤੇ ਉਹ 37ਵਾਂ ਸਾਲ ਉਹਨਾਂ ਨੇ ਹਾਲੇ ਪੂਰਾ ਨਹੀਂ ਸੀ ਕੀਤਾ, ਬੜੀ ਜਵਾਨੀ 'ਚ ਚਲੇ ਗਏ। ਮੇਰੇ ਨਾਲੋਂ ਦੋਨੋਂ ਜਿਹੜੇ 20 ਸਾਲ ਵੱਡੇ ਨੇ, ਕਿਉਂਕਿ ਮੈਂ 56 ਦੀ ਪੈਦਾਇਸ਼ ਹਾਂ। ਹੁਣ ਗੱਲ ਹੈ ਕਿ ਸ਼ਿਵ ਹੋਰੀ ਤਕਰੀਬਨ 55-56 'ਚ ਬਤੌਰ, ਇਹ ਮੇਰੀ ਪੈਦਾਇਸ਼ ਦੇ ਨੇੜੇ ਤੇੜੇ ਦੀਆਂ ਗੱਲਾਂ ਨੇ ਜਾਂ ਪਰ ਮੇਰੀ ਹੋਸ਼ ਤੋਂ ਪਹਿਲਾਂ ਦੀਆਂ ਗੱਲਾਂ ਨੇ, ਸ਼ਿਵ ਹੋਰੀ ਜਿਹੜੇ ਨੇ ਬੜੇ ਪ੍ਰਤਿਭਾਵਾਨ ਕਵੀ, ਦੇਖੋ ਉਦੋਂ ਪ੍ਰੀਤਲੜੀ ਸਭ ਤੋਂ ਵੱਡਾ ਪਰਚਾ ਹੁੰਦਾ ਸੀ ਜੀ, ਔਰ ਉਹਦੇ ਐਡੀਟਰ, ਬਾਨੀ ਐਡੀਟਰ ਗੁਰਬਖਸ਼ ਸਿੰਘ ਸਨ, ਪਰ ਜਿਹੜਾ ਨਵੀਂ ਪੋਚ ਦੇ ਨਾਲ ਰਾਬਤਾ ਰੱਖਣ ਵਾਲਾ ਜਿਹੜਾ ਬੰਦਾ ਸੀ, ਉਹ ਮੇਰੇ ਵੱਡੇ ਮਾਮਾ ਜੀ ਨਵਤੇਜ ਸਿੰਘ ਸਨ। ਸੋ ਪ੍ਰੀਤਲੜੀ ਦਾ ਨਾਂ ਵੀ ਗੁਰਬਖਸ਼ ਸਿੰਘ, ਨਵਤੇਜ ਸਿੰਘ ਦੋਵਾਂ ਸੰਪਾਦਕਾਂ ਦਾ ਇਕੱਠਾ ਛਪਦਾ ਸੀ। ਸ਼ਿਵ ਦੇ ਵਿੱਚ ਜਿਹੜੀ ਪ੍ਰਤਿਭਾ ਸੀ, ਉਹ ਨਵਤੇਜ ਸਿੰਘ ਹੋਰਾਂ ਨੂੰ ਉਹਦੇ 'ਚ ਬਹੁਤ ਵੱਡੇ ਕਵੀ ਦਾ, ਜਿਹਨੂੰ ਕਹਿੰਦੇ ਨੇ, ਝਲਕਾਰਾ ਪੈਂਦਾ ਸੀ। ਔਰ ਪ੍ਰੀਤਨਗਰ ਉਦੋਂ ਇੱਕ ਕਿਸਮ ਦਾ ਮੱਕਾ ਹੀ ਹੁੰਦਾ ਸੀ ਲੇਖਕਾਂ ਦਾ, ਤੇ ਸ਼ਿਵ ਹੋਰੀ ਉੱਥੇ ਆਉਂਦੇ ਜਾਂਦੇ ਰਹੇ। ਹੁਣ ਉਹਦੇ 'ਚ ਇਹ ਹੈ ਕਿ ਸ਼ਿਵ ਹੋਰਾਂ ਦੀ ਜਿਹੜੀ ਕੋਈ ਨੇੜਤਾ ਮੇਰੇ ਮਦਰ ਨਾਲ ਸੀ, ਉਂਝ ਦੀ ਇੱਕ ਬਾਅਦ ਵਿੱਚ ਉਹਨਾਂ ਦੀ ਨੇੜਤਾ ਅੰਮ੍ਰਿਤਾ ਜੀ ਨਾਲ ਵੀ ਸੀ। ਮੈਨੂੰ ਲੱਗਦਾ ਕਿ ਸ਼ਿਵ ਨੇ ਜੇਕਰ ਸੱਚਮੁੱਚ ਹੀ ਕੁਝ ਔਰਤਾਂ ਨੂੰ ਘੱਟੋ ਘੱਟ ਮੇਰੇ ਪਤੇ ਵਿੱਚ ਜੇ ਦੀਦੀ ਕਿਹਾ ਨਾ, ਤਾਂ ਇੱਕ ਅੰਮ੍ਰਿਤਾ ਜੀ ਨੇ ਤੇ ਦੂਜੇ ਮੇਰੀ ਮਾਂ ਹੈ। ਓਕੇ ਸੁਕੀਰਤ ਜੀ, ਇੱਕ ਹੋਰ ਗੱਲ ਮੇਰੇ ਮਨ ਦੇ ਵਿੱਚ ਆਉਂਦੀ ਹੈ, ਸਾਡੇ ਬਹੁਤ ਸਾਰੇ ਜਿਹੜੇ ਸੁਣਨ ਵਾਲੇ ਨੇ ਜਾਂ ਦੇਖਣ ਵਾਲੇ ਨੇ, ਉਹ ਇਹ ਗੱਲ ਜ਼ਰੂਰ ਉਹਨਾਂ ਦੇ ਮਨ 'ਚ ਸਵਾਲ ਹੋਏਗਾ ਕਿ ਇਹ ਜਿਹੜਾ ਤੁਸੀਂ ਲੇਖ ਲਿਖਿਆ, ਇਹ ਲੇਖ ਲਿਖਣ ਦੀ ਇਸ ਵੇਲੇ ਕੀ ਲੋੜ ਪੈ ਗਈ? ਕਿਉਂਕਿ ਜੋ ਕੁਝ ਇਸ ਲੇਖ ਦੇ ਵਿੱਚ ਹੈ, ਇਹ ਉਹ ਅੰਦਰ ਤਾਂ ਤੁਹਾਡੇ ਆਲਰੇਡੀ ਸੀ, ਪਰ ਇਸ ਖਾਸ ਮੌਕੇ 'ਤੇ ਇਸ ਲੇਖ ਦਾ ਲਿਖਿਆ ਜਾਣਾ ਕੀ ਵਜ੍ਹਾ ਹੈ? ਦੇਖੋ, ਇਹਦੇ 'ਚ ਦੋ ਗੱਲਾਂ ਨੇ, ਮੈਂ ਤੁਹਾਨੂੰ ਇਸ ਤਰ੍ਹਾਂ ਦੱਸਾਂਗਾ ਕਿ ਇੱਕ ਪਹਿਲੀ ਗੱਲ ਹੈ ਕਿ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਕਿਸੇ ਲੋਕ ਪਿਆਰੀ ਹਸਤੀ ਦੀ ਜਾਂ ਕਿਸੇ ਮਸ਼ਹੂਰ ਹਸਤੀ ਦੀ ਮੌਤ ਹੁੰਦੀ ਹੈ, ਤੇ ਉਹਦੇ ਨਾਲ ਕੁਝ ਨਾ ਕੁਝ ਮਿਥਸ ਜੁੜਨ ਲੱਗ ਪੈਂਦੀਆਂ। ਇਹ ਹਮੇਸ਼ਾ ਹੀ ਹੁੰਦਾ, ਘੱਟ ਜਾਂ ਵੱਧ। ਫਿਰ ਇਹ ਹੈ ਕਿ ਜੇਕਰ ਉਹ ਹਸਤੀ ਹੋਵੇ ਇੱਕ ਕਵੀ, ਔਰ ਉਹ ਹਸਤੀ ਜਾਵੇ ਵੀ ਬੜੀ ਯੰਗ ਉਮਰ ਵਿੱਚ, ਔਰ ਉਹਦੀ ਕਵਿਤਾ ਵੀ ਜਿਹੜੀ ਹੈ ਪਿਆਰ ਨਾਲ ਜੁੜੀ ਹੋਈ ਕਵਿਤਾ ਹੋਵੇ, ਤੇ ਉਹਦੇ ਨਾਲ ਕੁਝ ਮਿਥਸ ਦਾ ਜੁੜਨਾ ਵੀ ਸੁਭਾਵਿਕ ਹੈ। ਤੇ ਦੂਜੀ ਗੱਲ ਇਹ ਹੈ ਕਿ ਅਸਲ ਵਿੱਚ ਤੁਸੀਂ ਸਵਾਲ ਇਹ ਪੁੱਛਿਆ ਹੈ ਕਿ ਇਹ ਮੈਂ ਇਸ ਵੇਲੇ ਲੇਖ ਕਿਉਂ ਲਿਖਿਆ। ਮੈਂ ਤੁਹਾਡੇ ਉਸ ਸਵਾਲ ਦਾ ਆਉਣਾ, ਪਰ ਮੈਂ ਬੈਕਗਰਾਊਂਡ ਤਾਂ ਦੇਣੀ ਚਾਹੁੰਦਾ ਕਿ ਗੱਲ ਇਹ ਹੈ ਕਿ ਇਹ ਜਿਹੜੀਆਂ ਮਿਥਸ ਸਨ ਨਾ ਸ਼ਿਵ ਦੇ ਨਾਲ ਜੁੜੀਆਂ, ਉਹ ਇਹ ਹੈ ਕਿ ਇੱਕ ਤਾਂ ਇਹ ਹੈ ਕਿ ਹਰ ਕੋਈ ਲੱਭਣਾ ਚਾਹੁੰਦਾ ਹੈ ਕਿ ਪੋਇਟਰੀ ਔਰ ਸ਼ਿਵ ਦੀਆਂ 2-3 ਕਵਿਤਾਵਾਂ ਦੇ ਵਿੱਚ ਤਕਰੀਬਨ ਪ੍ਰੀਤਨਗਰ ਦਾ ਜ਼ਿਕਰ ਵੀ ਹੈ। ਔਰ ਇਹ ਮੇਰਾ ਜਿਹੜਾ ਲੇਖ ਤੁਸੀਂ ਪੜ੍ਹ ਵੀ ਲਿਆ, ਜਿਹਦੇ ਵਿੱਚ ਮੈਂ ਜ਼ਿਕਰ ਵੀ ਕੀਤਾ ਕਿ ਇਸ ਗੱਲ ਤੋਂ ਬਿਲਕੁਲ ਵੀ ਮੈਂ ਹੁਣ ਪਿੱਛਲ ਝਾਤ ਮਾਰ ਕੇ, ਜੇ ਮੈਂ ਜਿਹਨੂੰ ਕਹਿੰਦੇ ਨੇ ਵਿਗਿਆਨੀ ਦੇ ਤੌਰ ਤੇ, ਹਾਲਾਂਕਿ ਮੈਂ ਕੋਈ ਟ੍ਰੇਨਡ ਸਾਈਕੋਲੋਜਿਸਟ ਨਹੀਂ ਹਾਂ, ਪਰ ਮੈਨੂੰ ਲੱਗਦਾ ਹੈ ਕਿ ਹਰ ਲੇਖਕ, ਹਰ ਪੜ੍ਹਿਆ ਲਿਖਿਆ ਬੰਦਾ ਇੱਕ ਸਾਈਕੋਲੋਜਿਸਟ ਤੇ ਹੁੰਦਾ ਹੀ ਹੈ ਨਾ, ਕਿਉਂਕਿ ਉਹਨੂੰ ਪਤਾ ਹੁੰਦਾ, ਉਹਨੇ ਜ਼ਿੰਦਗੀ ਵੇਖੀ ਹੁੰਦੀ ਹੈ। ਤੇ ਜਦੋਂ ਮੈਂ ਪਿੱਛਲ ਝਾਤ ਮਾਰਦਾ ਤੇ ਮੈਨੂੰ ਕੁਝ ਗੱਲਾਂ ਦੀ ਸਮਝ ਪੈਂਦੀ ਹੈਗੀ ਹੈ ਕਿ ਸ਼ਿਵ ਹੋਰੀ ਜਿਹੜੇ ਨੇ ਉਹ ਨਾ ਸਿਰਫ ਜਜ਼ਬਾਤੀ ਸਨ,
ਸ਼ਿਵ ਹੋਰੀ ਸਾਰੇ ਪੋਇਟ ਹੁੰਦੇ ਨੇ ਜਜ਼ਬਾਤੀ। ਸ਼ਿਵ ਹੋਰੀ ਜਿਹਨੂੰ ਕਹਿੰਦੇ ਨੇ ਇੱਕ ਕਿਸਮ ਨਾਲ ਬਹੁਤ ਖੁੱਭ ਕੇ ਪਿਆਰ ਕਰਨ ਵਾਲੇ ਵੀ ਸਨ। ਹੁਣ ਇਹ ਗੱਲ ਜਿਹੜੀ ਹੈਗੀ ਹੈ ਕਿ ਉਹਨਾਂ ਨੇ ਜ਼ਰੂਰ ਮੈਨੂੰ ਲੱਗਦਾ ਹੈ ਅਨੂਰਾਂ ਦੇ ਨਾਲ ਮੁਹੱਬਤ ਕੀਤੀ ਹੋਏਗੀ। ਇਸ ਲੇਖ 'ਚ ਵੀ ਉਹਦਾ ਜ਼ਿਕਰ ਆਉਂਦਾ ਹੈ। ਉਹ ਲੇਖ ਜਦੋਂ ਲੋਕ ਪੜ੍ਹਨਗੇ ਤੇ ਉਹਦੇ 'ਚ ਹੈ ਕਿ ਮੈਂ ਇਹ ਨਹੀਂ ਕਹਿੰਦਾ ਕਿ ਕੁਝ ਵੀ ਨਹੀਂ ਸੀ ਉਹਨਾਂ ਦੇ ਦਰਮਿਆਨ। ਉਹ ਅਨੂ ਦੇ ਸ਼ਬਦਾਂ 'ਚ ਹੀ ਬਿਆਨ ਹੈ ਕਿ ਉਹਨਾਂ ਦੇ ਵਿਚਕਾਰ ਕੀ ਸੀ। ਉਹ ਹੁਣ ਇੱਥੇ ਦੁਹਰਾਉਣ ਦੀ ਲੋੜ ਨਹੀਂ ਹੈ, ਲੋਕ ਪੜ੍ਹ ਵੀ ਸਕਦੇ ਨੇ। ਗੱਲ ਇਹ ਹੈ ਕਿ ਮੈਨੂੰ ਜੋ ਹੁਣ ਪਿੱਛਲ ਝਾਤ ਮਾਰਿਆ ਲੱਗਦਾ ਉਹ 'ਚ ਦੋ ਗੱਲਾਂ ਨੇ। ਇੱਕ ਹੈ ਕਿ ਜਿਹਦੇ 'ਚ ਮੈਂ ਲੇਖ 'ਚ ਵੀ ਜ਼ਿਕਰ ਕੀਤਾ ਕਿ 1962 ਵਿੱਚ ਹੀ ਮੇਰੇ ਮਦਰ ਨੇ ਉਹਨਾਂ ਦੀ ਪਹਿਲੀ ਕਿਤਾਬ 1963 ਵਿੱਚ ਛਪੀ ਸੀ। ਉਹਦਾ ਨਾਂ ਸੀ ਧਰੇਕ ਪੁੰਗਰ ਪਈ, ਜਿਹੜੀ ਹੁਣੇ ਦੁਬਾਰਾ ਐਡੀਸ਼ਨ ਮੈਂ ਉਹਨਾਂ ਦੇ ਫੌਤ ਹੋਣ ਤੋਂ ਬਾਅਦ ਹੁਣ ਇਸ ਸਾਲ ਛਪਵਾਈ ਹੈ। ਉਹਦੇ 'ਚ 1962 ਦਾ ਲਿਖਿਆ ਲੇਖ ਹੈ ਤੂੰ ਉਦਾਸੀਆਂ ਛੰਡ। ਉਹਦੇ 'ਚ ਸ਼ਿਵ ਦਾ ਨਾਂ ਕਿਤੇ ਨਹੀਂ ਹੈ, ਪਰ ਮੇਰੀ ਮਾਂ ਸ਼ੁਰੂ 'ਚ ਇੱਕ ਭੂਮਿਕਾ ਵਾਂਗੂ ਦੋ ਲਾਈਨਾਂ ਲਿਖਦੀ ਹੈ। ਉਹ ਮੈਨੂੰ ਲਾਈਨਾਂ ਐਗਜ਼ੈਕਟਲੀ ਤੇ ਚੇਤੇ ਨਹੀਂ ਨੇ ਕਿ ਉਸ ਹੋਣਹਾਰ ਕਵੀ ਦੇ ਨਾਂ ਜਿਹਨੇ ਉਦਾਸੀਆਂ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਹੈ। ਹੁਣ ਬਾਅਦ ਵਿੱਚ ਸ਼ਿਵਰਾਂ ਦੇ ਜਾਣ ਤੋਂ ਬਹੁਤ ਬਾਅਦ ਜਦੋਂ ਮੈਂ ਆਪਣੇ ਅੰਮੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਕਾਕਾ ਉਹ ਤਾਂ ਸਾਨੂੰ ਸ਼ਾਇਦ ਸਮਝ ਨਹੀਂ ਸੀ ਡਿਪਰੈਸ਼ਨ ਕੀ ਹੁੰਦਾ, ਪਰ ਅਸਲ ਵਿੱਚ ਸ਼ਿਵ ਡਿਪਰੈਸ਼ਨ ਦਾ ਸ਼ਿਕਾਰ ਸੀ। ਹੁਣ ਗੱਲ ਇਹ ਹੈ ਕਿ ਸ਼ਿਵਰਾਂ ਨੂੰ ਗੁਜ਼ਰਿਆ 50 ਸਾਲ ਹੋ ਗਏ ਨੇ ਔਰ ਜਿਹੜਾ ਲੇਖ ਹੈ 60 ਸਾਲ ਪੁਰਾਣਾ ਹੈ। ਉਹਨਾਂ ਦੀ ਮੌਤ ਤੋਂ ਵੀ 11 ਸਾਲ ਪਹਿਲਾਂ ਦਾ ਲਿਖਿਆ ਹੋਇਆ ਹੈ। ਹੁਣ ਕਿਧਰੇ ਇਹ ਹੈ ਕਿ ਇੱਕ ਤੇ ਇਹ ਹੈ ਕਿ ਇੱਕ ਜਜ਼ਬਾਤੀ ਬੰਦਾ ਜਿਹੜਾ ਡਿਪਰੈਸਿਵ ਵੀ ਹੋਵੇ ਔਰ ਜਿਹਨੂੰ ਬਾਅਦ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸ਼ਰਾਬ ਵਿੱਚ ਉਹਨਾਂ ਦਾ ਡੁੱਬ ਕੇ ਆਪਣਾ ਗਮ ਗਲਤ ਕਰਨਾ, ਉਹ ਇਹਦੀ ਇਸ ਗੱਲ ਦੀ ਨਿਸ਼ਾਨੀ ਸੀ ਕਿ ਉਹਨਾਂ ਦਾ ਮਰਜ਼ ਉਸ ਵੇਲੇ ਫੜਿਆ ਨਹੀਂ ਜਾ ਸਕਿਆ। ਇਹ ਇੱਕ ਪਾਸਾ ਹੈ ਇਸ ਗੱਲ ਦਾ। ਹੁਣ ਦੂਜੀ ਗੱਲ ਜਿਹੜੀ ਹੈਗੀ ਹੈ ਕਿ ਮੈਂ ਤੁਹਾਨੂੰ ਜਿਵੇਂ ਦੱਸਿਆ ਮੈਂ 73 ਵਿੱਚ ਮਾਸਕੋ ਚਲਾ ਗਿਆ ਸੀ। 73 ਤੋਂ 80 ਦੇ ਸਾਲ ਜਿਹੜੇ 7 ਸਾਲ ਨੇ ਮੈਂ ਹਿੰਦੁਸਤਾਨ ਨਹੀਂ ਸਾਂ। ਸ਼ਿਵ ਹੋਰਾਂ ਦੀ ਜਦੋਂ ਮੌਤ ਹੁੰਦੀ ਹੈ ਉਸ ਤੋਂ 2 ਮਹੀਨੇ ਬਾਅਦ ਮੈਂ ਬਾਹਰ ਚਲਾ ਜਾਂਦਾ ਵਾਂ ਔਰ ਉਹਨਾਂ ਸਾਰੇ ਸਾਲਾਂ 'ਚ ਦੇਖੋ ਜਿਹੜੇ ਮੇਰੇ ਹੋਸ਼ ਦੇ ਸਾਲ ਮੈਂ ਗਿਣਦਾ ਨਾ, ਉਹ ਮੈਂ ਗਿਣਦਾ ਵਾਂ ਬੱਚਾ ਜਦੋਂ 7-8 ਸਾਲ ਦਾ ਹੁੰਦਾ ਹੈ ਉਸ ਤੋਂ ਬਾਅਦ ਦੇ ਹੁੰਦੇ ਨੇ, ਕਿਉਂਕਿ ਉਸ ਤੋਂ ਪਹਿਲਾਂ ਦੀਆਂ ਗੱਲਾਂ ਤੁਹਾਨੂੰ ਚੇਤੇ ਨਹੀਂ ਹੁੰਦੀਆਂ। ਔਰ ਮੈਂ ਉਹ ਲੇਖ 'ਚ ਵੀ ਜ਼ਿਕਰ ਕੀਤਾ ਕਿ 65 ਤੋਂ 73 ਮੇਰਾ ਜਿਹੜਾ ਵਕਫਾ ਹੈ ਉਹਦੇ 'ਚ ਮੈਨੂੰ ਸ਼ਿਵ ਦੀ ਵੀ ਯਾਦ ਹੈ ਤੇ ਅਨੂ ਦੀ ਵੀ ਯਾਦ ਹੈ, ਕਿਉਂਕਿ ਮੈਨੂੰ ਤੇ ਆਪਣੀ ਮਾਸੀ ਵੀ ਨਹੀਂ ਯਾਦ 65 ਤੋਂ ਪਹਿਲਾਂ ਦੀ, ਕਿਉਂਕਿ ਉਹ ਬਾਹਰ ਪੜ੍ਹਦੀ ਸੀ ਉਸ ਵੇਲੇ। ਹੁਣ ਉਹਦੇ 'ਚ ਗੱਲ ਹੈ ਕਿ ਉਸ ਸਮੇਂ ਦੇ ਦੌਰਾਨ ਤੇ ਮੈਨੂੰ ਕਦੀ ਕੋਈ ਨਾ ਇਹ ਖਿਆਲ ਆਇਆ ਔਰ ਉਹਨਾਂ ਦਿਨਾਂ ਦੇ ਵਿੱਚ ਇਹ ਵੀ ਹੈ ਕਿ ਉਸ ਸਮੇਂ ਦੇ ਦੌਰਾਨ ਸਗੋਂ ਸ਼ਿਵ ਹੋਰਾਂ ਦੀਆਂ ਕੁਝ ਹੋਰ ਜਿਹੜੀਆਂ ਮੁਹੱਬਤਾਂ ਸਨ ਉਹ ਉਹਨਾਂ 'ਚ ਜਾਣ ਦੀ ਇਸ ਵੇਲੇ ਲੋੜ ਨਹੀਂ ਹੈ, ਪਰ ਉਹ ਮੁਹੱਬਤਾਂ ਵੀ ਦਰਜ ਨੇ ਔਰ ਲੋਕਾਂ ਨੂੰ ਪਤਾ ਨੇ। ਹੋਇਆ ਇਹ ਕਿ ਜਿੱਥੋਂ ਮੈਨੂੰ ਲੱਗਦਾ ਹੈ ਗੱਲ ਸ਼ੁਰੂ ਹੁੰਦੀ ਹੈ, ਜਿਹੜਾ ਮੇਰਾ ਆਪਣਾ ਖਿਆਲ ਹੈ ਕਿ ਅਨੂ ਦਾ ਹੀ ਨਾਂ ਹਰ ਵਾਰੀ ਕਿਉਂ ਵੱਜਦਾ ਹੈ ਤੇ ਬਾਕੀ ਲੋਕਾਂ ਦਾ ਨਾਂ ਕਿਉਂ ਨਹੀਂ ਵੱਜਦਾ, ਉਹਦੇ ਬਾਰੇ ਮੇਰੀ ਇੱਕ ਸਮਝ ਲਓ ਥਿਉਰੀ ਹੈ ਜਾਂ ਜੋ ਮੈਂ ਕਹਿਣਾ। ਉਹ ਗੱਲ ਇੰਝ ਹੈ ਨਵਜੋਤ ਜੀ ਕਿ ਸ਼ਿਵ ਹੋਰਾਂ ਦੇ 3 ਜਾਂ 4 ਸਾਲ ਬਾਅਦ ਫੌਤ ਹੋਣ ਦੇ ਇੱਕ ਨਾਵਲ ਲਿਖਿਆ ਮੋਹਨ ਕਾਲੂ ਹੋਰਾਂ ਨੇ। ਉਹ ਨਾਵਲ ਮੈਂ ਬਹੁਤ ਪਛੜ ਕੇ ਪੜ੍ਹਿਆ ਕੋਈ 20 ਸਾਲ ਬਾਅਦ। ਉਹ ਨਾਵਲ ਦੇ ਬਾਰੇ ਅੰਮ੍ਰਿਤਾ ਜੀ ਨੇ ਉਦੋਂ ਹੀ ਕਿਹਾ ਸੀਗਾ ਕਿ ਇਹ ਨਾਵਲ ਕੁਝ ਕੱਟੀਆਂ ਕੁਤਰੀਆਂ ਝੂਠੀਆਂ ਸੱਚੀਆਂ ਗੱਲਾਂ ਨੂੰ ਜੋੜ ਕੇ ਇੱਕ ਮੋਏ ਹੋਏ ਬੰਦੇ ਦੇ ਬਾਰੇ ਬਣਾਇਆ ਗਿਆ। ਉਹਨਾਂ ਨੇ ਥੋੜਾ ਜਿਹਾ ਆਪਣਾ ਜਿਹਨੂੰ ਕਹਿੰਦੇ ਨੇ ਰੋਸਾ ਜ਼ਾਹਰ ਕੀਤਾ ਸੀ ਅੰਮ੍ਰਿਤਾ ਜੀ ਨੇ। ਹੁਣ ਉਹ ਨਾਵਲ ਜਿਹੜਾ ਉਹਦੇ 'ਚ 7-8 ਕਾਂਡ ਨੇ ਜਾਂ 10 ਹੋਣਗੇ, ਦੈਟਸ ਨਾਟ ਇੰਪੋਰਟੈਂਟ। ਹਰ ਕਾਂਡ ਜਿਹੜਾ ਤੁਰਦਾ ਹੈ ਅਸਲ 'ਚ ਤੁਰਦਾ ਇੱਕ ਕਵੀ ਜਿਹਦਾ ਇਸ਼ਕ ਸ਼ੁਰੂ ਹੁੰਦਾ ਪਹਾੜਾਂ ਤੇ ਕਿਸੇ ਕੁੜੀ ਨਾਲ ਤੇ ਮੁੱਕਦਾ ਬੜੇ ਅਜੀਬ ਤਰੀਕੇ ਨਾਲ ਕਿ ਉਹ ਪਤਾ ਨਹੀਂ ਉਹਦੀ ਕੁੜੀ ਦੀ ਧੀ ਜਿਹੜੀ ਹੈ ਕਦੋਂ ਇੰਗਲੈਂਡ ਚਲੀ ਗਈ ਸੀ ਤੇ ਉਹਨੂੰ ਪਤਾ ਨਹੀਂ ਸੀ ਉਹਦੀ ਧੀ ਹੈ, ਉਹ ਵਾਪਸ ਇੰਡੀਆ ਆਉਂਦੀ, ਉਹਦਾ ਉਸ ਧੀ ਨਾਲ ਇਸ਼ਕ ਸ਼ੁਰੂ ਹੋ ਜਾਂਦਾ। ਫਿਕਸ਼ਨਲਾਈਜੇਸ਼ਨ। ਪਰ ਵਿਚਕਾਰ ਚੈਪਟਰ ਜਿਹੜੇ ਨੇ ਉਹਨਾਂ 'ਚ ਜਿਹੜੇ ਲੋਕੀ ਜਾਂ ਕਿਉਂ ਅੰਮ੍ਰਿਤਾ ਜੀ ਨੇ ਕੱਟੀਆਂ ਕੁਤਰੀਆਂ ਸੱਚਾਈਆਂ ਲਫ਼ਜ਼ ਵਰਤੇ ਕਿ ਜਿਹੜੇ ਲੋਕਾਂ ਦੇ ਨਾਲ ਸ਼ਿਵ ਹੋਰਾਂ ਦਾ ਮੋਹ ਰਿਹਾ ਦੁਪਾਸੜ ਜਾਂ ਇੱਕ ਪਾਸੜ, ਇਸ ਗੱਲ 'ਚ ਮੈਂ ਨਹੀਂ ਜਾਂਦਾ, ਉਹਨਾਂ ਦੀਆਂ ਗੱਲਾਂ ਉਸ ਵੇਲੇ ਜਿਹੜੀਆਂ 70ਵਿਆਂ 'ਚ 60ਵਿਆਂ 'ਚ ਤਰਦੀਆਂ ਸਨ ਪੰਜਾਬੀ ਸਾਹਿਤਕ ਜਗਤ ਤੇ, ਉਹਨਾਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਕਈ ਕਾਂਡ ਬਣਾਏ ਔਰ ਉਹਨਾਂ ਕਾਂਡਾਂ 'ਚੋਂ ਉਸ ਵੇਲੇ ਦੇ ਲੋਕ ਕੁਝ ਲੋਕਾਂ ਦੇ ਚਿਹਰੇ ਪਛਾਣ ਸਕਦੇ ਨੇ। ਉਹਦੇ 'ਚ ਇੱਕ ਕਾਂਡ ਜਿਹੜਾ ਹੈ ਉਹ ਅਨੂ ਬਾਰੇ ਹੈ। ਇੱਕ ਕਾਂਡ, ਸਾਰੀ ਕਿਤਾਬ ਨਹੀਂ, ਕਿਉਂਕਿ ਉਹਦੇ 7-8 ਔਰਤਾਂ ਨਾਲ ਸ਼ਿਵ ਹੋਰਾਂ ਦੇ ਇਸ਼ਕ ਦਾ ਉਹ ਮਤਲਬ ਸ਼ਿਵ ਉਹ ਨਾਂ ਤੇ ਨਹੀਂ ਲੈਂਦੇ ਪਰ ਪਤਾ ਲੱਗ ਜਾਂਦਾ ਹੈ ਕਿ ਹੁਣ ਉਹ ਜਿਹੜਾ ਕਾਂਡ ਹੈ ਨਾ ਉਹ ਉਹਦੇ ਵਿੱਚ ਅਨੂ ਨੂੰ ਪਛਾਣਨਾ ਇਸ ਲਈ ਸੌਖਾ ਹੋ ਜਾਂਦਾ ਕਿਉਂ ਕਾਂਡ ਇਸ ਬਾਰੇ ਕਿ ਇੱਕ ਕੁੜੀ ਹੈ ਜਿਹਦਾ ਪਿਓ ਹੈ ਜਿਹਨੇ ਕਿ ਲੇਖਕਾਂ ਦਾ ਸ਼ਹਿਰ ਵਸਾਇਆ ਹੋਇਆ, ਉਹ ਇੱਕ ਵੱਡੇ ਰਿਸਾਲੇ ਦਾ ਐਡੀਟਰ ਹੈ। ਹੁਣ ਗੱਲ ਇਹ ਹੈ ਕਿ ਮਤਲਬ ਗੱਲ ਇਹ ਹੈ ਕਿ ਬਾਕੀ ਦੇ ਲੋਕਾਂ ਵੱਲ ਜਿਹੜੇ
ਇਸ਼ਾਰੇ ਦੇ ਉਹ ਲੋਕ ਬਹੁਤੇ ਜਾਣੇ ਨਹੀਂ ਸਨ ਜਾਂਦੇ। ਸੋ ਇਸ ਕਰਕੇ ਕਿਸੇ ਨੂੰ ਖਿਆਲ ਨਹੀਂ ਆ ਸਕਿਆ ਜਦ ਤੱਕ ਇਹ ਬੜਾ ਨੇੜਿਓਂ ਨਾ ਜਾਣਦਾ ਹੋਵੇ ਜਾਂ ਉਹ ਪੰਜਾਬੀ ਦੇ ਉਸ ਵੇਲੇ ਦੇ ਸਾਹਿਤਕ ਜਗਤ ਨਾਲ ਨਾ ਜੁੜਿਆ ਹੋਵੇ ਕਿ ਇਹ ਕਿਹਦੀ ਗੱਲ ਹੋ ਰਹੀ ਹੈ। ਪਰ ਅਨੂ ਦੇ ਉੱਤੇ ਗੱਲ ਹੋਣੀ ਸ਼ੁਰੂ ਹੋ ਗਈ। ਸੋ ਉਹ ਗੱਲਾਂ ਜਿਹੜੀਆਂ ਨੇ ਨਾ, ਮੈਨੂੰ ਲੱਗਦਾ ਉਹਦੇ ਤੋਂ ਇੱਕ ਮਿੱਥ ਤੋਂ ਮਿੱਥ ਬਣਦੀ ਗਈ। ਓਕੇ, ਹੁਣ ਇਹ ਹੈ ਕਿ ਇੰਨੀ ਲੰਬੀ ਗੱਲ ਮੈਂ ਕਰ ਦਿੱਤੀ ਹੈ, ਪਰ ਮੈਂ ਤੁਹਾਡੇ ਸਵਾਲ ਵੱਲ ਆਉਣਾ ਚਾਹੁੰਦਾ, ਹੁਣ ਕਿਉਂ? ਇਹਦੇ ਦੋ ਕਾਰਨ ਨੇ। ਇੱਕ ਤੇ ਇਹ ਹੈ ਕਿ ਜਦੋਂ ਪਿਛਲੇ ਸਾਲ ਅਨੂ ਹੋਰੀ ਗੁਜ਼ਰੇ ਨੇ, ਤੇ ਉਦੋਂ ਜਿਹਨੂੰ ਇੱਕ ਅੰਗਰੇਜ਼ੀ ਚ ਲਫ਼ਜ਼ ਹੁੰਦਾ ਨਾ, ਫ੍ਰੀ ਫॉर ਆਲ, ਇਹ ਜਿਹੜਾ ਸੋਸ਼ਲ ਮੀਡੀਆ ਹੈ ਇਹਦੇ ਉੱਤੇ, ਇਹ ਜਿਹੜੇ YouTube ਦੇ ਚੈਨਲ ਹੈ ਇਹਨਾਂ ਦੇ ਉੱਤੇ ਇੱਕ ਫ੍ਰੀ ਫॉर ਆਲ ਸ਼ੁਰੂ ਹੋ ਗਿਆ। ਉਹਦੇ ਤੇ ਜੋ ਜਿਹਦੇ ਜੀ ਚ ਆ ਰਿਹਾ ਸੀ ਕਰ ਰਿਹਾ ਸੀ। ਕਿਸੇ ਵੇਲੇ ਗੱਲਾਂ ਇਹ ਕੀਤੀਆਂ ਜਾਂਦੀਆਂ ਸਨ ਕਿ ਗੁਰਬਖਸ਼ ਸਿੰਘ ਨੇ ਅਨੂ ਦਾ ਵਿਆਹ ਨਹੀਂ ਸੀ ਹੋਣ ਦਿੱਤਾ ਉਹਦੇ ਨਾਲ, ਸ਼ਿਵ ਨਾਲ, ਕਿਉਂਕਿ ਸ਼ਿਵ ਗਰੀਬ ਸੀ। ਓਕੇ, ਹੁਣ ਇਹ ਵਾਲੀਆਂ ਗੱਲਾਂ ਵੀ ਜੁੜਨੀਆਂ ਸ਼ੁਰੂ ਹੋ ਗਈਆਂ ਕਿ ਗੁਰਬਖਸ਼ ਸਿੰਘ ਨੇ ਵਿਆਹ ਨਹੀਂ ਸੀ ਹੋਣ ਦਿੱਤਾ ਕਿਉਂਕਿ ਸ਼ਿਵ ਹਿੰਦੂ ਸੀ। ਇਹ ਵੀ ਗੱਲਾਂ ਪਿਛਲੇ ਸਾਲ ਆਈਆਂ। ਹੁਣ ਇਹ ਹੈ ਕਿ ਇੱਕ ਤੇ ਇਹ ਹੈ ਕਿ ਮੈਨੂੰ ਲੱਗਾ ਕਿ ਪਹਿਲੀ ਗੱਲ ਹੈ ਕਿ ਇੰਨੀ ਜ਼ਿਆਦਾ ਕੋਟ ਅਨਕੋਟ, ਮੈਂ ਲਫ਼ਜ਼ ਭੈੜਾ ਵਰਤਾਂਗਾ, ਬਕਵਾਸ ਚੱਲ ਰਹੀ ਹੈ ਕਿ ਕਿਤੇ ਤੇ ਕੋਈ ਇੱਕ ਪੱਖ ਹੋਣਾ ਚਾਹੀਦਾ ਹੈ। ਬੜੇ ਸਾਲ ਤੱਕ ਇਹ ਹੈ ਕਿ ਦੇਖੋ ਗੱਲ ਹੈ, ਲੋਕੀ ਸ਼ਿਵ ਤੇ ਅਨੂ ਦੀ ਗੱਲ ਨੂੰ ਲਾਂਭੇ ਵੀ ਕਰਦੇ ਹੋ। ਲੋਕੀ ਜਦੋਂ ਤੁਸੀਂ ਬਹੁਤ ਕਿਸੇ ਖਾਸ ਥਾਂ ਤੇ ਹੁੰਦੇ ਹੋ ਨਾ, ਤੁਹਾਡੇ ਦੁਖੀ ਵੀ ਬੜੇ ਹੁੰਦੇ ਨੇ। ਇਹ ਮੈਂ ਆਪਣੇ ਘਰ ਵਿੱਚ ਵੇਖਿਆ। ਮੇਰੇ ਪਿਤਾ ਜੀ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਇੱਕ ਖਾਸ ਕਿਸਮ ਦਾ ਖਾਲਿਸਤਾਨੀ ਅਨਸਰ ਹੈ, ਉਹਨਾਂ ਦੇ ਜੋ ਪੰਜਾਬ ਦੇ ਵੇਲੇ ਦੇ ਪੋਲਿਟਿਕਸ ਸੀਗੇ, ਉਹਨੂੰ ਲੈ ਕੇ ਬੜੀਆਂ ਗਾਲਾਂ ਕੱਢੀਆਂ ਗਈਆਂ। ਮੈਂ ਕੈਨੇਡਾ ਸਾਂ ਉਦੋਂ, ਇੱਕ ਵਾਰੀ ਉਹਨਾਂ ਦੀ ਮੌਤ ਤੋਂ ਬਾਅਦ ਆਇਆ, ਤੇ ਕਿਸੇ ਨੇ ਮੈਨੂੰ ਇੰਨੇ ਸਵਾਲ ਪੁੱਛੇ ਤੇ ਮੈਂ ਕਿਹਾ ਮੈਂ ਹਰ ਗੱਲ ਦਾ ਜਵਾਬ ਨਹੀਂ ਦੇਣਾ, ਇਹ ਕਿਸੇ ਦੀ ਵਿਚਾਰਧਾਰਾ ਉਹ ਰੱਖੇ। ਸੋ ਮੈਨੂੰ ਲੱਗਦਾ ਕਿ ਬਹੁਤ ਸਾਲ ਤੱਕ ਸਾਡੇ ਪਰਿਵਾਰ ਨੇ ਹਰ ਗੱਲ ਦਾ, ਹਰ ਕਿਸੇ ਨੂੰ ਜਵਾਬ ਦੇਣ ਤੋਂ ਕਿਨਾਰਾ ਕਰੀ ਰੱਖਿਆ। ਓਕੇ, ਹੁਣ ਜਦੋਂ ਉਹ ਪੂਰੇ ਹੋ ਜਾਂਦੇ ਨੇ ਤੇ ਮੇਰੇ ਮਨ ਚੋਂ ਦੋ ਗੱਲਾਂ ਲੰਘੀਆਂ ਕਿ ਇੱਕ ਤੇ ਇਹ ਹੈ ਕਿ ਮੇਰੇ ਵਡੇਰੇ ਜਿਹੜੇ ਬਹੁਤੇ ਨੇ ਉਹਨਾਂ ਨੂੰ ਹੁਣ ਕੋਈ ਇਤਰਾਜ਼ ਕਰਨ ਵਾਲੇ ਰਹਿ ਵੀ ਨਹੀਂ ਗਏ ਬਹੁਤ ਹੀ। ਮੇਰੀ ਸਿਰਫ ਹੁਣ ਇੱਕ ਮਾਸੀ ਤੇ ਇੱਕ ਛੋਟੇ ਮਾਮਾ ਜੀ ਜਿਉਂਦੇ ਨੇ। ਮੈਂ ਜਿਹੜੇ ਆਪਣੇ ਵੱਡੀ ਮਾਸੀ ਜੀ ਦਾ ਜ਼ਿਕਰ ਕੀਤਾ ਹੈ, ਉਹਨਾਂ ਨੂੰ ਇਹ ਗੱਲ ਨਹੀਂ ਸੀ ਪਸੰਦ ਆਣੀ ਕਿ ਮੈਂ ਸਾਰੀਆਂ ਗੱਲਾਂ ਇਹ 'ਚ ਕਰ ਰਿਹਾ ਹਾਂ, ਕਿ ਮੈਂ ਅਨੂ ਮਾਸੀ ਨਾਲ ਜਿਹੜੀਆਂ ਗੱਲਾਂ ਕੀਤੀਆਂ ਉਹ ਲਿਖਤੀ ਰੂਪ 'ਚ ਪੇਸ਼ ਕਰ ਰਿਹਾ। ਸੋ ਇੱਕ ਮੈਂ ਝਿਜਕਦਾ ਸਾਂ, ਉਹਦਾ ਮੈਂ ਲੇਖ 'ਚ ਵੀ ਜ਼ਿਕਰ ਕੀਤਾ। ਪਰ ਨਵਜੋਤ ਜੀ, ਮੈਂ ਇੱਕ ਦੂਜੀ ਗੱਲ ਇੱਥੇ ਕਹਿਣੀ ਚਾਹਾਂਗਾ ਜਿਹੜੀ ਉਸ ਲੇਖ ਵਿੱਚ ਨਹੀਂ ਹੈ। ਮੈਂ ਵੈਸੇ ਪਾਣੀ ਚਾਹੁੰਦਾ ਸਾਂ, ਪਰ ਉਹ ਇੱਕ ਵੱਖਰਾ ਲੇਖ ਬਣ ਜਾਂਦੀ ਹੈ, ਉਹ ਮੈਂ ਬਾਰੇ ਉਹਦੇ ਗੱਲ ਕਰਾਂਗਾ। ਜ਼ਰੂਰ। ਗੱਲ ਇਹ ਹੈ ਕਿ ਇੱਥੇ ਦੋ ਗੱਲਾਂ ਸੋਚਣ ਦੀ ਲੋੜ ਹੈ। ਇੱਕ ਇਹ ਹੈ ਕਿ ਪਹਿਲੀ ਗੱਲ, ਜਿਹੜਾ ਵੀ ਕੋਈ ਪੰਜਾਬੀ ਸਾਹਿਤ ਜਗਤ ਨਾਲ ਜੁੜਿਆ ਹੋਇਆ ਹੈ, ਉਹਨੂੰ ਇਹ ਖਿਆਲ ਆਉਣਾ ਚਾਹੀਦਾ ਹੈ ਕਿ ਗੁਰਬਖਸ਼ ਸਿੰਘ ਹੋਰਾਂ ਦੀਆਂ ਚਾਰ ਧੀਆਂ ਸਨ। ਚਾਰ ਧੀਆਂ ਚੋਂ ਸਭ ਤੋਂ ਵੱਡੀ ਉਮਾ ਨੇ ਵਿਆਹ ਹੀ ਨਹੀਂ ਸੀ ਕਰਾਇਆ। ਦੂਜੇ ਨੰਬਰ ਤੇ ਮੇਰੀ ਮਾਂ ਸੀ, ਜਿਨੇ ਇੱਕ ਗਰੀਬ ਕਮਿਊਨਿਸਟ ਨਾਲ ਵਿਆਹ ਕਰਾਇਆ ਸੀ। ਪਰ ਮੇਰਾ ਬਾਪ, ਮੇਰੇ ਨਾਨੇ ਦੇ ਤਿੰਨ ਜਵਾਈਆਂ ਚੋਂ ਕੱਲਾ ਆਦਮੀ ਹੈ ਜਿਹੜਾ ਸਿੱਖ ਹੈ। ਮੈਂ ਆ ਰਿਹਾ ਉਸ ਗੱਲ ਵੱਲ ਕਿ ਸ਼ਿਵ ਗਰੀਬ ਸੀ, ਜੇ ਗਰੀਬ ਸੀ ਤੇ ਜਗਜੀਤ ਸਿੰਘ ਆਨੰਦ ਤੇ ਹੋਲ ਟਾਈਮਰ ਵੀ ਸੀਗਾ, ਉਹਦੇ ਤੇ ਕੋਈ ਭਵਿੱਖ ਵੀ ਨਹੀਂ ਸੀਗਾ। ਉਹ ਤੇ ਲਾਹੌਰ ਜਦੋਂ ਸੀਗਾ ਤੇ ਦਰਜੀ ਨੂੰ ਸਮਝ ਨਹੀਂ ਸੀ ਆਈ ਕਿ ਮੀਲਾ ਨੂੰ, ਇਹ ਮੇਰੀ ਮੀਲਾ ਮੇਰੀ ਮਾਂ ਨੂੰ ਕਹਿੰਦੇ ਹੁੰਦੇ ਸਨ ਕਿ ਇਹਨੂੰ ਰੱਖੇਗਾ ਕਿਵੇਂ। ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ ਇੱਕ ਐਸੇ ਬੰਦੇ ਦੇ ਉੱਤੇ ਜਿਹੜਾ ਕਿ ਜੇਲ੍ਹਾਂ 'ਚ ਰਿਹਾ। ਮੇਰੇ ਮਾਂ-ਬਾਪ ਦਾ 7 ਸਾਲ ਤੱਕ ਵਿਆਹ ਨਹੀਂ ਸੀ ਹੋ ਸਕਿਆ ਕਿਉਂਕਿ ਮੇਰੇ ਬਾਪ ਜੇਲ੍ਹਾਂ ਦੇ ਹੀ ਅੰਦਰ ਬਾਹਰ ਹੁੰਦੇ ਨੇ। ਗੁਰਬਖਸ਼ ਸਿੰਘ ਹੋਰਾਂ ਨੇ ਕੋਈ ਇਤਰਾਜ਼ ਨਹੀਂ ਕੀਤਾ। ਮੇਰੀ ਦੂਜੀ ਮਾਸੀ ਜਿਹੜੀ ਦਿੱਲੀ ਰਹਿੰਦੀ ਹੈ, ਹਾਲੇ ਵੀ ਜਿਉਂਦੀ ਹੈ, ਉਹਦਾ ਪਤੀ ਹਿੰਦੂ ਵੀ ਹੈ ਤੇ ਬੰਗਾਲੀ ਵੀ ਹੈ। ਓਕੇ। ਮੇਰੀ ਤੀਜੀ ਮਾਸੀ ਅਨੂ, ਜਿਹਦੀ ਅਸੀਂ ਅੱਜ ਗੱਲ ਕਰ ਰਹੇ ਹਾਂ, ਉਹਦਾ ਪਹਿਲਾ ਵਿਆਹ ਦਿੱਲੀ 'ਚ ਹੋਇਆ ਸੀ ਆਪਣੀ ਮਰਜ਼ੀ ਨਾਲ ਕਿਸੇ ਬੜੇ ਵੱਡੇ ਇੰਡਸਟਰੀਅਲਿਸਟ ਦੇ ਘਰ। ਔਰ ਮੈਨੂੰ ਇਹ ਪਤਾ ਹੈ ਕਿ ਆਪਣੀ ਮਾਂ ਕੋਲੋਂ ਪਤਾ ਕਿ ਦਾਰਜੀ ਅਸਲ 'ਚ ਉਸ ਵਿਆਹ ਦੇ ਸਗੋਂ ਖਿਲਾਫ ਸਨ। ਉਹਨਾਂ ਨੇ ਕਿਹਾ ਸੀ ਇਹਨੂੰ ਸੋਚ ਲੈ, ਇਹ ਬਹੁਤ ਅਮੀਰ ਲੋਕ ਨੇ, ਸਾਡਾ ਕੋਈ ਮੇਚਾ ਜਿਹਾ ਨਹੀਂ ਬਣਦਾ, ਕਿ ਬਹੁਤ ਅਮੀਰ ਘਰਾਣੀਆਂ ਆਪਣੀਆਂ ਸਮੱਸਿਆਵਾਂ ਆਉਂਦੀਆਂ ਨੇ। ਖੈਰ ਉਹ ਵਿਆਹ, ਉਹ ਇੱਕ ਵੱਖਰੀ ਕਹਾਣੀ ਹੈ। ਉਹ 8 ਮਹੀਨੇ ਬਾਅਦ ਉਹਨਾਂ ਦੇ ਹਸਬੈਂਡ ਜਿਹੜੇ, ਉਹਨਾਂ ਦੀ ਡੈਥ ਹੋ ਗਈ ਸੀ ਤੇ ਅਨੂ ਮਾਸੀ ਵਾਪਸ ਆ ਗਏ ਸਨ। ਆਪਣੀ ਆਪਣੇ ਵਿਧਵਾ ਹੋਣ ਤੋਂ ਬਾਅਦ ਹੀ ਉਹ ਸ਼ਿਵ ਨੂੰ ਮਿਲਦੇ ਨੇ ਔਰ 2 ਸਾਲ ਬਾਅਦ ਫਿਰ ਉਹ ਪੜ੍ਹਨ ਵੀ ਚਲੇ ਜਾਂਦੇ ਨੇ। ਪਰ ਅਨੂ ਜਦੋਂ ਵਿਆਹ ਕਰਾਉਂਦੀ ਹੈ ਤੇ ਅਨੂ ਇੱਕ ਛੋਟੇ, ਘੱਟ ਜਾਣੇ ਜਾਂਦੇ, ਛੋਟਾ ਤੇ ਨਹੀਂ ਖੈਰ ਵੱਡਾ ਹੀ ਹੈ ਮੁਲਕ, ਪਰ ਘੱਟ ਜਾਣਿਆ ਜਾਂਦਾ ਹਿੰਦੁਸਤਾਨ 'ਚ, ਵੈਨੇਜ਼ੁਏਲਾ ਦੇ ਕੈਥੋਲਿਕ ਈਸਾਈ ਨਾਲ ਵਿਆਹ ਕਰਾਉਂਦੀ ਹੈ। ਸੋ ਐਕਚੁਅਲੀ ਜੇ ਦੇਖਿਆ ਜਾਏ ਤੇ ਇੱਕ ਜਵਾਈ ਸਿੱਖ ਹੈ, ਇੱਕ ਹਿੰਦੂ ਹੈ, ਇੱਕ ਕੈਥੋਲਿਕ ਹੈ। ਔਰ ਇਹ ਵੱਖਰੀ ਗੱਲ ਹੈ ਕਿ ਤਿੰਨੋਂ ਦੇ ਤਿੰਨੋਂ ਜਵਾਈ ਨਾਸਤਿਕ ਨੇ, ਸਿਰਫ ਜੰਮੇ ਹੋਏ ਨੇ ਉਹਨਾਂ ਘਰਾਂ 'ਚ, ਕੋਈ ਵੀ ਰੱਬ 'ਚ ਯਕੀਨ ਨਹੀਂ ਰੱਖਦਾ। ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਗੁਰਬਖਸ਼ ਸਿੰਘ ਨੇ ਜੇ 3 ਧੀਆਂ ਨੂੰ ਇਜਾਜ਼ਤ ਦਿੱਤੀ ਤੇ ਉਹਨਾਂ ਨੇ ਸ਼ਿਵ ਵੇਲੇ ਹੀ ਕਹਿਣਾ ਸੀਗਾ ਵੀ ਉਹ ਹਿੰਦੂ ਹੈ ਜਾਂ ਉਹ ਗਰੀਬ ਹੈ। ਇਹ ਮੈਨੂੰ ਕੁਝ ਸਮਝ ਨਹੀਂ ਆਉਂਦੀ ਗੱਲ ਦੀ। ਇੱਕ ਤੇ ਦੂਜੀ ਗੱਲ ਹੈ
ਕਿ ਇਹ ਵੀ ਚੇਤੇ ਰੱਖਣਾ ਚਾਹੀਦਾ ਕਿ ਤਿੰਨਾਂ ਧੀਆਂ ਨੇ ਆਪਣੀ ਮਰਜ਼ੀ ਨਾਲ ਪ੍ਰੇਮ ਵਿਆਹ ਕਰਾਇਆ। ਮੇਰੀ ਮਾਂ ਨੇ 40s ਦੇ ਵਿੱਚ ਆਪਣਾ ਵਰ ਚੁਣਿਆ, 1940 ਨੂੰ ਗਿਆ, ਹੁਣ 80 ਸਾਲ ਹੋ ਗਏ ਨੇ। ਅੱਜ ਤੋਂ 80 ਸਾਲ ਪਹਿਲਾਂ ਬੜੀ ਨਿਵੇਕਲੀ ਗੱਲ ਸੀ ਕਿ ਕੋਈ ਔਰਤ ਆਪਣੇ ਔਰ ਇੱਥੇ ਉਹ ਲੇਖ 'ਚ ਵੀ ਜ਼ਿਕਰ ਹੈ, ਮੇਰੇ ਅੰਮੀ ਜਿਹੜੇ ਨੇ ਅੰਮ੍ਰਿਤਾ ਜੀ ਦੀ ਬੜੀ ਸਹੇਲੀ ਸਨ, ਔਰ ਇਹ ਬਹਾਨਾ ਲਾ ਕੇ ਕਿ ਮੈਂ ਅੰਮ੍ਰਿਤਾ ਜੀ ਦੇ ਕੋਲ ਲਾਹੌਰ ਚੱਲੀ ਹਾਂ, ਤੇ ਇਹ ਆਪਣੇ ਮੇਰੇ ਹੋਣ ਵਾਲੇ ਬਾਪ ਨੂੰ ਮਿਲਣ ਜਾਂਦੇ ਸਨ। ਜਦੋਂ ਦਰਜੀ ਨੂੰ ਪਤਾ ਲੱਗਾ ਤੇ ਉਹਨਾਂ ਨੇ ਮੀਲਾ ਨੂੰ ਸਮਝਾਇਆ ਕਿ ਬੇਟਾ ਇੰਜ ਝੂਠ ਬੋਲ ਕੇ ਕਦੀ ਘਰੋਂ ਨਹੀਂ ਜਾਣਾ। ਇਹ ਗੱਲਾਂ 80 ਸਾਲ ਪੁਰਾਣੀਆਂ ਹੁਣ ਤੇ ਆਮ ਹੋ ਗਈਆਂ ਨੇ ਨਾ। ਸੋ ਇੱਕ ਤੇ ਐਵੇਂ ਕਿ ਮੈਨੂੰ ਲੱਗਦਾ ਹੈ ਕਿ ਆਮ ਪੰਜਾਬੀ ਮਾਨਸਿਕਤਾ ਸ਼ਾਇਦ ਗੁਰਬਖਸ਼ ਸਿੰਘ ਦੇ ਪਰਿਵਾਰ ਨੂੰ ਵੀ ਠੀਕ ਤਰ੍ਹਾਂ ਨਹੀਂ ਸਮਝ ਪਾਈ, ਤਾਂ ਹੀ ਇਹ ਗੱਲਾਂ, ਕਿਉਂਕਿ ਜਿਹੜਾ ਨੇੜਿਓਂ ਜਾਣਦਾ ਉਹ ਇਹ ਸੋਚ ਵੀ ਨਹੀਂ ਸਕਦਾ, ਇੱਕ ਗੱਲ ਹੈ। ਪਰ ਮੈਂ ਹੁਣ ਪਰਿਵਾਰ ਤੋਂ ਲਾਂਭੇ ਜਾ ਕੇ ਇੱਕ ਹੋਰ ਗੱਲ ਕਰਨੀ ਹੈ, ਜਿਹੜੀ ਮੈਨੂੰ ਲੱਗਦਾ ਹੈ ਕਿ ਜੇ ਮੈਂ ਸ਼ਿਵ ਨੂੰ ਨਾ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਹੋਵਾਂ, ਅਨੂ ਮੇਰੀ ਮਾਸੀ ਨਾ ਵੀ ਹੋਵੇ, ਮੇਰੇ ਮਨ ਚੋਂ ਤਾਂ ਵੀ ਆਉਂਦਾ। ਜਿਹੜੇ ਵੀ ਲੋਕਾਂ ਨੇ ਮੇਰੀਆਂ ਕਹਾਣੀਆਂ ਪੜ੍ਹੀਆਂ ਹੋਣ, ਉਹ ਆਈ ਥਿੰਕ ਇੱਕ ਤੰਦ ਫੜ ਸਕਦੇ ਨੇ ਕਿ ਮੈਂ ਹਮੇਸ਼ਾ ਆਪਣੀਆਂ ਕਹਾਣੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਮੇਰੇ ਔਰਤਾਂ ਦੇ ਕਿਰਦਾਰ ਬੜੇ ਖੁਦ ਮੁਖਤਾਰ। ਇਹ ਲਫ਼ਜ਼ ਸ਼ਾਇਦ ਅੱਜ ਕੱਲ੍ਹ ਘੱਟ ਲੋਕਾਂ ਨੂੰ ਸਮਝ ਆਉਂਦਾ, ਮੈਨੂੰ ਅੰਗਰੇਜ਼ੀ 'ਚ ਰਿਪੀਟ ਕਰਾਂਗਾ, ਇੱਕ ਕਿਸਮ ਦੀ ਸੈਲਫ ਰਿਲਾਇੰਟ ਐਂਡ ਸੈਲਫ ਡਿਸਾਈਡਿੰਗ ਔਰਤਾਂ ਦੇ ਕਿਰਦਾਰ ਨੇ, ਮੇਰੀਆਂ ਰੋਂਦੂ ਔਰਤਾਂ ਨਹੀਂ ਨੇ। ਜੀ, ਕਿਉਂਕਿ ਮੈਂ ਹੁਣ ਗੱਲ ਹੈ ਕਿ ਮੈਨੂੰ ਲੱਗਦਾ ਕਿ ਪੰਜਾਬੀ ਮਾਨਸਿਕਤਾ ਇਹ ਵੀ ਨਹੀਂ ਸਮਝ ਪਾਉਂਦੀ ਕਿ ਇਹ ਪੋਸੀਬਲ ਹੈ ਕਿ ਆਦਮੀ ਜਿਹੜਾ ਵੈ ਉਹ ਕਿਸੇ ਔਰਤ ਨੂੰ ਬੜਾ ਚਾਹਵੇ, ਉਹਨਾਂ ਦੋਵਾਂ ਵਿਚਕਾਰ ਦੋਸਤੀ ਵੀ ਹੋਵੇ, ਪਰ ਔਰਤ ਇਹ ਫੈਸਲਾ ਕਰੇ ਕਿ ਦੇਖ ਤੂੰ ਮੈਨੂੰ ਚੰਗਾ ਤੇ ਬੜਾ ਲੱਗਦਾ, ਪਰ ਮੈਂ ਤੈਨੂੰ ਪਤੀ ਦੇ ਤੌਰ ਤੇ ਨਹੀਂ ਸੋਚ ਸਕਦੀ। ਇਹ ਗੱਲ ਜਿਹੜੀ ਹੈ ਕਿ ਇੱਕ ਔਰਤ ਜਿਹੜੀ ਹੈ ਇਹ ਫੈਸਲਾ ਲੈ ਸਕਦੀ ਹੈ, ਇਹ ਗੱਲ ਬਹੁਤੇ ਪੰਜਾਬੀ, ਮਾਫ ਕਰਨਾ, ਮਰਦਾਂ ਤੇ ਉਹਨਾਂ 'ਚ ਮੈਂ ਲੇਖਕਾਂ ਨੂੰ ਵੀ ਸ਼ਾਮਿਲ ਕਰਦਾ, ਉਹਨਾਂ ਨੂੰ ਇਹ ਗੱਲ ਨਹੀਂ ਸਮਝ ਆਉਂਦੀ। ਉਹਨਾਂ ਨੂੰ ਇਹ ਜਿਹੜੀ ਸਾਡੇ ਅੰਦਰ ਇੱਕ ਪੈਟਰੀਆਰਕਲ, ਇੱਕ ਪਿਤਰੀ ਕਿਸਮ ਦੀ ਸੋਚ ਬੈਠੀ ਹੋਈ ਹੈ ਨਾ, ਜਿਹਦੇ 'ਚ ਇਹ ਖਾਨੇ 'ਚ ਨਹੀਂ ਜਮਾ ਹੁੰਦਾ ਕਿ ਔਰਤ ਜਿਹੜਾ ਹੈ ਆਪਣੇ ਫੈਸਲੇ ਵੀ ਲੈ ਸਕਦੀ, ਕਿ ਹਰ ਔਰਤ ਨੂੰ ਇਹ ਨਹੀਂ ਹੁੰਦਾ ਕਿ ਤੂੰ ਗੁੱਡੀਏ ਇੱਥੇ ਤੇਰਾ ਵਿਆਹ ਕਰਨਾ ਤੇ ਇੱਥੇ ਬਹਿ ਜਾ। ਉਹਦੇ ਕੋਲ ਨਾ ਕਰਨ ਦਾ ਜਾਂ ਆਪਣੀ ਚੋਣ ਕਰਨ ਦਾ ਹੱਕ ਵੀ ਹੁੰਦਾ। ਇਹ ਇੱਕ ਗੱਲ ਹੈ। ਮੈਨੂੰ ਲੱਗਦਾ ਕਿ ਇਹ ਗੱਲਾਂ ਵੀ ਜਿਹੜੀਆਂ ਮੈਂ ਕਦੀ ਲਿਟਰੇਚਰ 'ਚ ਲਿਆਂਦੀਆਂ, ਹੁਣ ਇਸ ਗੱਲ ਦੇ ਪਰਥਾਏ ਵੀ ਮੈਂ ਇੱਕ ਵੈਸੇ ਬਾਅਦ ਵਿੱਚ ਵੱਖਰਾ ਲੇਖ ਲਿਖਾਂਗਾ, ਕਿਉਂਕਿ ਉਹ ਹੋਰ ਗੱਲ ਹੈ, ਉਹ ਫਿਰ ਇੱਥੇ ਲੰਮੀ ਹੋ ਜਾਏਗੀ। ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਐਂਗਲ ਤੋਂ ਕਹਿਣਾ ਚਾਹੁੰਦਾ, ਜਿਹੜਾ ਥੋੜਾ ਜਿਹਾ ਮੈਨੂੰ ਕਹਿੰਦੇ ਨੇ ਲੱਗਦਾ ਹੈ ਕਿ ਫੋਡਰ ਫॉर ਥਾਟ ਜਾਂ ਸੋਚਣ ਲਈ ਚਾਰਾ, ਜਿਹਨੂੰ ਮੈਂ ਪੰਜਾਬੀ 'ਚ ਟਰਾਂਸਲੇਟ ਕਰਾਂ, ਕਿ ਦੇਖੋ ਗੱਲ ਹੈ ਕਿ ਅਸੀਂ ਕਿੰਨੇ ਜ਼ਿਆਦਾ ਮਰਦ ਪ੍ਰਧਾਨ ਸੋਚ ਦੇ ਲੋਕ ਹਾਂ। ਇੱਕ ਹੋਰ ਪੰਜਾਬੀ ਅਦਬ ਵਿੱਚ ਬੜਾ ਕਿੱਸਾ ਹੈ ਜਿਹਨੂੰ ਬੜਾ ਸੈਲੀਬ੍ਰੇਟ ਕੀਤਾ ਜਾਂਦਾ, ਉਹ ਹੈ ਅੰਮ੍ਰਿਤਾ ਜੀ ਤੇ ਸਾਹਿਰ ਦਾ ਕਿੱਸਾ। ਬਿਲਕੁਲ। ਅੰਮ੍ਰਿਤਾ ਜੀ ਨੇ ਆਪਣੇ ਪੈਸ਼ਨ ਬਾਰੇ, ਜਿਹੜਾ ਸਾਹਿਰ ਵੱਲ ਸੀ, ਉਹਦੇ ਬਾਰੇ ਖੁੱਲ ਕੇ ਆਪ ਲਿਖਿਆ ਹੋਇਆ। ਹੁਣ ਗੱਲ ਹੈ ਕਿ ਜੇ ਤੁਸੀਂ ਜਿਵੇਂ ਅੰਮ੍ਰਿਤਾ ਜੀ ਨੇ ਲਿਖਿਆ ਉਹਨੂੰ ਉਸ ਤਰ੍ਹਾਂ ਵੀ ਲਓ, ਤਾਂ ਉਹ ਹੈ ਕਿ ਅੰਮ੍ਰਿਤਾ ਜੀ ਜਿਹੜੇ ਨੇ ਉਹਨਾਂ ਨੂੰ ਸਾਹਿਰ ਜਿਹੜਾ ਬਹੁਤ ਹੀ ਚੰਗਾ ਲੱਗਦਾ, ਉਹਦੇ ਪਿੱਛੇ ਸਭ ਕੁਝ ਛੱਡ ਕੇ, ਈਵਨ ਇਮਰੋਜ਼ ਨੂੰ ਛੱਡ ਕੇ ਬੰਬਈ ਵੀ ਪਹੁੰਚਦੇ ਨੇ, ਪਰ ਫਿਰ ਵਾਪਸ ਆਉਂਦੇ ਨੇ। ਹੁਣ ਗੱਲ ਹੈ ਕਿ ਸਾਹਿਰ ਜਿਹੜਾ, ਔਰ ਸਾਹਿਰ ਦੀ ਜ਼ਿੰਦਗੀ ਵਿੱਚ ਉਹ ਤੇ ਨੋਨ ਵੀ ਨੇ, ਸੁਦਾ ਮਲਹੋਤਰਾ ਵੀ ਆਈ, ਸਾਹਿਰ ਨੇ ਮੁੜ ਕੇ ਕਦੀ ਵਿਆਹ ਨਹੀਂ ਕਰਾਇਆ, ਉਹਨਾਂ ਦੋਵਾਂ ਦਾ ਵੀ ਵਿਆਹ ਨਹੀਂ ਹੁੰਦਾ। ਹੁਣ ਗੱਲ ਹੈ ਕਿ ਉਹਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ, ਉਹ ਚਾਹਵੇ ਕਿ ਕਿਉਂਕਿ ਉਹਦੇ ਚਾਹਵੇ ਕਿ ਉਹਦੇ ਦੂਜੇ ਪਾਸੇ ਜਿਸ ਬੰਦੇ ਨੇ ਨਾ ਕਰ ਦਿੱਤੀ ਉਹ ਆਦਮੀ ਸੀ। ਬਿਲਕੁਲ। ਹੁਣ ਇੱਥੇ ਹੈ ਕਿ ਜੇ ਮੈਨੂੰ ਬਾਕੀ ਸਾਰੀਆਂ ਗੱਲਾਂ ਨੂੰ ਛੱਡ ਕੇ ਵੀ, ਬੜੇ ਸਾਰੇ ਲੋਕ ਅੱਜ ਸੁਣ ਰਹੇ ਹੋਣਗੇ ਜਿਨ੍ਹਾਂ ਨੇ ਲੇਖ ਨਹੀਂ ਪੜ੍ਹਿਆ, ਉਹ ਲੇਖ ਪੜ੍ਹਨਗੇ ਹੋਰ ਤਰ੍ਹਾਂ ਲੈਣਗੇ, ਪਰ ਮੈਂ ਹਾਲੇ ਉਹਨਾਂ ਲੋਕਾਂ ਵੱਲ ਮੁਖਾਤਬ ਹਾਂ ਜਿਨ੍ਹਾਂ ਨੇ ਲੇਖ ਨਹੀਂ ਪੜ੍ਹਿਆ। ਇੱਕ ਮਿੰਟ ਲਈ ਫਰਜ਼ ਵੀ ਕਰੋ ਕਿ ਸ਼ਿਵ ਨੂੰ ਅਨੂ ਬਹੁਤ ਚੰਗੀ ਲੱਗੀ ਸੀ, ਅਨੂ ਨੂੰ ਸ਼ਿਵ ਚੰਗਾ ਤੇ ਲੱਗਦਾ ਸੀ, ਪਰ ਉਹਨਾਂ ਚੰਗਾ ਨਹੀਂ ਸੀ ਲੱਗਦਾ ਜਿੰਨਾ ਕਿ ਕਿਸੇ ਨੂੰ ਪਤੀ ਬਣਾਉਣ ਵਾਸਤੇ ਲੱਗਣਾ ਚਾਹੀਦਾ ਹੈ, ਤੇ ਉਹਦੇ ਕੋਲ ਕੋਈ ਹੱਕ ਨਹੀਂ ਸੀ ਕਿ ਉਹ ਨਾ ਕਰਦੇ। ਤੇ ਜੇ ਸ਼ਿਵ ਦੀ ਉਹ ਜਿਹੜੀ ਇੱਕ ਪਾਸੜ ਮੁਹੱਬਤ ਹੈ, ਉਹਦੇ 'ਚ ਇੰਨੀ ਵੇਦਨਾ ਹੋ ਗਈ, ਜਿਹੜੀ ਕਿ ਮੇਰੀ ਆਪਣੀ ਨਿੱਜੀ ਰਾਏ ਹੈ ਕਿ ਸਾਰੀ ਕਵਿਤਾ ਅਨੂ ਬਾਰੇ ਨਹੀਂ ਹੈ, ਕੁਝ ਕਵਿਤਾਵਾਂ ਉਹਨਾਂ ਬਾਰੇ, ਕੁਝ ਕਵਿਤਾਵਾਂ ਕੁਝ ਹੋਰ ਲੋਕਾਂ ਬਾਰੇ ਵੀ, ਪਰ ਉਹਦੇ 'ਚ ਨਾ ਜਾਂਦੇ ਹੋਏ ਜੇ ਮੈਂ ਮੰਨ ਕੇ ਵੀ ਤੁਰਾਂ ਕਿ ਸਾਰੀ ਦੀ ਸਾਰੀ ਕਵਿਤਾ ਅਨੂ ਬਾਰੇ ਹੈ, ਤੇ ਤਾਂ ਵੀ ਇਹ ਹੈ ਕਿ ਉਹ ਤੇ ਫਿਰ ਸ਼ਿਵ ਦੇ ਜਜ਼ਬਾਤੀ ਹੋਣ ਨੂੰ ਸੈਲੀਬ੍ਰੇਟ ਕਰਦੀ ਕਵਿਤਾ ਹੈ ਨਾ। ਉਹਦੇ 'ਚ ਅਨੂ ਨੂੰ ਇੱਕ ਜਿਹਨੂੰ ਕਹਿੰਦੇ ਨੇ ਭੈੜੇ ਦਿਲ ਵਾਲੀ ਜਾਂ ਨਾ ਕਰ ਦੇਣ ਵਾਲੀ, ਇਹਨੂੰ ਹੁਣ ਨਾ ਮੈਂ ਦੇਵਦਾਸ ਸਿੰਡਰੋਮ ਵੀ ਕਹਿੰਦਾ ਜਿਹੜਾ ਸਾਡਾ ਹੈ। ਤੁਸੀਂ ਜਿਹੜਾ ਦੇਵਦਾਸ ਸਿੰਡਰੋਮ ਹੈ, ਇਸ ਤਰ੍ਹਾਂ ਕਹਿੰਦਾ ਕਿ ਦੇਵਦਾਸ ਬੜੀ ਮਸ਼ਹੂਰ ਕਿਤਾਬ ਹੈ, ਬਹੁਤੇ ਲੋਕਾਂ ਨੂੰ ਪਤਾ ਹੀ ਹੁੰਦੀ ਹੈ ਕਿ ਕਿਵੇਂ ਸ਼ਰਤ ਚੰਦਰ ਨੇ ਸੈਲੀਬ੍ਰੇਟ ਕੀਤਾ ਇੱਕ ਆਦਮੀ
ਜਿਹੜਾ ਪਹਿਲਾਂ ਪਾਰੋ ਨੂੰ ਫਿਰ ਚੰਦਰਮੁਖੀ ਨੂੰ ਤੇ ਮੁੜ ਕੇ ਆਪਣੀ ਜ਼ਿੰਦਗੀ ਗਾਲ ਦਿੰਦਾ। ਇੱਕ ਪੈਰਲਲ ਜਿਹਾ ਮੈਂ ਤਾਂ ਸਿਰਜ ਰਿਹਾ ਵਾਂ ਕਿ ਇਹ ਸਮਝਣ ਦੀ ਲੋੜ ਹੈ ਕਿ ਆਦਮੀ ਜਿਹੜਾ ਵੈ ਉਹ ਕਈ ਵਾਰੀ ਤੁਸੀਂ ਆਪਣੇ ਇੱਕ ਪਿਛੋਕੜ ਦੀ ਪੈਦਾਇਸ਼ ਹੁੰਦੇ ਹੋ ਕਿ ਤੁਹਾਡੇ ਕੋਲੋਂ ਨਾ ਵੀ ਨਹੀਂ ਸੁਣੀ ਜਾਂਦੀ। ਇੱਕ ਰਿਜੈਕਸ਼ਨ ਗੱਲ ਲੈਣ ਨੂੰ ਤਿਆਰ ਨਹੀਂ ਹੈਗੇ। ਹਾਂ, ਔਰ ਇਹਦੇ ਚ ਨਾ ਇਹ ਗੱਲ ਸਿਰਫ ਮੈਂ ਸ਼ਿਵ ਦੀ ਨਹੀਂ ਕਰ ਰਿਹਾ, ਇਹ ਗੱਲ ਜਦੋਂ ਮੈਂ ਕਰ ਰਿਹਾ ਤੇ ਮੈਂ ਜ਼ਰਾ ਸੋਚ ਰਿਹਾ ਕਿਉਂਕਿ ਪਿੱਛੇ ਜੇ ਪਤਾ ਨਹੀਂ ਤੁਹਾਡੇ ਲੋਕਾਂ ਚ ਕੈਨੇਡਾ ਚ ਵੀ ਪਹੁੰਚੀ ਹੋਣੀ ਹੈ, ਕਬੀਰ ਨਾਂ ਦੀ ਫਿਲਮ ਆਈ ਸੀ ਜਿਹਦੇ ਸ਼ਾਹਿਦ ਕਪੂਰ ਸੀ। ਉਹ ਮੈਨੂੰ ਬੜੀ ਦਕੀਆ ਨੂੰ ਸੀ ਲੱਗੀ ਕਿਉਂਕਿ ਉਹਦੇ ਚ ਹੈ ਹੀ ਹੈ ਕਿ ਬੰਦਾ ਜਿਹੜਾ ਹੈ ਉਹ ਪਾਗਲ ਹੀ ਹੋ ਜਾਂਦਾ ਹੈ, ਕਿਉਂਕਿ ਜਿਹੜੀ ਕੁੜੀ ਨੂੰ ਮੁਹੱਬਤ ਕਰਦਾ ਹੈ ਉਹਨੂੰ ਸ਼ੁਰੂ ਚ ਤਾਂ ਕਰਦੀ ਹੈ, ਬਾਅਦ ਵਿੱਚ ਉਹ ਕਹਿੰਦੀ ਕਿ ਨਹੀਂ ਤੂੰ ਮੇਰੇ ਲਈ ਮਾਫਕ ਨਹੀਂ ਹੈ। ਉਹ ਡਰੱਗਸ ਲੈਣੇ ਸ਼ੁਰੂ ਕਰਦਾ ਹੈ, ਉਹ ਆਪਣੇ ਕੱਪੜੇ ਪਾੜਨੇ ਸ਼ੁਰੂ ਕਰਦਾ ਹੈ। ਔਰ ਮੈਨੂੰ ਲੱਗਾ ਕਿ 2020 ਚ ਜਾਂ 2019 ਚ ਇਹੋ ਜਿਹੀ ਫਿਲਮ ਦਾ ਆਣਾ ਮੈਨੂੰ ਬੜਾ ਦਕੀਆ ਨੂੰ ਸੀ ਲੱਗਾ। ਮੈਨੂੰ ਲੱਗਾ ਕਿ ਆਪਣੇ ਆਪ ਚ ਅਸੀਂ ਕਈ ਵਾਰੀ ਸੋਚਦੇ ਰਹੇ ਹਾਂ ਕਿ ਇਸ ਕਿਸਮ ਦਾ ਅਬਸੈਸ਼ਨ ਅਸਲ ਚ ਐਂਟੀ ਵੂਮਨ ਜਾਂ ਔਰਤਾਂ ਦੇ ਖਿਲਾਫ ਵੀ ਹੈ, ਕਿਉਂਕਿ ਚਾਹੇ ਹੋਵੇ ਔਰਤ ਚਾਹੇ ਹੋਵੇ ਮਰਦ, ਆਪਣਾ ਸਾਥ ਚੁਣਨਾ ਔਰ ਨਾ ਕਰਨ ਦਾ ਹੱਕ ਹਰ ਇੱਕ ਦਾ ਬਰਾਬਰ ਹੁੰਦਾ। ਹੁਣ ਤੁਹਾਡਾ ਮੈਂ ਕੁਝ ਜ਼ਿਆਦਾ ਲੰਮਾ ਜਵਾਬ ਦੇ ਦਿੱਤਾ ਵੈ। ਪਰ ਇਹ ਜਿਹੜੀ ਤੁਸੀਂ ਫਿਲਮ ਦੀ ਵੀ ਗੱਲ ਕੀਤੀ ਹੈਗੀ ਆ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਆਉਂਦੀਆਂ ਰਹਿੰਦੀਆਂ, ਦੇਖਣ ਨੂੰ ਮਿਲਦੀਆਂ। ਪਰ ਇੱਕ ਥੋੜ੍ਹਾ ਜਿਹਾ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੇ ਮਦਰ ਨੇ ਇਹ ਗੱਲ ਲਿਖੀ ਸੀ ਉਸ ਲੇਖ ਦੇ ਵਿੱਚ ਜਿਹੜਾ ਬਿਨਾਂ ਨਾਮ ਸ਼ਿਵ ਦੇ ਲਈ ਲਿਖਿਆ ਗਿਆ ਸੀ, ਜਾਂ ਸ਼ਿਵ ਵੱਲ ਉਹਨਾਂ ਨੇ ਮੁਖਾਤਿਬ ਕੀਤਾ ਸੀ। ਉਸ ਤੋਂ ਕਈ ਸਾਲ ਬਾਅਦ ਉਹਨਾਂ ਨੇ ਤੁਹਾਡੇ ਨਾਲ, ਜਦੋਂ ਤੁਹਾਨੂੰ ਪੂਰੀ ਸੋਝੀ ਆ ਗਈ, ਉਹਨਾਂ ਨੇ ਇਹ ਗੱਲ ਕਹੀ ਕਿ ਸ਼ਿਵ ਡਿਪਰੈਸਡ ਸੀ, ਡਿਪਰੈਸ਼ਨ ਸੀ। ਇਹ ਜਿਹੜੀਆਂ ਗੱਲਾਂ ਦਾ ਤੁਸੀਂ ਜ਼ਿਕਰ ਕਰਕੇ ਹਟਿਓ ਕਿ ਫਿਲਮ ਦੇ ਵਿੱਚ ਵੀ ਉਹ ਚੀਜ਼ ਦੇਖੀ ਹੈ, ਕਈ ਵਾਰ ਤਾਂ ਇਹ ਚੀਜ਼ਾਂ ਲੱਗਦੀਆਂ ਕਿ ਇਹ ਸ਼ਾਇਦ ਮਾਨਸਿਕ ਰੋਗੀ ਹੋਣ ਦੀ ਨਿਸ਼ਾਨੀ ਹੈਗੀਆਂ ਇਹ ਸਾਰੀਆਂ ਚੀਜ਼ਾਂ। ਪਰ ਉਹ ਅਸੀਂ ਦੂਸਰੇ ਐਂਗਲ ਤੋਂ ਇਹ ਵੀ ਸੋਚ ਲੈਂਦੇ ਹਾਂ ਕਿ ਵੀ ਆਦਮੀ ਔਰਤ ਵਾਲਾ ਜਿਹੜਾ ਮਸਲਾ ਹੈ ਕਿ ਆਦਮੀ ਔਰਤ ਵੱਲੋਂ ਰਿਜੈਕਸ਼ਨ ਨਹੀਂ ਚੱਲ ਰਿਹਾ। ਹੁਣ ਪੂਰੀ ਦੁਨੀਆ ਜਾਂ ਜਿਨ੍ਹਾਂ ਲੋਕਾਂ ਨੇ ਸ਼ਿਵ ਨੂੰ ਪੜ੍ਹਿਆ ਜਾਂ ਜਿਨ੍ਹਾਂ ਨੇ ਸ਼ਿਵ ਬਾਰੇ ਲਿਖਿਆ ਗਿਆ ਪੜ੍ਹਿਆ, ਉਹ ਇਹੀ ਗੱਲ ਮੰਨ ਕੇ ਚੱਲ ਰਹੇ ਆ। ਜੇ ਸਿੱਧੀ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਇੱਕ ਕੁੜੀ ਸੀ ਸ਼ਿਵ ਨੂੰ ਧੋਖਾ ਦੇ ਗਈ, ਇੱਕ ਕੁੜੀ ਸੀ ਸ਼ਿਵ ਨੂੰ ਧੋਖਾ ਦੇ ਗਈ, ਜ਼ਿਆਦਾ ਸਿੱਧੀ ਸਪਾਟ ਪੰਜਾਬੀ ਦੇ ਵਿੱਚ ਆਹੀ ਗੱਲ ਜਿਹੜੀ ਉਹ ਸਾਹਮਣੇ ਆਉਂਦੀ ਹੈ। ਸ਼ਾਇਦ ਬਿਲਕੁਲ ਪੰਜਾਬੀ ਦੇ ਪਾਠਕਾਂ ਦੇ ਲਈ ਜਾਂ ਸ਼ਿਵ ਨੂੰ ਚਾਹੁਣ ਵਾਲਿਆਂ ਦੇ ਲਈ ਇੱਕ ਨਵਾਂ ਪਰਸਪੈਕਟਿਵ ਹੋ ਸਕਦਾ, ਨਵਾਂ ਨਜ਼ਰੀਆ ਹੋ ਸਕਦਾ ਸੋਚਣ ਦਾ, ਦੇਖਣ ਦਾ। ਇਹ ਗੱਲ ਮੈਂ ਨਵਜੋਤ ਜੀ, ਮੇਰਾ ਖਿਆਲ ਹੈ ਕਿ ਮੈਂ, ਹਾਲਾਂਕਿ ਜਦੋਂ ਮੈਂ ਲੇਖ ਲਿਖਿਆ ਤਾਂ ਕੋਈ ਮੇਰੀ ਇਹ ਡਾਇਰੈਕਟ ਕੋਸ਼ਿਸ਼ ਨਹੀਂ ਸੀ, ਪਰ ਮੈਂ ਜਦੋਂ ਆਪਣੇ ਆਲੇ ਦੁਆਲੇ ਜੋ ਕੁਝ ਵਾਪਰਦਾ ਹੈ ਤੇ ਜਦੋਂ ਮੈਂ ਦੇਖਦਾ ਤੇ ਮੈਂ ਜੋ ਕਹਿਣ ਦੀ ਗੱਲ ਕੋਸ਼ਿਸ਼ ਕਰਦਾ ਤੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਇੱਕ ਸਬ ਟੈਕਸਟ ਹੁੰਦਾ ਹੈ। ਸਿਰਫ ਮੈਂ ਥੋੜਾ ਜਿਹਾ ਪਿਛਾਂ ਜਾ ਕੇ ਤੁਹਾਨੂੰ ਇੱਕ ਗੱਲ ਕਹਿਣੀ ਹੈ, ਮੈਂ ਤੁਹਾਡੇ ਨਾਲ ਥੋੜਾ ਜਿਹਾ ਆਪਣਾ ਮਤਭੇਦ ਜ਼ਾਹਰ ਕਰਨਾ। ਤੁਸੀਂ ਜਦੋਂ ਡਿਪਰੈਸ਼ਨ ਦੀ ਗੱਲ ਕੀਤੀ, ਤੁਸੀਂ ਲਫ਼ਜ਼ ਮਾਨਸਿਕ ਰੋਗ ਵਰਤਿਆ। ਮੈਂ ਪੁਆਇੰਟ ਆਊਟ ਕਰਾਂਗਾ ਕਿ ਡਿਪਰੈਸ਼ਨ ਨੂੰ ਮਾਨਸਿਕ ਰੋਗ ਨਾ ਮੰਨੀਏ, ਕਿਉਂਕਿ ਹਿੰਦੁਸਤਾਨ 'ਚ ਅੱਧੀ ਪ੍ਰੋਬਲਮ ਇਹ ਹੈ ਕਿ ਡਿਪਰੈਸ਼ਨ ਨੂੰ ਮਾਨਸਿਕ ਰੋਗ ਮੰਨਿਆ ਜਾਂਦਾ, ਇੱਕ ਮਾਨਸਿਕ ਅਵਸਥਾ ਹੈ। ਕਿਉਂਕਿ ਅਸੀਂ ਨਾ ਬਹੁਤ ਜ਼ਿਆਦਾ, ਮੈਨੂੰ ਲੱਗਦਾ ਹੈ ਕਿ ਖੈਰ ਜਦੋਂ ਦੀ ਸ਼ਿਵ ਦੀ ਗੱਲ ਹੋ ਰਹੀ ਹੈ ਉਸ ਜ਼ਮਾਨੇ 'ਚ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਕੀ ਡਿਪਰੈਸ਼ਨ ਹੁੰਦਾ, ਪਰ ਸਾਡੇ ਮੁਆਸ਼ਰੇ 'ਚ, ਸਾਡੇ ਸਮਾਜ 'ਚ ਸਾਡੇ ਇਹ ਪ੍ਰੋਬਲਮ ਹੈ ਵੈ ਕਿ ਡਿਪਰੈਸ਼ਨ ਦੀ ਸਮਝ ਨਹੀਂ ਹੁੰਦੀ ਲੋਕਾਂ ਨੂੰ ਤੇ ਉਹਨੂੰ ਛੁਪਾਇਆ ਜਾਂਦਾ। ਅਸਲ ਵਿੱਚ ਡਾਕਟਰੀ ਮਦਦ ਲੈਣ ਦੀ ਲੋੜ ਹੁੰਦੀ ਹੈ। ਸੋ ਮੈਂ ਤਾਂ ਹੈ ਕਿ ਮੈਂ ਜ਼ਰਾ ਗੱਲ ਵੱਖਰੀ ਕਰ ਦਿੱਤੀ, ਇਹ ਰੋਗ ਨਹੀਂ ਹੈ, ਇੱਕ ਮਾਨਸਿਕ ਅਵਸਥਾ ਹੈ ਜਿਹਦਾ ਇਲਾਜ ਹੋ ਸਕਦਾ। ਇਹਨੂੰ ਸਮਝਣ ਦੀ ਲੋੜ ਹੈ ਕਿਉਂਕਿ ਸਾਡੇ ਘਰਾਂ 'ਚ ਵੀ ਹੋ ਸਕਦੀ ਹੈ। ਜੀ ਬਿਲਕੁਲ, ਇਹ ਗੱਲ ਤੇ ਮੈਂ ਤੁਹਾਡੇ ਨਾਲ ਐਗਰੀ ਕਰਦੀ ਹਾਂ ਟੂ ਸਮ ਐਕਸਟੈਂਟ, ਕਿਉਂਕਿ ਜਦੋਂ ਮੈਂਟਲ ਇਲਨੈਸ ਦੇ ਇਸ਼ੂਜ਼ ਆਉਂਦੇ ਆ ਉਹਨਾਂ ਦਾ ਵੀ ਦਾਇਰਾ ਬਹੁਤ ਵੱਡਾ ਹੋ ਜਾਂਦਾ, ਬਹੁਤ ਵੱਡਾ ਦਾਇਰਾ ਹੋ ਜਾਂਦਾ। ਮੁੜ ਕੇ ਆਪਾਂ ਗੱਲ ਕਰਦੇ ਹਾਂ ਅਨੂ ਤੇ ਸ਼ਿਵ ਦੀ, ਉਸ ਲੇਖ ਦੁਆਰੇ, ਕਿਉਂਕਿ ਆਪਣੀਆਂ ਗੱਲਾਂ ਘੁੰਮ ਰਹੀਆਂ ਹੁਣ ਅਨੂ ਦੇ ਐਂਗਲ ਤੋਂ, ਕਿਉਂਕਿ ਅਨੂ ਦੇ ਨਾਲ ਤੁਸੀਂ ਖੁੱਲ੍ਹ ਕੇ ਗੱਲਬਾਤ ਕੀਤੀ, ਉਹ ਤੁਹਾਡੀ ਮਾਸੀ ਸੀ। ਇੱਕ ਲੈਵਲ ਉਹ ਆ ਗਿਆ, ਜਿਸ ਤਰ੍ਹਾਂ ਤੁਸੀਂ ਲੇਖ ਦੇ ਵਿੱਚ ਮੈਂਸ਼ਨ ਕੀਤਾ, ਜਦੋਂ ਤੁਹਾਡਾ ਉਹ ਮਾਸੀ ਭਾਣਜੇ ਵਾਲਾ ਰਿਸ਼ਤਾ ਘਟ ਕੇ ਜ਼ਿਆਦਾ ਜਿਹੜਾ ਫਰੈਂਡਲੀ ਰਿਸ਼ਤਾ ਹੋ ਗਿਆ, ਜਾਂ ਤੁਸੀਂ ਇੱਕ ਦੂਸਰੇ ਨੂੰ ਜ਼ਿਆਦਾ ਸਮਝਣ ਲੱਗ ਗਏ, ਖੁੱਲ੍ਹ ਕੇ ਮੌਕਾ ਮਿਲਿਆ ਅਨੂ ਦੇ ਨਾਲ ਗੱਲਾਂ ਕਰਨ ਦਾ। ਸੋ ਜੋ ਕੁਝ ਇਹ ਸਾਡੇ ਪੰਜਾਬੀ ਪਾਠਕਾਂ ਦੇ ਵਿੱਚ, ਪੰਜਾਬੀ ਸਾਹਿਤਕ ਦਾਇਰੇ ਦੇ ਵਿੱਚ ਇਹ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਸਨ ਜਾਂ ਵਾਪਰ ਰਿਹਾ ਸੀ, ਅਨੂ ਨੂੰ ਕਿੰਨਾ ਕੁ ਆਈਡੀਆ ਸੀ ਇਹਦੇ ਬਾਰੇ? ਅਨੂ ਨੂੰ ਇਹਦੇ ਬਾਰੇ ਬਿਲਕੁਲ ਹੀ ਕੋਈ ਆਈਡੀਆ ਨਹੀਂ ਸੀ, ਬਿਲਕੁਲ ਵੀ। ਉਹਦਾ ਮੈਂ ਲੇਖ 'ਚ ਵੀ ਜ਼ਿਕਰ ਕੀਤਾ। ਗੱਲ ਹੈ ਕਿ ਇਹ 2001 ਦੇ ਕਰੀਬ ਦੀ ਗੱਲ ਹੈ। ਦੇਖੋ ਇੱਥੇ ਮੈਂ ਥੋੜਾ ਜਿਹਾ ਵੀ ਦੱਸਾਂ ਕਿ 60 ਵਿੱਚ ਅਨੂ ਮਾਸਕੋ ਪੜ੍ਹਨ ਚਲੇ ਗਏ। 65 ਵਿੱਚ ਉਹ ਪੜ੍ਹ ਕੇ ਮਾਸਕੋ 'ਚ, ਉਹਨਾਂ ਆਪਣੇ ਆਖਰੀ ਸਾਲ 'ਚ ਰਾਉਲ ਉਹਨਾਂ ਦੇ ਪਤੀ ਦਾ ਨਾਂ ਸੀ ਜਿਹਦੇ ਨਾਲ ਵਿਆਹ ਕਰਾਇਆ, ਉਹ ਵੈਨੇਜ਼ੁਏਲਾ ਚਲੇ ਗਏ।
ਔਰ 65 ਦੀ ਅਕਤੂਬਰ ਵਿੱਚ ਉਹ ਆਪਣਾ ਪਹਿਲਾ ਬੱਚਾ ਪੈਦਾ ਕਰਨ ਲਈ ਪ੍ਰੀਤਨਗਰ ਆਏ 65 ਵਿੱਚ। ਔਰ ਉਸ ਤੋਂ ਬਾਅਦ ਉਹਨਾਂ ਦੇ 3 ਬੱਚੇ ਨੇ, ਔਰ ਤਿੰਨਾਂ ਦੇ ਵਿੱਚ 4 ਸਾਲਾਂ 'ਚ 3 ਬੱਚੇ ਉਹਨਾਂ ਦੇ ਹੋ ਰਹੇ, ਜਿਹਨਾਂ 'ਚ ਸਿਰਫ ਇੱਕ ਬੱਚਾ ਹੀ ਵੈਨੇਜ਼ੁਏਲਾ ਪੈਦਾ ਹੋਇਆ, ਦੂਸਰਾ ਬੱਚਾ ਫਿਰ ਇੰਡੀਆ ਹੋਇਆ। ਉਹ ਤਕਰੀਬਨ ਹਰ ਸਾਲ ਉਦੋਂ ਆਉਂਦੇ ਸਨ। 2 ਜਣੇਪੇ ਉਹਨਾਂ ਨੇ ਇੱਥੇ ਕੱਢੇ। ਹੁਣ ਗੱਲ ਇਹ ਵੇ ਕਿ 68 ਵਿੱਚ ਸ਼ਿਵ ਹੋਰਾਂ ਦਾ ਵੀ ਅਰੁਣਾ ਨਾਲ ਵਿਆਹ ਹੋ ਗਿਆ। ਓਕੇ ਜੀ। ਔਰ ਇਹ ਵਕਫਾ ਬਹੁਤਾ ਲੰਮਾ ਨਹੀਂ ਹੈ, ਕਿਉਂਕਿ 65 'ਚ ਅਨੂ ਦਾ ਵਿਆਹ ਹੁੰਦਾ ਹੈ, 68 ਸ਼ਿਵ ਦਾ ਵਿਆਹ ਹੁੰਦਾ ਹੈ, 73 ਸ਼ਿਵ ਹੋਰੀ ਪੂਰੇ ਵੀ ਹੋ ਜਾਂਦੇ ਨੇ। 65 ਤੋਂ 73 ਦਾ ਜਿਹੜਾ 7 ਸਾਲ ਦਾ 8 ਸਾਲ ਦਾ ਵਕਫਾ ਹੈ, ਉਹਦੇ ਵਿੱਚ ਕਦੀ ਵੀ ਸ਼ਿਵ ਹੋਰੀ ਸਾਡੇ ਘਰ ਆਉਂਦੇ ਰਹੇ, ਕਦੀ ਇਹ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਮੇਰੇ ਸਾਹਮਣੇ, ਘੱਟੋ ਘੱਟ ਨਹੀਂ, ਕਿ ਉਹਨਾਂ ਨੇ ਮੇਰੇ ਅੰਮੀ ਨੂੰ ਪੁੱਛਿਆ ਵੀ ਹੋਇਆ ਕਿ ਸੁਣਿਆ ਅਨੂ ਆਈ ਹੋਈ, ਔਰ ਅਨੂ ਮਾਸੀ ਜਦੋਂ ਆਉਂਦੇ ਸਨ 6-6 ਮਹੀਨੇ ਰਹਿ ਕੇ ਜਾਂਦੇ ਸਨ, ਕਿਉਂਕਿ ਆਈ ਮੀਨ ਜਣੇਪਾ ਕੱਟਣ ਦਾ ਮਤਲਬ ਕੀ ਹੁੰਦਾ, ਤੁਸੀਂ ਬਾਹਰੋਂ ਆਏ ਹੋ, ਤੁਸੀਂ ਬੱਚਾ ਪੈਦਾ ਕੀਤਾ, ਫਿਰ ਉਹ ਬੱਚਾ ਥੋੜਾ 3-4 ਮਹੀਨੇ ਦਾ ਹੁੰਦਾ, ਜਾਂਦੇ ਹੋ, ਤੇ ਬੜੇ ਲੰਮੀਆਂ ਫੇਰੀਆਂ ਹੁੰਦੀਆਂ ਸਨ। ਅਨੂ ਮਾਸੀ, ਮੈਨੂੰ ਇਹ ਵੀ ਚੇਤੇ ਹੈ ਕਿ 2 ਵਾਰੀ ਬੰਬਈ ਵੀ ਵਿੱਚ ਕਰ ਗਏ। ਉਹਦੀ ਬੜੀ ਕਲੋਜ਼ ਫਰੈਂਡ, ਉਹ ਮੇਰਾਡਾ ਹਾਊਸ ਦਿੱਲੀ ਦੇ ਪੜ੍ਹੇ ਹੋਏ ਸਨ, ਤੇ ਉਹਨਾਂ ਦੀ ਕਲੋਜ਼ ਫਰੈਂਡ ਉੱਥੇ ਬੰਬਈ ਰਹਿੰਦੀ ਹੁੰਦੀ ਸੀ, ਉਹਨੂੰ ਮਿਲਣ ਵੀ 2 ਵਾਰੀ, ਸ਼ਾਇਦ ਕਾਮਿਨੀ ਉਹਦਾ ਨਾਂ ਸੀ, ਗਏ ਸਨ। ਕਦੀ ਅਨੂ ਮਾਸੀ ਨੇ ਤੇ ਮੇਰੇ ਨਾਲ ਕੀ ਜ਼ਿਕਰ ਕਰਨਾ ਸੀ, ਪਰ ਸ਼ਿਵ ਹੋਰੀ ਤੇ ਰੈਗੂਲਰਲੀ ਆਉਂਦੇ ਸਨ, ਕਦੀ ਨਹੀਂ ਗੱਲ ਕੀਤੀ। ਔਰ ਮੈਂ ਜਿਹੜਾ ਮੈਂ ਥੋੜਾ ਜਿਹਾ ਆਰਟੀਕਲ ਜ਼ਿਕਰ ਕੀਤਾ ਹੈ ਕਿ ਐਕਚੁਅਲੀ ਮੇਰੇ ਜ਼ਿਹਨ 'ਚ ਜਿਹੜੀਆਂ ਗੱਲਾਂ ਬੈਠੀਆਂ ਹੋਈਆਂ ਉਹ ਹੈ ਕਿ ਮੇਰੀ ਮਾਂ ਸ਼ਿਵ ਨੂੰ ਜਿਹੜੇ ਉਹਨਾਂ ਦੇ ਛੋਟੇ ਮੋਟੇ ਅਫੇਅਰਸ ਦੀਆਂ ਕੰਸੂਆਂ ਲੋਕਾਂ ਤੱਕ ਪਹੁੰਚਦੀਆਂ ਸਨ। ਮੇਰੀ ਮਾਂ ਸਾਹਿਤ ਨਾਲ ਜੁੜੀ ਹੋਈ ਸੀ, ਸ਼ਿਵ ਹੋਰੀ ਘਰ ਆਉਂਦੇ ਸਨ, ਤੇ ਮਾਂ ਮੇਰੀ ਝਿੜਕਾਂ ਬਹੁਤ ਦਿੰਦੀ ਸੀ ਕਿ ਸ਼ਿਵ ਤੂੰ ਥੋੜਾ ਜਿਹਾ, ਹੁਣ ਜਿਹਨੂੰ ਕਹਿੰਦੇ ਸੰਭਲ, ਇੱਕ ਉਹਨਾਂ ਨੂੰ ਨਾ ਅਰੁਣਾ ਦਾ ਵੀ ਬੜਾ ਆਉਂਦਾ ਸੀ ਕਿ ਅਰੁਣਾ ਵੱਲ ਧਿਆਨ ਦੇ, ਯੂ ਸੀ। ਹੁਣ ਗੱਲ ਐ ਵੇ ਕਿ 73 'ਚ ਸ਼ਿਵ ਪੂਰੇ ਹੋ ਜਾਂਦੇ ਨੇ। 73 ਤੋਂ ਬਾਅਦ ਇੱਕ ਲੰਬਾ ਦੌਰ ਹੈ ਜਦੋਂ ਮੈਂ ਖੁਦ ਪਹਿਲਾਂ ਪੜ੍ਹ ਰਿਹਾ ਸੀ ਮਾਸਕੋ, ਫਿਰ 80ਵਿਆਂ ਦੇ ਦੌਰ ਵਿੱਚ ਮੈਂ ਮਾਸਕੋ ਕੰਮ ਕਰਦਾ ਰਿਹਾ। ਮੇਰੀਆਂ ਮੁਲਾਕਾਤਾਂ ਅਨੂ ਮਾਸੀ ਨਾਲ ਕਦੀ ਕਦਾਈ ਹੋਈਆਂ, ਕਿਉਂਕਿ ਉਹ ਇੱਕ ਮੁਲਕ 'ਚ ਰਹਿੰਦੇ ਸਨ, ਮੈਂ ਦੂਜੇ 'ਚ ਰਹਿੰਦਾ ਸੀ। ਜਦੋਂ ਹਿੰਦੁਸਤਾਨ ਉਹ ਆਉਂਦੇ ਸਨ, ਮੈਂ ਨਹੀਂ ਸੀ ਹੁੰਦਾ। ਪਰ 90ਵਾਂ ਤੋਂ ਸਾਡੀਆਂ ਮੁਲਾਕਾਤਾਂ ਸ਼ੁਰੂ ਹੁੰਦੀਆਂ। 95 'ਚ ਮੈਂ ਵੈਨੇਜ਼ੁਏਲਾ ਗਿਆ, 98 'ਚ ਵੀ ਮੈਂ ਵੈਨੇਜ਼ੁਏਲਾ ਗਿਆ। ਔਰ ਹੁਣ ਇੱਥੇ ਇਹ ਵੀ ਤੁਹਾਨੂੰ ਦੱਸਾਂ ਕਿ ਅਨੂ ਮਾਸੀ ਬਿਲਕੁਲ ਜਿਹਨੂੰ ਕਹਿੰਦੇ ਨੇ ਨਾ 24 ਸਾਲ ਦੀ ਉਮਰ ਤੋਂ ਹਿੰਦੁਸਤਾਨ ਛੱਡ ਕੇ ਜਾ ਚੁੱਕੇ ਸਨ। ਉਹਨਾਂ 84 ਸਾਲ ਦੀ ਉਮਰ 'ਚ ਉਹਨਾਂ ਦੀ ਮੌਤ ਹੋਈ ਹੈ। ਆਪਣੀ ਉਮਰ ਦੇ 60 ਸਾਲ ਉਹਨਾਂ ਨੇ ਪੱਛਮ 'ਚ ਗੁਜ਼ਾਰੇ। 24 ਪਹਿਲੇ ਸਾਲਾਂ ਤੋਂ ਬਾਅਦ ਹਿੰਦੁਸਤਾਨ ਤੋਂ ਕਦੀ ਰਹੇ ਨਹੀਂ। ਆਪਣੇ ਮਾਨਸਿਕ ਵਤੀਰੇ ਤੋਂ, ਆਪਣੇ ਸੋਚਣ ਢੰਗ ਤੋਂ, ਜੇਕਰ ਮੈਨੂੰ ਵੈਸੇ ਲੱਗਦਾ ਕਿ ਮੇਰੀ ਮਾਂ ਵੀ ਬੜੀ ਖੁੱਲ੍ਹ ਖਿਆਲਾ ਔਰਤ ਸੀਗੀ, ਯੂ ਨੋ, ਮਤਲਬ ਪਰ ਕਿਉਂਕਿ ਗੁਰਬਖਸ਼ ਸਿੰਘ ਦੇ ਸਾਰੇ ਖਾਨਦਾਨ 'ਚ ਇਹ ਸੀਗਾ ਕਿ ਲਵ ਮੈਰਿਜਸ ਹੁੰਦੇ ਆ। 80 ਸਾਲ ਹੋ ਗਏ ਨੇ, ਮਤਲਬ ਜਿਹੜੀਆਂ ਇਕੱਲੀ ਲੋਕਾਂ ਦੀ ਗੱਲਾਂ ਨਹੀਂ ਸੀ ਸੁਣੀਆਂ ਹੋਈਆਂ। ਪਰ ਉਸ ਮਾਹੌਲ 'ਚ ਪਲੀ ਹੋਈ ਅਨੂ ਜਦੋਂ ਬਾਹਰ ਪਹੁੰਚਦੀ ਹੈ ਤੇ ਅਨੂ ਬਿਲਕੁਲ ਹੀ ਜਿਹਨੂੰ ਕਹਿੰਦੇ ਨੇ ਇੱਕ ਫਰਕ ਪਰਸਨੈਲਿਟੀ ਬਣ ਜਾਂਦੀ ਹੈ। ਮੈਨੂੰ ਲੱਗਦਾ ਕਿਸੇ ਹੱਦ ਤੱਕ ਮੈਂ ਵੀ, ਕਿਉਂਕਿ ਬਹੁਤ ਛੋਟੀ ਉਮਰ 'ਚ ਬਾਹਰ ਚਲਾ ਗਿਆ, ਮੈਂ ਆਪਣੇ ਆਪ ਨੂੰ ਕਈ ਵਾਰੀ ਆਮ ਜਿਹੜੇ ਮੇਰੇ ਨਾਲ ਵਿਚਰਦੇ ਮੇਰੇ ਦੋਸਤ ਲੋਕ ਨੇ ਉਹਨਾਂ ਤੋਂ ਥੋੜਾ ਵੱਖਰਾ ਮਹਿਸੂਸ ਕਰਦਾ ਵਾਂ। ਮੈਂ ਨਾਂ ਨਹੀਂ ਲਵਾਂਗਾ, ਮੇਰਾ ਬੜਾ ਕਰੀਬੀ ਮਿੱਤਰ ਹੈ, ਪੰਜਾਬੀ ਦਾ ਵੱਡਾ ਨਾਵਲਕਾਰ ਹੈ, ਉਹ ਮੈਨੂੰ ਨਾ ਛੇੜਨ ਲਈ ਹਰ ਵਕਤ ਫੈਮਿਨਿਸਟ ਕਹਿੰਦਾ, ਤੁਸੀਂ ਤੇ ਨਾਰੀਵਾਦੀ ਹੋ, ਤੁਸੀਂ ਤੇ ਨਾਰੀਵਾਦੀ ਹੋ, ਤੁਸੀਂ ਉਹਨਾਂ ਦੀ ਸਾਈਡ ਲੈਣੀ ਹੈ। ਉਹ ਥੋੜਾ ਜਿਹਾ ਖਿੱਚ ਕੇ ਕਹਿੰਦਾ ਹੈ। ਹੁਣ ਮੈਂ ਕਿਉਂ ਗੱਲ ਕਹਿ ਰਿਹਾ, ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਆਪਣੇ ਇੱਕ ਖਾਸ ਪਿਛੋਕੜ ਤੋਂ ਬਦਲ ਕੇ ਕਿਤੇ ਹੋਰ ਜਾਂਦੇ ਹਾਂ, ਤੁਸੀਂ ਕੈਨੇਡਾ 'ਚ ਰਹਿੰਦੇ ਹੋ, ਤੁਸੀਂ ਵੇਖੋਗੇ ਕਿ ਕੈਨੇਡਾ 'ਚ ਆਉਣ ਤੋਂ ਬਾਅਦ ਜਿਹੜੀ ਕੁੜੀ ਪਿੰਡ ਤੋਂ ਉੱਠ ਕੇ ਆਉਂਦੀ, ਜਦੋਂ ਉੱਥੇ ਪਹੁੰਚ ਜਾਂਦੀ ਤਾਂ ਉਹਦੇ ਸੋਚਣ 'ਚ ਕਿਤੇ ਨਾ ਕਿਤੇ ਫਰਕ ਆਉਂਦਾ। ਉਹ ਕੁੱਟਮਾਰ ਨਹੀਂ ਸਹਿ ਸਕਦੀ, ਜਿਹੜੀ ਇੱਥੇ ਆਮ ਗੱਲ ਹੈ। ਮਤਲਬ ਸੋ ਹੁਣ ਗੱਲ ਹੈ ਮੈਂ ਜਿਹੜੀ ਕਰਨੀ ਚਾਹੁੰਦਾ ਕਿ ਅਨੂ ਦੇ ਵਿੱਚ ਇੱਕ ਜਿਹੜਾ ਖਾਸ ਕਰਕੇ ਇੱਕ ਮਾਨਸਿਕ ਚੇਂਜ ਸੀ ਨਾ, ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮੈਂ ਜੇ ਸਵਾਲ ਕੀਤਾ ਹੁੰਦਾ ਸ਼ਿਵ ਬਾਰੇ, ਉਦੋਂ ਵੀ ਮੈਂ ਨਹੀਂ ਸੀ ਕੀਤਾ ਵੈਸੇ, ਕਿਉਂਕਿ ਉਹਦੇ 'ਚ ਮੈਂ ਆਵਾਂਗਾ ਕਿਉਂ ਨਹੀਂ ਸੀ। ਉਹਨਾਂ ਨੇ ਕੋਈ ਵੀ ਗੱਲ ਲੁਕਾਉਣੀ ਨਹੀਂ ਸੀ, ਕਿਉਂਕਿ ਉਹ ਇਸ ਕਿਸਮ ਦੀ ਮਿੱਟੀ ਦੇ ਨਹੀਂ ਸੀ ਬਣੇ। ਹੁਣ ਗੱਲ ਹੈ 95-98 'ਚ ਮੈਨੂੰ ਖਿਆਲ ਹੀ ਨਾ ਆਇਆ, ਕਿਉਂਕਿ ਇਹ ਸਾਰੀਆਂ ਗੱਲਾਂ ਮੇਰੇ ਚੇਤੇ 'ਚੋਂ ਖਾਰਜ ਹੋ ਚੁੱਕੀਆਂ ਸਨ। ਅਸਲ 'ਚ ਖਿਆਲ ਮੈਨੂੰ ਉਦੋਂ ਆਉਂਦਾ ਹੈ ਕਿ ਮੈਂ ਆਪਣੀ ਮਾਂ ਨੂੰ ਮਿਲਣ ਜਲੰਧਰ ਆਇਆ ਹੋਇਆ, ਗੱਲ ਹੈ 2001 ਦੀ, 20 ਸਾਲ ਪੁਰਾਣੀ ਗੱਲ ਹੈ। ਕਿਸੇ ਬੀਬੀ ਦਾ ਫੋਨ ਆਉਂਦਾ ਕਿਸੇ ਕਾਲਜ ਤੋਂ ਕਿ ਜੀ ਮੈਂ ਉਰਮਿਲਾ ਨਾਲ ਗੱਲ ਕਰਨੀ ਹੈ, ਤੇ ਉਹ ਜਿਸ ਤਰ੍ਹਾਂ ਗੱਲਾਂ ਕਰ ਰਹੀ ਹੈ, ਉਹ ਇਹ ਸਮਝ ਕੇ ਮੇਰੀ ਮਾਂ ਨਾਲ ਗੱਲਾਂ ਕਰ ਰਹੀ ਹੈ ਕਿ ਮੇਰੀ ਮਾਂ ਨਾਲ ਅਨੂ ਦਾ ਇਸ਼ਕ ਸੀ। ਔਰ ਮੇਰੀ ਮਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹ ਅਸਲ 'ਚ ਮੇਰੀ ਛੋਟੀ ਭੈਣ ਨਾਲ ਜੁੜਦੀ ਹੈ, ਮੈਂ ਉਹ ਨਹੀਂ ਹਾਂ, ਮੈਂ ਸੋ ਉਦੋਂ ਮੈਨੂੰ ਲੱਗਾ ਕਿ ਮੈਂ ਸੋਚਿਆ, ਮੈਂ ਕਿਹਾ 30 ਸਾਲ ਹੋ ਗਏ ਸ਼ਿਵ ਨੂੰ ਗਿਆ, 40 ਸਾਲ ਹੋ ਗਏ ਅਨੂ ਮਾਸੀ ਨੂੰ ਛੱਡਿਆ ਮੁਲਕ, ਤੇ ਇਹ ਮਤਲਬ ਕੋਈ ਕਾਲਜਾਂ ਪੜ੍ਹਦੀਆਂ ਕੁੜੀਆਂ ਜਿਹੜੀਆਂ ਨੇ ਹਾਲੇ ਤੱਕ ਇਸ ਕਿੱਸੇ 'ਚ ਦਾ ਇੰਟਰਸਟ ਹੈ।
ਉਦੋਂ ਮੈਨੂੰ ਪਹਿਲੀ ਵਾਰੀ ਲੱਗਾ ਕਿ ਮੈਂ ਅਨੂ ਮਾਸੀ ਨਾਲ ਗੱਲ ਕਰਾਂ, ਔਰ ਫਿਰ ਜਦੋਂ ਅਗਲੀ ਫੇਰੀ ਇੰਡੀਆ ਆਏ ਤੇ ਮੈਂ ਉਹਨਾਂ ਨਾਲ ਗੱਲ ਕੀਤੀ। ਹੁਣ ਇੱਥੇ ਇੱਥੇ ਇੱਕ ਮਿੰਟ, ਜਿਹੜੀ ਬੜੀ ਇੰਪੋਰਟੈਂਟ ਗੱਲ ਹੈ, ਹਾਂ। ਮੈਨੂੰ ਤੁਸੀਂ ਪੁੱਛਿਆ ਸੀ ਕਿ ਅਨੂਰਾ ਨੂੰ ਕੁਝ ਪਤਾ ਸੀ। ਅਨੂਰਾ ਨੂੰ ਤੇ ਇੰਨਾ ਵੀ ਨਹੀਂ ਸੀ ਪਤਾ ਕਿ ਸ਼ਿਵ ਦਾ ਇੰਨਾ ਵੱਡਾ ਰੁਤਬਾ ਹੈ ਤੇ ਉਹਨੇ ਉਹਨਾਂ ਤੇ ਕਵਿਤਾਵਾਂ ਲਿਖੀਆਂ। ਪਰ ਮੈਂ ਤੁਹਾਨੂੰ ਦੱਸ ਸਕਦਾ, ਜਦੋਂ ਉਹਨਾਂ ਨੇ ਪਤਾ ਲੱਗਾ ਨਾ ਕਿ ਉਹਨਾਂ ਨੇ ਕਵਿਤਾਵਾਂ ਲਿਖੀਆਂ, ਉਹਨਾਂ ਨੂੰ ਕਵਿਤਾਵਾਂ ਸੁਣਨ 'ਚ ਕੋਈ ਇੰਟਰਸਟ ਨਹੀਂ ਸੀ। ਅੱਛਾ। ਉਹਨਾਂ ਨੂੰ ਇਸ ਗੱਲ ਦਾ ਇੰਨਾ ਹਿਲੋਰਾ ਸੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਤੇ ਉਹਨਾਂ ਬਾਰੇ ਕਵਿਤਾਵਾਂ ਲਿਖੀਆਂ ਗਈਆਂ। ਮੈਂ ਉਸ ਗੱਲ ਨੂੰ ਵੀ ਸਮਝਦਾ। ਯੂ ਸੀ, ਕਿਸੇ ਵੀ ਔਰਤ ਕੀ ਆਦਮੀ ਵੀ, ਕਿਸੇ ਵੀ ਬੰਦੇ, ਜਾਂ ਮੈਂ ਕਹਿੰਦਾ ਜੇ ਮੈਨੂੰ ਪਤਾ ਲੱਗੇ, ਮੈਂ ਉਸ ਉਮਰ 'ਚ ਜਿਸ ਉਮਰ 'ਚ ਗੱਲ ਮੇਰੀ ਅਨੂ ਮਾਸੀ ਨਾਲ ਹੋਈ ਸੀ, 60-62 ਦੇ ਸਾਲ ਉਸ ਵੇਲੇ, ਮੈਂ ਹੁਣ 65 ਦਾ ਵਾਂ। ਸਪੋਜ਼ ਕਰੋ ਨਵਜੋਤ ਜੀ, ਮੈਨੂੰ ਪਤਾ ਲੱਗੇ ਕਿ ਕਿਸੇ ਕਿਸੇ ਮੈਂ ਰੂਸ ਦਾ ਪੜ੍ਹਿਆ ਹੋਇਆ, ਇਸ ਲਈ ਮੈਂ ਐਗਜ਼ਾਮਪਲ ਉਲਟੀ ਦਿਆਂਗਾ। ਮੈਨੂੰ ਪਤਾ ਲੱਗੇ ਕਿ ਜਿਨ੍ਹਾਂ ਜ਼ਮਾਨਿਆਂ 'ਚ ਮੈਂ ਰੂਸ ਵਿੱਚ ਰਹਿੰਦਾ ਸੀ, ਕੋਈ ਕੁੜੀ ਹੈ ਜਿਹੜੀ ਰੂਸ ਦੀ ਬੜੀ ਵੱਡੀ ਕਵਿਤਰੀ ਹੈ, ਕਵੀ ਹੈ, ਉਹਨੇ ਮੇਰੇ ਬਾਰੇ ਕਵਿਤਾਵਾਂ ਲਿਖੀਆਂ ਸੀ ਕਿਉਂਕਿ ਸਾਡਾ ਕਦੀ ਰਿਸ਼ਤਾ ਸੀ। ਤੇ ਮੈਨੂੰ ਇੰਨੇ ਸਾਲ ਪਤਾ ਹੀ ਨਾ ਲੱਗਾ ਹੋਵੇ, ਤੇ 65 ਦੀ ਉਮਰ 'ਚ ਆ ਕੇ ਮੈਨੂੰ ਪਤਾ ਲੱਗਦਾ ਕਿ ਮੇਰੇ ਬਾਰੇ ਰੂਸ 'ਚ ਆ ਕੇ ਮੈਨੂੰ ਪਤਾ ਲੱਗੇ, ਲੋਕ ਕਹਿੰਦੇ ਮੇਰੇ ਬਾਰੇ ਕਵਿਤਾ ਲਿਖ, ਮੈਨੂੰ ਵੀ ਹਿਲੋਰਾ ਆਏਗਾ। ਅਸੀਂ ਮਨੁੱਖ ਹਾਂ, ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਤੁਹਾਨੂੰ ਕਿਸੇ ਨੇ। ਦੂਜੀ ਗੱਲ, ਮੈਨੂੰ ਜਾਪਦਾ ਹੈ ਕਿ ਅਸੀਂ ਸਾਰੇ, ਜਦੋਂ ਸਾਨੂੰ ਪਤਾ ਲੱਗਦਾ ਨਾ ਕਿ ਕਿਸੇ ਦੀ ਚਾਹਤ 'ਚ ਇੰਨੀ ਸ਼ਿੱਦਤ ਸੀ, ਸਾਨੂੰ ਖੁਸ਼ੀ ਮਿਲਦੀ ਹੈ। ਇਸ਼ਕ ਦੀ ਗੱਲ ਛੱਡੋ, ਕਿਸੇ ਲੇਖਕ ਨੂੰ ਤੁਸੀਂ ਅੱਜ ਮੇਰੀ ਤਾਰੀਫ ਕਰਦੇ ਹੋ ਨਾ, ਮੈਂ ਸ਼ਰਮਾ ਕੇ ਭਾਵੇਂ ਕਹਿ ਦਿਆਂ ਬਹੁਤੀ ਤਾਰੀਫ ਨਾ ਕਰੋ, ਚੰਗਾ ਮੈਨੂੰ ਵੀ ਲੱਗਦਾ। ਭਾਵੇਂ ਤੁਸੀਂ ਔਰਤ ਹੋਵੋ, ਭਾਵੇਂ ਤੁਸੀਂ ਮਰਦ ਹੋਵੋ, ਇਹ ਮੈਂ ਸੈਕਸੁਅਲ ਵਖਰੇਵਾਂ ਵੀ ਨਹੀਂ ਕਰਨਾ ਚਾਹੁੰਦਾ। ਮੈਂ ਕਹਿਣਾ ਇਹ ਚਾਹੁੰਦਾ ਕਿ ਅਨੂ ਨੂੰ ਜਦੋਂ ਇਹ ਪਤਾ ਲੱਗਾ ਤੇ ਉਹਨਾਂ ਦੇ ਅੰਦਰ ਜਿਗਿਆਸਾ ਕੀ ਜਾਗੀ। ਉਹ ਪੁੱਛਦੇ ਨੇ ਸ਼ਿਵ ਨੇ ਵਿਆਹ ਕਰਾ ਲਿਆ ਸੀ, ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਉਹਦੇ ਬੱਚੇ ਹੈਗੇ ਨੇ। ਫਿਰ ਉਹ ਮੈਂ ਗੱਲ ਜ਼ਿਕਰ ਵੀ ਕੀਤਾ ਕਿ ਸ਼ਿਵ ਨੂੰ ਤੇ ਉਹ ਮੁੜ ਕੇ ਕਦੀ ਨਾ ਮਿਲੇ, ਪਰ ਉਹ ਅਰੁਣਾ ਜੀ ਨੂੰ ਜਾ ਕੇ ਮਿਲੇ। ਹੁਣ ਬਾਕੀ ਅਰੁਣਾ ਜੀ ਤੇ ਅਨੂ 'ਚ ਕੀ ਗੱਲਾਂ ਹੋਈਆਂ ਪਟਿਆਲੇ ਜਾ ਕੇ, ਇਹ ਅਰੁਣਾ ਜੀ ਹਾਲੇ ਵੀ ਮੇਰੇ ਖਿਆਲ ਉੱਤਰੀ ਅਮਰੀਕਾ 'ਚ ਆਪਣੀ ਬੇਟੀ ਕੋਲ ਰਹਿੰਦੇ ਨੇ, ਉਹ ਮੇਰੇ ਤੋਂ ਵੱਧ ਦੱਸ ਸਕਦੇ ਨੇ। ਸੁਕੀਰਤ ਜੀ, ਤੁਸੀਂ ਗੱਲ ਕੀਤੀ, ਕਹਿੰਦੇ ਕਿ ਕੋਈ ਕਾਲਜ ਦੀਆਂ ਕੁੜੀਆਂ ਜਿਨ੍ਹਾਂ ਨੇ ਤੁਹਾਡੇ ਮਦਰ ਨੂੰ ਫੋਨ ਕੀਤਾ ਤੇ ਉਹ ਫੋਨ ਕਰਕੇ ਉਹਨਾਂ ਨੂੰ ਪੁੱਛ ਰਹੀਆਂ ਤੇ ਅੱਗੋਂ ਉਹ ਸਫਾਈ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਨਹੀਂ, ਉਹ ਹੋ ਉਹ ਮੇਰੀ ਛੋਟੀ ਭੈਣ ਬਾਰੇ ਗੱਲਾਂ ਸੀ। ਤੁਸੀਂ ਇਹ ਮੇਰੇ ਖਿਆਲ ਕਈ ਸਾਲ ਪੁਰਾਣੀ ਗੱਲ ਕਰ ਰਹੇ ਹੋ। ਮੈਂ ਅੱਜ ਜਦੋਂ ਮੈਂ ਤੁਹਾਡੇ ਨਾਲ ਇੰਟਰਵਿਊ ਕਰਨਾ ਸੀ, ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਵੀ ਇੱਕ ਯੰਗ ਲੜਕਾ ਸੀ। ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ। ਯੰਗ ਲੜਕਾ ਜਿਹੜਾ ਮੇਰੇ ਤੋਂ ਵੀ ਛੋਟਾ ਆ, ਤੇ ਮੈਂ ਗੱਲ ਕੀਤੀ ਕਿ ਇੰਟਰਵਿਊ ਕਰਨਾ। ਜਦੋਂ ਮੈਂ ਤੁਹਾਡਾ ਜ਼ਿਕਰ ਕੀਤਾ, ਉਹ ਕਹਿੰਦੇ ਉਹਨਾਂ ਦਾ ਇੰਟਰਵਿਊ ਤੁਸੀਂ ਕਿਉਂ ਕਰਨਾ। ਮੈਂ ਕਿਹਾ ਵੀ ਆਈ ਵਾਜ਼ ਸੋ ਸਰਪ੍ਰਾਈਜ਼ਡ। ਮੈਨੂੰ ਇਸ ਗੱਲ ਦੀ ਹੈਰਾਨੀ ਹੋਈ। ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਉਹ ਸ਼ਿਵ ਦਾ ਤੁਹਾਡੇ ਮਦਰ ਦੇ ਨਾਲ ਜਿਹੜਾ ਸੀ ਉਹ ਪ੍ਰੇਮ ਪਿਆਰ ਸੀ, ਅਤੇ ਉਹ ਮੇਰੇ ਤੋਂ ਕਾਫੀ ਛੋਟਾ ਹੈ ਉਹ ਮੁੰਡਾ। ਪਰ ਇਹ ਸਾਰੀਆਂ ਗੱਲਾਂ ਕਿੱਥੋਂ ਚੱਲੀਆਂ, ਕਿੱਥੇ ਪਹੁੰਚੀਆਂ। ਪਰ ਹਰ ਇੱਕ ਚੀਜ਼ ਜਿਹੜੀ ਲਿਖੀ ਜਾਂਦੀ ਹੈ, ਹਰ ਇੱਕ ਚੀਜ਼ ਲਿਖੀ ਜਾਂਦੀ ਹੈ। ਮੇਰੇ ਖਿਆਲ ਸਾਨੂੰ ਉਹ ਵੀ ਸਾਵਧਾਨ ਹੋ ਕੇ ਪੜ੍ਹਨ ਦੀ ਕਈ ਵਾਰ ਜ਼ਰੂਰਤ ਪੈਂਦੀ ਆ। ਇਹ ਬਹੁਤ ਹੈਰਾਨੀ ਦੀ ਗੱਲ ਸੀ ਜਦੋਂ ਮੇਰੇ ਨਾਲ ਵੀ ਉਹਨੇ ਜ਼ਿਕਰ ਕੀਤਾ। ਪਹਿਲਾਂ ਤਾਂ ਇਹ ਸੀ ਕਿ ਇੱਕ ਮੇਰਾ ਜਿਹੜਾ ਭਰਮ ਸੀ ਉਹ ਟੁੱਟਿਆ ਕਿ ਜਿਹੜਾ ਵਿਅਕਤੀ ਅਨੂ ਦੇ ਅਤੇ ਸ਼ਿਵ ਦੇ ਦੋਹਾਂ ਦੇ ਨੇੜਿਓਂ ਦੀ ਵਿਚਰਿਆ, ਇੱਕ ਪਰਿਵਾਰਕ ਸਾਂਝ ਸੀ ਦੋਏ ਪਾਸੇ, ਉਹਦਾ ਜਿਹੜਾ ਲਿਖਿਆ ਹੋਇਆ ਇਹ ਲੇਖ ਆ, ਕਿੰਨੀਆਂ ਗੱਲਾਂ ਸਪਸ਼ਟ ਕਰ ਰਿਹਾ। ਅੱਜ ਜਦੋਂ ਮੇਰੀ ਤੁਹਾਡੇ ਨਾਲ ਗੱਲ ਹੋ ਰਹੀ ਹੈ, ਜਿਹੜੇ ਐਂਗਲ ਤੋਂ ਤੁਸੀਂ ਗੱਲ ਕਰ ਰਹੇ ਹੋ, ਮੈਂ ਪੂਰਾ ਇਸ ਗੱਲ ਦਾ ਮੈਨੂੰ ਯਕੀਨ ਹੈ, ਮੈਨੂੰ ਖੁਸ਼ੀ ਵੀ ਹੋ ਰਹੀ ਹੈ। ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਕਈ ਲੋਕ ਫੈਮਿਨਿਸਟ ਕਹਿੰਦੇ ਆ। ਜਿਹੜੇ ਐਂਗਲ ਤੋਂ ਤੁਸੀਂ ਪ੍ਰੈਜ਼ੈਂਟ ਕਰ ਰਹੇ ਹੋ, ਉਹ ਅੱਜ ਵੀ ਉਹ ਐਂਗਲ ਦੇਖਿਆ ਜਾ ਸਕਦਾ, ਪਰ ਮੇਰੇ ਖਿਆਲ ਉਸ ਸਮੇਂ 'ਤੇ ਉਹ ਦੇਖਿਆ ਨਹੀਂ ਸੀ ਜਾ ਸਕਦਾ। ਜਿਸ ਹਿਸਾਬ ਦੇ ਨਾਲ ਸ਼ਿਵ ਨੂੰ ਜਾਂ ਕਹਿ ਲਓ ਅਨੂ ਨੂੰ, ਉਹਨਾਂ ਦਾ ਨਾਮ ਜਿਹੜਾ ਉਹ ਪੇਸ਼ ਕੀਤਾ ਗਿਆ ਜਾਂ ਬਦਨਾਮ ਕੀਤਾ ਗਿਆ। ਹੈਰਾਨੀ ਮੈਨੂੰ ਇਸ ਗੱਲ ਦੀ ਹੁੰਦੀ ਹੈ ਕਿ ਕਦੇ ਤੁਹਾਡੀ ਇੱਕ ਮਾਸੀ, ਕਦੇ ਤੁਹਾਡੀ ਦੂਸਰੀ ਮਾਸੀ, ਅਤੇ ਕਦੇ ਤੁਹਾਡੀ ਤੀਸਰੀ ਮਾਸੀ ਜਾਂ ਤੁਹਾਡੀ ਮਦਰ, ਉਹਨਾਂ ਨੂੰ ਕਿਵੇਂ ਲਪੇਟ ਲਿਆ ਜਾਂਦਾ ਰਿਹਾ। ਇਸ ਤਰ੍ਹਾਂ ਕਿਉਂ ਸੀ? ਇਹ ਕੀ ਗੱਲ ਸੀ? ਇਹ ਮੈਂ ਤੁਹਾਨੂੰ ਦੇਖੋ, ਗੱਲ ਹੈ ਕਿ ਉਹ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਸ਼ੁਰੂ 'ਚ ਇਸ ਪ੍ਰੋਗਰਾਮ 'ਤੇ ਗੱਲ ਕੀਤੀ ਸੀ। ਗੱਲ ਹੈ ਕਿ ਜਿਹੜਾ ਚੈਪਟਰ ਹੈ ਨਾ ਉਸ ਨਾਵਲ ਵਿੱਚ, ਉਹਦੇ 'ਚੋਂ ਗੁਰਬਖਸ਼ ਸਿੰਘ ਤੇ ਪਛਾਣਿਆ ਜਾਂਦਾ, ਤੇ ਲਫ਼ਜ਼ ਤੇ ਵਰਤਿਆ ਹੀ ਹੋ ਗਿਆ ਨਾ ਕਿ ਉਹਦੀ ਇੱਕ ਧੀ। ਗੱਲ ਹੈ ਕਿ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਕਿ ਉਹ 'ਚ ਬੜੇ ਸਾਰੇ ਕਿੱਸੇ ਨੇ ਜੋੜੇ ਹੋਏ ਉਸ ਨਾਵਲ ਵਿੱਚ। ਕਈ ਕਾਂਡ ਨੇ ਵੱਖਰੀਆਂ ਵੱਖਰੀਆਂ ਔਰਤਾਂ ਨਾਲ ਇਸ਼ਕ ਬਾਰੇ, ਜਾਂ ਜਿਹਨੂੰ ਕਹਿੰਦੇ ਨੇ ਅਖੌਤੀ ਇਸ਼ਕ ਬਾਰੇ, ਕਿਉਂਕਿ ਮੈਨੂੰ ਵੀ ਨਹੀਂ ਪਤਾ ਉਹ ਇਸ਼ਕ ਸਨ ਵੀ ਕਿ ਨਹੀਂ, ਕਿ ਉਹ ਵੀ ਘਾੜਤ ਹੀ ਨੇ। ਹੁਣ ਉਹਦਾ ਜਿਹੜਾ ਚੈਪਟਰ, ਉਹਦੇ 'ਚ ਹੋਰ ਕੋਈ ਨਾ ਪਛਾਣਿਆ ਜਾਏ, ਗੁਰਬਖਸ਼ ਸਿੰਘ ਸਾਫ਼ ਪਛਾਣਿਆ ਜਾਂਦਾ। ਹੁਣ ਗੁਰਬਖਸ਼ ਸਿੰਘ ਦੀਆਂ 4 ਧੀਆਂ ਨੇ। ਇੱਕ ਧੀ ਹੈ ਕਿ ਜਿਹੜੀ ਚਾਰੋਂ ਧੀਆਂ 'ਚੋਂ
ਸਾਹਿਤ ਦੇ ਨਾਲ ਜੁੜੀ ਹੋਈ ਧੀ ਜਿਹੜੀ ਸੀ ਉਹ ਮੇਰੀ ਮਾਂ ਹੀ ਸੀ, ਕਿਉਂਕਿ ਉਹਨਾਂ ਦੀਆਂ ਕਿਤਾਬਾਂ ਵੀ ਨੇ ਤੇ ਉਹਨਾਂ ਦੇ ਉਹ ਪੱਤਰਕਾਰ ਨਾਲ ਵਿਆਹੇ ਹੋਏ ਸਨ, ਸਾਹਿਤ ਜਗਤ ਚ ਵਿਚਰਦੇ ਸਨ। ਸੋ ਇਸ ਕਰਕੇ ਕੁਝ ਲੋਕਾਂ ਨੇ ਉਹ ਜਿਹੜਾ ਹੁੰਦਾ ਨਾ ਕਿਆਸਰਾਈ ਕਰਨਾ ਕਿ ਇਹੀ ਧੀ ਹੋਣੀ ਹੈ ਫਿਰ, ਕਿਉਂਕਿ ਨਾਂ ਉਰਮਿਲਾ ਨਾਮ ਦਾ ਸੁਣਿਆ ਹੋਇਆ ਸੀ। ਜੀ ਹੁਣ ਤੁਸੀਂ ਜਿਸ ਲੇਖ ਦੀ ਗੱਲ ਕਰ ਰਹੇ ਹੋ, ਲੇਖ ਸ਼ੁਰੂ ਕਿੱਥੋਂ ਹੁੰਦਾ ਹੈ ਕਿ ਅਸਲ ਚ ਅਨੂ ਹੋਰਾਂ ਦੇ ਪੂਰੇ ਹੋਣ ਤੋਂ ਸਾਲ ਕੁ ਪਹਿਲਾਂ ਮੈਂ ਪੰਜਾਬੀ ਸਾਹਿਤ ਸਭਾ ਦੇ ਦਫ਼ਤਰ ਚ ਬੈਠਾ ਹੋਇਆ ਸਾਂ, ਜਦੋਂ ਕੁਲਜੀਤ ਸ਼ੈਲੀ ਜਿਹੜੇ ਕਿ ਮੇਰੇ ਦੋਸਤ ਵੀ ਨੇ, ਮੇਰੇ ਵਡੇਰੇ ਵੀ ਨੇ ਔਰ ਪੜ੍ਹਾਉਂਦੇ ਰਹੇ ਨੇ ਪੰਜਾਬੀ, ਉਹਨਾਂ ਨੇ ਵੀ ਨਾ, ਕਿਉਂਕਿ ਉਹਨਾਂ ਨੇ ਨੇੜਿਓਂ ਤੇ ਜਾਣਦੇ ਨਹੀਂ ਸਨ, ਉਹਨਾਂ ਦੇ ਮਨ ਵਿੱਚ ਸੀਗਾ ਕਿ ਇਹ ਸ਼ਾਇਦ ਉਮਾ ਨਾਲ ਜੁੜਦੀ ਹੈ, ਜਿਹੜੀ ਮੇਰੀ ਵੱਡੀ ਮਾਸੀ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ। ਹੁਣ ਗੱਲ ਹੈ ਕਿ ਕੁਝ ਤੁਸੀਂ ਕਿਆਸਰਾਈ ਇੰਜ ਵੀ ਕਰ ਸਕਦੇ ਹੋ, ਕੁਝ ਲੋਕ ਸਮਝਦੇ ਨੇ ਕਿ ਉਮਾ ਨਾਲ ਸੀ, ਇਸ ਲਈ ਸਮਝ ਲੈਂਦੇ ਨੇ ਕਿਉਂਕਿ ਉਮਾ ਨੇ ਕਦੀ ਵੀ ਵਿਆਹ ਨਹੀਂ ਸੀ ਕਰਾਇਆ। ਹੁਣ ਉਹ ਚ ਲੱਗਦਾ ਕਿ ਸ਼ਾਇਦ ਤੁਸੀਂ ਆਪੇ ਅੰਦਾਜ਼ਾ ਲਾਉਂਦੇ ਹੋ ਕਿ ਜੇ ਉਮਾ ਨੇ ਵਿਆਹ ਨਹੀਂ ਕਰਾਇਆ ਹੋਇਆ ਤੇ ਇਹ ਹੋਣਾ ਹੈ ਕਿ ਗੁਰਬਖਸ਼ ਸਿੰਘ ਨੇ ਉਹਨੂੰ ਵਿਆਹ ਨਹੀਂ ਕਰਾਉਣ ਦਿੱਤਾ ਹੋਣਾ ਸ਼ਿਵ ਨਾਲ, ਤੇ ਇਸ ਕਰਕੇ ਉਹ ਕੁਆਰੀ ਰਹਿ ਗਈ। ਸੋ ਇੱਕ ਕਿੱਸਾ ਇਹ ਬਣ ਜਾਂਦਾ। ਦੂਜਾ ਇਹ ਹੈ ਜਿਹੜੀ ਕੋਈ ਕੁੜੀਆਂ ਫੋਨ ਕਰਦੀਆਂ ਉਹ ਸਿਰਫ ਇਹ ਵੀ ਕਿ ਉਹਨਾਂ ਨੂੰ ਪਤਾ। ਤੇ ਤੀਜੀ ਗੱਲ ਹੈ ਕਿ ਅਨੂ ਐਕਚੁਅਲੀ ਇੰਨੇ ਸਾਲਾਂ ਤੋਂ ਬਾਹਰ ਸੀ ਕਿ ਬਹੁਤੇ ਲੋਕਾਂ ਨੂੰ ਤੇ ਭੁੱਲ ਭੁਲਾਈ ਗਿਆ ਸੀ ਗੁਰਬਖਸ਼ ਸਿੰਘ ਦੀ ਚੌਥੀ ਧੀ ਵੀ ਹੈ। ਹਾਂ, ਮੇਰੀ ਜਿਹੜੀ ਤੀਜੀ ਮਾਸੀ, ਜਿਹੜੀ ਹੁਣ ਇੱਕੋ ਇੱਕ ਮਾਸੀ ਹੈ ਜਿਹੜੀ ਜਿਉਂਦੀ ਹੈ, ਉਹਦਾ ਨਾਂ ਕਦੀ ਨਹੀਂ ਜੁੜਿਆ ਕਿਉਂਕਿ ਉਹ ਬਹੁਤ ਪਹਿਲਾਂ ਤੋਂ ਹੀ, ਮੇਰੇ ਉਹ ਮਾਸੜ ਜੀ ਬੰਗਾਲੀ ਨੇ। ਅੱਛਾ। ਮੇਰੇ ਉਹ ਮਾਸੜ ਜੀ ਵੀ ਕਮਿਊਨਿਸਟਾਂ ਨੂੰ ਪਿੱਛੇ ਜਿਹੇ ਪੂਰੇ ਹੋਏ ਨੇ। ਹੁਣ ਮੇਰੀ ਮਾਸੀ, ਉਸ ਦੀ ਵੀ 91 ਸਾਲ ਉਮਰ ਹੈ। ਉਹ ਸਾਰੀ ਉਮਰ ਦਿੱਲੀ ਰਹੇ, ਉਹ ਸਕੂਲ ਚ ਪੜ੍ਹਾਉਂਦੇ ਰਹੇ, ਉਹਨਾਂ ਬਾਰੇ ਘੱਟ ਲੋਕ ਜਾਣਦੇ ਸਨ। ਸੋ ਕਿਸੇ ਤੇ ਜਿਹਨੂੰ ਕਹਿੰਦੇ ਨਾ ਉਹ ਕਿਆਸ ਦੀ ਸੂਈ ਉਧਰ ਗਈ ਨਹੀਂ। ਸੋ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਕਿਉਂਕਿ ਇਹ ਜਿਹੜੀ ਕਹਾਣੀ ਬਣਦੀ ਹੈ ਨਾ, ਇਹ ਕਿਉਂਕਿ ਗੁਰਬਖਸ਼ ਸਿੰਘ ਦੀਆਂ ਧੀਆਂ ਨੇ। ਹੁਣ ਅੱਜ ਜਿਹੜੀ ਇਹ ਤਸਵੀਰ ਤੁਸੀਂ ਸਾਫ਼ ਕਰ ਰਹੇ ਹੋ, ਮੈਨੂੰ ਲੱਗਦਾ ਮੈਂ ਫਿਰ ਮੁੜ ਕੇ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਇਹ ਤਸਵੀਰ ਸਾਫ਼ ਹੋਣੀ ਵੀ ਲਾਜ਼ਮੀ ਸੀ। ਪਰ ਇੱਥੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ। ਤੁਸੀਂ ਹਰ ਤਰ੍ਹਾਂ ਮੀਡੀਆ ਦੇ ਨਾਲ ਵੀ ਜੁੜੇ ਹੋ, ਤੁਸੀਂ ਲਿਟਰੇਚਰ ਦੇ ਨਾਲ ਜੁੜੇ ਹੋ, ਤੁਸੀਂ ਬਾਹਰ ਘੁੰਮੇ ਫਿਰੇ ਹੋ, ਤੁਸੀਂ ਸਾਹਿਤ ਦੀਆਂ ਕਈ ਵੰਨਗੀਆਂ ਲਿਖੀਆਂ, ਪੱਤਰਕਾਰੀ ਦੇ ਨਾਲ ਵੀ ਜੁੜੇ ਹੋਏ ਹੋ। ਇੱਕ ਜਿਹੜਾ ਵਿਅਕਤੀ ਚਾਹੇ ਉਹਨੂੰ ਤੁਸੀਂ ਪਬਲਿਕ ਕਹਿ ਸਕਦੇ ਆ, ਚਾਹੇ ਕੋਈ ਐਕਟਰ ਆ, ਚਾਹੇ ਉਹ ਰਾਈਟਰ ਆ, ਮੈਂ ਹਮੇਸ਼ਾ ਇਸ ਚੀਜ਼ 'ਤੇ ਕਨਫਿਊਜ਼ ਰਹਿੰਦੀ ਹਾਂ ਕਿ ਉਹਦੀ ਜਿਹੜੀ ਪ੍ਰਾਈਵੇਟ ਲਾਈਫ ਹੈ, ਉਹਦੇ ਬਾਰੇ ਬੋਲਣ ਦਾ ਜਾਂ ਉਹਦੇ ਤੱਕ ਅੰਦਰ ਤੱਕ ਝਾਕਣ ਦਾ ਲੋਕਾਂ ਨੂੰ ਕਿੰਨਾ ਕੁ ਹੱਕ ਆ। ਕਿਉਂ ਲੋਕ ਇਹ ਚੀਜ਼ ਅਜ਼ਿਊਮ ਕਰ ਲੈਂਦੇ ਆ ਕਿ ਜੇ ਅੱਜ ਸੁਕੀਰਤ ਕੁਝ ਲਿਖ ਰਿਹਾ ਹੈ ਤੇ ਸੁਕੀਰਤ ਨੂੰ ਇਹਦੇ 'ਤੇ ਪੂਰਾ ਉਤਰਨਾ ਚਾਹੀਦਾ, ਜਾਂ ਅੱਜ ਨਵਜੋਤ ਕੋਈ ਚੀਜ਼ ਲਿਖ ਰਹੀ ਆ, ਚਾਹੇ ਉਹਨੇ ਕਵਿਤਾ ਲਿਖ ਦਿੱਤੀ ਹੈ ਜਾਂ ਉਹਨੇ ਕੋਈ ਗੀਤ ਲਿਖ ਦਿੱਤਾ ਜਾਂ ਕੋਈ ਲੇਖ ਲਿਖ ਦਿੱਤਾ, ਇਹ ਬਿਲਕੁਲ ਮਤਲਬ ਜਿਵੇਂ ਮੈਂ ਲੋਕਾਂ ਲਈ ਹੀ ਅਕਾਊਂਟੇਬਲ ਹਾਂ। ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ, ਮੈਂ ਹਮੇਸ਼ਾ ਇਸ ਚੀਜ਼ 'ਤੇ ਭੰਬਲ ਭੂਸੇ 'ਚ ਰਹਿੰਦੀ ਹਾਂ ਕਿ ਜੋ ਮੈਂ ਲਿਖ ਰਹੀ ਹਾਂ ਮੈਂ ਆਪਣੇ ਮਨ ਆਈ ਲਿਖ ਰਹੀ ਹਾਂ, ਜਿਸ ਚੀਜ਼ ਦੀ ਮੈਨੂੰ ਸੰਤੁਸ਼ਟੀ ਮਿਲ ਰਹੀ ਆ ਮੈਂ ਉਹ ਲਿਖ ਰਹੀ ਹਾਂ, ਜਾਂ ਸੁਕੀਰਤ ਲਿਖਦੇ ਨੇ ਤਾਂ ਕਿਵੇਂ ਲਿਖਦੇ ਨੇ, ਕਿਸ ਹੱਦ ਤੱਕ ਲੋਕਾਂ ਨੂੰ ਤੁਸੀਂ ਆਪਣੇ ਅੰਦਰ ਆਉਣ ਦੀ ਇਜਾਜ਼ਤ ਦਿੰਦੇ ਹੋ? ਤੁਸੀਂ ਜੇ ਤੁਹਾਡਾ ਸਵਾਲ ਇਹ ਹੈ ਨਵਜੋਤ ਜੀ ਕਿ ਜੋ ਲਿਖਿਆ ਜਾ ਰਿਹਾ ਹੈ ਤੇ ਪੜ੍ਹਨ ਵਾਲਾ ਸਮਝਦਾ ਹੈ ਕਿ ਬੰਦਾ ਉਹਨੂੰ ਆਪਣੀ ਆਪ ਬੀਤੀ ਚੋਂ ਹੀ ਚੁੱਕ ਰਿਹਾ, ਇਹ ਹੈ ਤੁਹਾਡਾ ਸਵਾਲ? ਇਹ ਵੀ ਹੈ। ਦੂਸਰਾ ਅਕਾਊਂਟੇਬਿਲਿਟੀ ਵੀ ਹੈ। ਲੋਕ ਅਕਾਊਂਟੇਬਲ ਸਮਝਣ ਲੱਗ ਜਾਂਦੇ ਨੇ ਕਿ ਵੀ ਜੋ ਅਸੀਂ ਚਾਹੁੰਦੇ ਹਾਂ ਇਹੀ ਲਿਖਿਆ ਜਾਣਾ ਚਾਹੀਦਾ। ਜਿਸ ਤਰ੍ਹਾਂ ਇਹ ਦੋ ਹਿੱਸੇ ਨੇ, ਮੈਂ ਦੇ ਦੋ ਹਿੱਸਿਆਂ 'ਚ ਜਵਾਬ ਦਿਆਂਗਾ। ਇਹ ਮੇਰੀ ਆਪਣੀ ਨਿੱਜੀ ਗੱਲ। ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਇਹ ਬੜੀ ਵਾਰੀ ਖਾਸ ਕਰਕੇ ਹੁੰਦਾ ਹੈ ਕਿ ਜੇ ਤੁਸੀਂ ਕੋਈ ਕਹਾਣੀ ਜਿਹੜੀ ਹੈ ਚੰਗੀ, ਔਰ ਖਾਸ ਕਰ ਜੇ ਫਸਟ ਪਰਸਨ 'ਚ ਲਿਖੋ ਔਰ ਉਹ ਕਿਧਰੇ ਤੁਹਾਡੇ ਨਾਲ ਜੁੜਦੀ ਵੀ ਹੋਵੇ, ਮਤਲਬ ਫਿੱਟ ਜੀ ਬਹਿੰਦੀ ਹੋਵੇ, ਆਮ ਤੌਰ ਤੇ ਰਾਈਟਰ ਉਸੇ ਮਿਲੀਓ ਨੂੰ ਜਾਂ ਉਸੇ ਤਬਕੇ ਨੂੰ ਲੈਂਦਾ ਵੇ ਜਿਹਦੇ 'ਚੋਂ ਵਿਚਰਿਆ ਹੋਵੇ। ਮਤਲਬ ਜਿਸ ਤਰ੍ਹਾਂ ਮੇਰੀ ਕੋਈ ਵੀ ਕਹਾਣੀ ਪੇਂਡੂ ਤਬਕੇ ਬਾਰੇ ਇਸ ਲਈ ਨਹੀਂ ਹੈ ਕਿਉਂਕਿ ਮੈਨੂੰ ਉਹਦੇ ਬਾਰੇ ਗਿਆਨ ਨਹੀਂ ਹੈ। ਸੋ ਬਹੁਤ ਹੀ ਵੱਡੇ ਰਾਈਟਰ ਹੁੰਦੇ ਨੇ, ਬਹੁਤ ਹੀ ਜਿਹਨੂੰ ਕਹਿੰਦੇ ਨੇ ਕਾਮਯਾਬ ਔਰ ਹੁਨਰਮੰਦ ਰਾਈਟਰ ਹੁੰਦੇ ਨੇ ਜਿਹੜੇ ਕਿ ਜਿਸ ਤਬਕੇ 'ਚ ਖੁਦ ਨਾ ਵਿਚਰੇ ਉਹਦੇ ਬਾਰੇ ਲਿਖ ਸਕਣ। ਬਹੁਤੇ ਲੋਕ ਮੇਰੇ ਵਰਗੇ ਜਿਹੜੇ ਐਵਰੇਜ ਜਿਹੇ ਲੇਖਕ ਨੇ ਉਹ ਉਸੇ ਤਬਕੇ ਬਾਰੇ ਲਿਖਦੇ ਜੋ ਉਹਨਾਂ ਨੇ ਵੇਖਿਆ ਜਾਂ ਵਾਚਿਆ ਹੁੰਦਾ। ਉਹ 'ਚ ਜ਼ਰੂਰ ਹੁੰਦਾ ਕਿ ਬੜੇ ਸਾਰੇ ਲੋਕ ਉਹਨੂੰ ਸੋਚਣ ਲੱਗ ਪੈਂਦੇ ਨੇ ਕਿ ਰਾਈਟਰ ਆਪਣੀ ਆਪ ਬੀਤੀ ਬਿਆਨ ਕਰ ਰਿਹਾ। ਹੁਣ ਉਹਦਾ ਜਿਹੜਾ ਹੈ ਕੋਈ ਬਹੁਤਾ ਇਲਾਜ ਹੈ ਨਹੀਂ, ਤੇ ਨਾ ਪਾਠਕ ਦੀ ਸਿਆਣਪ ਤੇ ਹੀ ਡਿਪੈਂਡ ਕਰਦਾ ਕਿ ਉਹ ਦੇਖੇ ਕਿ ਕਿੱਥੇ ਫਿਕਸ਼ਨ ਹੈ ਤੇ ਕਿੱਥੇ ਨਹੀਂ ਹੈ। ਹੁਣ ਜਿਹੜਾ ਤੁਹਾਡੇ ਸਵਾਲ ਦਾ ਦੂਜਾ ਹਿੱਸਾ ਹੈ ਨਾ ਅਕਾਊਂਟੇਬਿਲਿਟੀ ਦਾ, ਉਹਦੇ 'ਚ ਮੈਨੂੰ ਇਹ ਲੱਗਦਾ ਹੈ ਕਿ ਅਕਾਊਂਟੇਬਿਲਿਟੀ ਦਾ ਸਵਾਲ ਇੱਥੇ ਆਉਂਦਾ ਕਿ ਦੇਖੋ, ਜਦੋਂ ਤੁਸੀਂ ਕੋਈ ਪੋਜੀਸ਼ਨ ਜਾਂਦੇ ਹੋ, ਕੋਈ ਜਿਹਨੂੰ ਕਹਿੰਦੇ ਨੇ
ਇਹ ਸਿਧਾਂਤਕ ਲਫ਼ਜ਼ ਇੱਥੇ ਮੈਂ ਵਰਤ ਰਿਹਾ, ਜਿਹੜਾ ਥਿਓਰੈਟੀਕਲ ਥੋੜਾ ਔਖਾ ਲਫ਼ਜ਼ ਇਸ ਲਈ ਹੈ ਕਿ ਮੈਂ ਗੱਲ ਫਿਕਸ਼ਨ ਦੀ ਕਰ ਰਿਹਾ, ਪਰ ਗੱਲ ਹੈ ਕਿ ਹਰ ਲੇਖਕ ਦੀ ਇੱਕ ਪੋਜੀਸ਼ਨ ਵੀ ਹੁੰਦੀ ਸੀ। ਮੈਂ ਸੌਖੀ ਜਿਹੀ ਮਿਸਾਲ ਦਿੰਦਾ, ਜੇ ਤੁਸੀਂ ਪੋਲੀਟੀਕਲ ਲੀਡਰ ਦੇ ਤੌਰ ਉੱਤੇ ਸਟੇਜਾਂ ਤੋਂ ਭਾਸ਼ਣ ਦਿੰਦੇ ਹੋ ਕਿ ਭਰੂਣ ਹੱਤਿਆ ਯਾਨੀ ਫੀਮੇਲ ਫਿਟਸਾਈਡ ਜਿਹੜਾ ਹੈ ਉਹ ਗਲਤ ਹੈ, ਜੀ ਜਾਂ ਤੁਸੀਂ ਲੇਖਕ ਦੇ ਤੌਰ ਤੇ ਕਹਾਣੀਆਂ ਲਿਖਦੇ ਹੋ ਕਿ ਫੀਮੇਲ ਫਿਟਸਾਈਡ ਗਲਤ ਹੈ, ਓਕੇ, ਪਰ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਘਰ ਤੀਜਾ ਬੱਚਾ ਜਿਹੜਾ ਹੈ ਉਹ ਬੱਚੀ ਹੋਣ ਵਾਲੀ ਸੀ ਤੇ ਤੁਸੀਂ ਜਾ ਕੇ ਆਪਣੀ ਬੀਵੀ ਦਾ ਗਰਭਪਾਤ ਕਰਵਾ ਦਿੱਤਾ, ਜੀ ਫਿਰ ਅਕਾਊਂਟੇਬਿਲਿਟੀ ਦਾ ਸਵਾਲ ਤੇ ਆ ਜਾਂਦਾ ਹੈ। ਮੈਂ ਇੱਕ ਜਿਹਨੂੰ ਕਹਿੰਦੇ ਨੇ ਬੜੀ ਸਿੰਪਲ ਜੀ ਕਰਕੇ ਸਧਾਰਨ ਜੀ ਮਿਸਾਲ ਦੇ ਰਿਹਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਕਿਸੇ ਵੀ, ਚਾਹੇ ਉਹ ਹੋਵੇ ਲੇਖਕ, ਚਾਹੇ ਪੱਤਰਕਾਰ, ਚਾਹੇ ਸਿਆਸਤਦਾਨ, ਉਹਦੇ ਕੋਲੋਂ ਐਕਸਪੈਕਟ ਕੀਤਾ ਜਾਂਦਾ ਹੈ, ਆਸ ਇਹ ਰੱਖੀ ਜਾਂਦੀ ਹੈ ਕਿ ਤੂੰ ਜੋ ਪ੍ਰਚਾਰਦਾ ਹੈ ਘੱਟੋ ਘੱਟ ਉਹਦੇ ਉੱਤੇ ਤੇ ਖਰਾ ਉਤਰ। ਤੂੰ ਜੇ ਨਾਰੀ ਹੱਕਾਂ ਦੀ ਗੱਲ ਕਰਦਾ ਤੇ ਆਪਣੀ ਨੂੰਹ ਤੂੰ ਨਾ ਕੁੱਟ ਘਰ 'ਚ, ਸੋ ਉਹ ਅਕਾਊਂਟੇਬਿਲਿਟੀ ਦਾ ਭਾਰ ਤੁਹਾਨੂੰ ਢੋਣਾ ਹੀ ਪੈਂਦਾ। ਸੋ ਇਹ ਗੱਲ ਮੈਂ ਕਹਾਂਗਾ। ਓਕੇ, ਆਪਾਂ ਮੁੜ ਕੇ ਫਿਰ ਸ਼ਿਵ ਦੀ ਗੱਲ ਤੇ ਆਉਂਦੇ ਹਾਂ। ਹੁਣ ਜੀ ਸ਼ਿਵ ਬਾਰੇ ਜੋ ਦੁਨੀਆ ਜਾਣਦੀ ਹੈ ਜਾਂ ਦੁਨੀਆ ਜੋ ਕਹਿੰਦੀ ਆ, ਸ਼ਿਵ ਨੇ ਜੋ ਲਿਖਿਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਲੂਣਾ ਦੇ ਵਿੱਚ ਸ਼ਿਵ ਔਰਤ ਦੇ ਹੱਕਾਂ ਦੀ ਗੱਲ ਕਰ ਗਿਆ, ਬਿਲਕੁਲ ਤੇ ਦੂਸਰੇ ਪਾਸੇ ਜਿਹੜਾ ਸਾਰਾ ਦਰਦ, ਸਾਰੀ ਤਕਲੀਫ ਇਹ ਸਮਝਿਆ ਜਾ ਰਿਹਾ ਕਿ ਉਹ ਜਿਹੜਾ ਚੱਲ ਰਿਹਾ ਹੈ ਜਾਂ ਜਿਹਨੂੰ ਉਹ ਪੇਸ਼ ਕਰ ਰਿਹਾ ਹੈ ਉਹ ਇੱਕ ਔਰਤ ਦਾ ਦਿੱਤਾ ਹੋਇਆ ਹੈ। ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਮੈਨੂੰ ਨਾ ਇਹ 'ਚ ਦੋ ਗੱਲਾਂ ਲੱਗਦੀਆਂ ਨੇ। ਇੱਕ ਜੀ ਤੇ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਅਸਲ 'ਚ ਕੀ ਹੈ ਕਿ ਅਸੀਂ ਸਾਰੇ ਹੀ ਜਿਹੜੇ ਹੁੰਦੇ ਆ ਨਾ, ਇੱਕ ਉਸ ਕੱਚੀ ਉਮਰ ਦੇ ਦੌਰ ਚੋਂ ਲੰਘਦੇ ਹਾਂ ਜਦੋਂ ਅਸੀਂ ਇਸ਼ਕ ਕਰ ਰਹੇ ਹੁੰਦੇ ਹਾਂ ਸਾਰੇ। ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਇਹ ਹੀਰ ਰਾਂਝੇ ਤੋਂ ਵੀ ਪਹਿਲਾਂ ਦੇ ਜ਼ਮਾਨੇ ਦੀ, ਕਿ ਤੁਸੀਂ ਜਵਾਨ ਹੁੰਦੇ ਹੋ, ਤੁਸੀਂ ਇਸ਼ਕ ਕਰਦੇ ਹੋ, ਕਿਸੇ ਦਾ ਇਸ਼ਕ ਨੇਪਰੇ ਚੜ੍ਹਦਾ, ਕਿਸੇ ਦਾ ਨਹੀਂ ਚੜ੍ਹਦਾ, ਕਿਸੇ ਦਾ ਅਣਜਵਾਬਿਆ ਰਹਿ ਜਾਂਦਾ, ਕਿਸੇ ਦੇ ਦਿਲ 'ਚ ਹੀ ਰਹਿ ਜਾਂਦਾ। ਔਰ ਇੱਕ ਉਸ ਦੌਰ ਵਿੱਚ ਜਦੋਂ ਤੁਸੀਂ ਮੈਂ ਕਾਲਜ ਲਫ਼ਜ਼ ਵੀ ਨਹੀਂ ਵਰਤਣਾ ਚਾਹੁੰਦਾ, ਸਕੂਲ 'ਚ ਵੀ ਹੋ ਸਕਦੇ ਹੋ, ਕਿਤੇ ਵੀ ਹੋ ਸਕਦੇ ਹੋ, ਅਨਪੜ੍ਹ ਵੀ ਹੋ ਸਕਦੇ ਹੋ, ਜੀ ਉਸ ਵੇਲੇ ਜਦੋਂ ਤੁਸੀਂ ਉਸ ਮਾਨਸਿਕ ਅਵਸਥਾ 'ਚੋਂ ਲੰਘਦੇ ਹੋ ਤੇ ਤੁਹਾਨੂੰ ਇੱਕ ਖਾਸ ਕਿਸਮ ਦੀ ਕਵਿਤਾ ਜਿਹੜੀ ਹੈ ਪਸੰਦ ਆਉਂਦੀ ਹੈ। ਹੁਣ ਸ਼ਿਵ ਦੀ ਟ੍ਰੈਜਡੀ ਮੇਰੇ ਹਿਸਾਬ ਨਾਲ ਬਤੌਰ ਲੇਖਕ ਹੈ ਕਿ ਉਹ ਕਵਿਤਾ ਜਿਹੜੀ ਇਸ ਕਿਸਮ ਦੇ ਹੇਰਵੇ ਦੀ ਕਵਿਤਾ ਹੈ, ਉਹ ਇੰਨੀ ਮਕਬੂਲ ਹੋ ਗਈ ਕਿ ਸ਼ਿਵ ਨੂੰ ਇਹ ਜਿਹੜਾ ਲਾਣਾ, ਜਿਹੜੇ ਬੱਚੇ ਸਿਰਫ ਉਹਦੇ ਇਸ਼ਕ ਦੀਆਂ ਗੱਲਾਂ ਜਾਣਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸ਼ਿਵ ਨੇ ਹੋਰ ਵੀ ਬੜਾ ਕੁਝ ਲਿਖਿਆ। ਸ਼ਿਵ ਨੇ ਪੋਲੀਟੀਕਲ ਕਵਿਤਾ ਵੀ ਲਿਖੀ ਹੈ। ਸ਼ਿਵ ਦੀ ਕਵਿਤਾ ਇੱਕ ਲੁੱਚੀ ਧਰਤੀ ਵੀ ਹੈ, ਜਿਹੜੀ ਬੜੀ ਸਖਤ ਪੋਲੀਟੀਕਲ ਕਿਸਮ ਦੀ ਕਵਿਤਾ ਹੈ। ਉਹਦੇ ਬਾਰੇ ਜ਼ਿਕਰ ਨਹੀਂ ਹੁੰਦਾ ਕਿਉਂਕਿ ਲੋਕੀ ਫਸ ਜੇ ਜਾਂਦੇ ਨੇ ਆਪਣੇ ਉਸ ਜਿਹਨੂੰ ਕਹਿੰਦੇ ਨੇ ਜਜ਼ਬਾਤੀ ਜਿਹੇ ਦੌਰ ਤੇ ਰੌਂ ਦੇ ਵਿੱਚ। ਹੁਣ ਮੈਂ ਆਨਾ ਲੂਣਾ ਵਾਲੀ ਗੱਲ ਹੈ ਕਿ ਆਈ ਮੀਨ ਕਿਸੇ ਕਵੀ ਦਾ ਜਿਹੜਾ ਹੈ ਕਿ ਜੇ ਉਹਦਾ ਦਰਦ ਹੈ ਜਿਹਨੂੰ ਉਹ ਬਿਆਨ ਕਰਦਾ ਹੈ। ਅੱਛਾ, ਦੂਜੀ ਗੱਲ ਹੈ ਕਿ ਸਿਰਫ ਇੰਜ ਵੀ ਨਹੀਂ ਹੈ ਕਿ ਸ਼ਿਵ ਦੀ ਕਵਿਤਾ ਇੱਕ ਕੁੜੀ ਵੱਲ ਮੁਖਾਤਬ ਹੈ, ਮੈਂ ਇਹਦੇ ਨਾਲ ਵੀ ਸਹਿਮਤ ਨਹੀਂ ਹਾਂ। ਗੱਲ ਹੈ ਕਿ ਸ਼ਿਵ ਦੀ ਕਵਿਤਾ ਆਪਣੇ ਡਿਪਰੈਸ਼ਨ ਵੱਲ ਮੁਖਾਤਬ ਹੈ। ਮਤਲਬ ਤੁਸੀਂ ਉਹਨਾਂ ਦੀ ਮਤਲਬ ਹੁਣ ਮੈਨੂੰ ਇੰਜ ਕਿਉਂਕਿ ਕੋਈ ਜਿਹਨੂੰ ਕਹਿੰਦੇ ਨੇ ਸ਼ਿਵ ਦੇ ਉੱਤੇ PhD ਤੇ ਕੀਤੀ ਨਹੀਂ ਹੋਈ, ਪਰ ਜੋ ਮੈਨੂੰ ਇਸ ਵੇਲੇ ਗੱਲ ਕਰਦਿਆਂ ਚੇਤੇ ਆ ਰਿਹਾ, ਤੁਸੀਂ ਇੱਕ ਕਵਿਤਾ ਲੈ ਲਓ, ਗਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ, ਨਾ ਭੈੜੀ ਰਾਤ ਮੁੱਕਦੀ ਏ ਨਾ ਮੇਰੇ ਗੀਤ ਮੁੱਕਦੇ ਨੇ। ਇਹ ਕਿਸੇ ਕੁੜੀ ਵਾਸਤੇ ਨਹੀਂ ਹੈ, ਇਹ ਇੱਕ ਕੈਫੀਅਤ, ਇੱਕ ਮਨੋ ਅਵਸਥਾ, ਇੱਕ ਫੀਲਿੰਗ ਦਾ ਇਜ਼ਹਾਰ ਕਰਦੀ ਹੈ। ਭੱਠੀ ਵਾਲੀਏ ਪੀੜਾਂ ਦਾ ਪਰਾਗਾ ਭੁੰਨਦੇ ਤੈਨੂੰ ਦਿਆਂ ਹੰਝੂਆਂ ਦਾ ਭਾੜਾ। ਇਹ ਜਿਹੜੀ ਕਵਿਤਾ ਨਾ, ਇਹ ਦੁੱਖ ਦੀ ਕਵਿਤਾ ਹੈ, ਪਰ ਇਹ ਕੋਈ ਸਪੈਸੀਫਿਕਲੀ ਇਹ ਨਹੀਂ ਹੈ ਕਿ ਇਹ ਦੁੱਖ ਤੇਰਾ ਦਿੱਤਾ ਹੋਇਆ, ਇਹ ਮੈਂ ਕਹਿਣਾ ਚਾਹੁੰਦਾ। ਸੋ ਮੈਨੂੰ ਲੱਗਦਾ ਕਿ ਉਹਦੇ ਵਿੱਚ ਇਹ ਸੋਚਣਾ ਕਿ, ਔਰ ਅਸਲ 'ਚ ਤੇ ਸ਼ਿਵ ਜਿਹੜਾ ਹੈ ਉਹਨੂੰ ਸਾਹਿਤ ਅਕੈਡਮੀ ਅਵਾਰਡ ਹੀ ਨਹੀਂ ਸਿਰਫ ਲਿਆ ਲੂਣਾ ਦੇ ਕਰਕੇ। ਲੂਣਾ ਨੂੰ ਜਿਸ ਜ਼ਾਵੀਏ ਨਾਲ ਸ਼ਿਵ ਨੇ ਦੇਖਿਆ, ਔਰ ਸ਼ਿਵ ਦੀ ਬੜੀ ਵੱਡੀ ਦੇਣ ਹੈ ਕਿ ਲੂਣਾ ਜਿਹਨੂੰ ਇੱਕ ਖਲਨਾਇਕਾ ਜਾਂ ਵੈਂਪ ਦੇ ਤੌਰ ਤੇ ਲਿਟਰੇਚਰ 'ਚ ਮੰਨਿਆ ਜਾਂਦਾ ਸੀ, ਉਹਨੂੰ ਸ਼ਿਵ ਨੇ ਇੱਕ ਦੂਜੇ ਐਂਗਲ ਤੋਂ ਪੇਸ਼ ਕੀਤਾ। ਮੈਨੂੰ ਲੱਗਦਾ ਹੈ ਸ਼ਿਵ ਦੀ ਸਭ ਤੋਂ ਵੱਡੀ ਦੇਣ ਹੈ, ਔਰ ਇਹ ਕੋਈ ਬਹੁਤ ਹਸਾਸ, ਕੋਈ ਬਹੁਤ ਸੰਵੇਦਨਸ਼ੀਲ, ਕੋਈ ਬਹੁਤ ਸੈਂਸਿਟਿਵ ਕਵੀ ਹੀ ਇਹ ਕੰਮ ਕਰ ਸਕਦਾ ਸੀ। ਤੇ ਬਾਕੀ ਇਹ ਹੈ ਕਿ ਇਸ ਵੇਲੇ ਨਾ ਥਾਂ ਹੈ ਨਾ ਮੌਕਾ ਹੈ। ਸ਼ਿਵ ਦੇ ਕੋਲ ਜਿਹੜੀ ਜ਼ੁਬਾਨ ਹੈ ਉਹਦੇ ਬਾਰੇ ਤੇ ਕੋਈ ਦੋ ਰਾਵਾਂ ਹੋ ਹੀ ਨਹੀਂ ਨਾ ਸਕਦੀਆਂ। ਸੋ ਮੈਨੂੰ ਲੱਗਦਾ ਹੈ ਕਿ ਸ਼ਿਵ ਨੂੰ ਉਹਦੀ ਇੱਕ ਹੇਰਵੇ ਦੀ ਕਵਿਤਾ ਤੱਕ ਸੀਮਿਤ ਕਰਨਾ ਸ਼ਿਵ ਦੇ ਨਾਲ ਨਾ ਇਨਸਾਫੀ ਹੈ। ਬਿਲਕੁਲ, ਇਹ ਦੋ ਹੀ ਚੀਜ਼ਾਂ ਮੈਂ ਦੇਖ ਰਹੀ ਸੀ ਵੀ ਉਹ ਇੰਨਾ ਵੱਡਾ ਉਹਨੇ ਸ਼ਾਹਕਾਰ ਲਿਖ ਦਿੱਤਾ, ਜਿੱਥੇ ਜਿਹੜਾ ਜੀ ਲੂਣਾ ਵਰਗਾ। ਦੂਸਰੇ ਪਾਸੇ ਸਾਰੀ ਦੀ ਸਾਰੀ ਉਹਦੀ ਪੋਇਟਰੀ ਆ ਉਹ ਇੱਕ ਔਰਤ ਦੇ ਦਿੱਤੇ ਹੋਏ ਦੁੱਖ ਦੇ ਨਾਲ ਜੋੜ ਕੇ ਪੇਸ਼ ਕਰ ਦਿੱਤੀ ਗਈ। ਇਹ ਬੜੀ ਹੈਰਾਨੀ ਦੀ ਗੱਲ ਹੈ। ਚੋਣ ਦਾ ਹੀ ਮਾਮਲਾ ਉਹਦੇ ਵਿੱਚ ਸੀ
ਕਿ ਜੇ ਸ਼ਿਵ ਨੂੰ ਰਿਜੈਕਸ਼ਨ ਹੋਈ ਹੈ ਤਾਂ ਉਹ ਉਹਦੀ ਕੁੜੀ ਦੀ ਆਪਣੀ ਚੋਇਸ ਸੀ। ਦੂਸਰੇ ਪਾਸੇ ਇੱਧਰ ਲੂਣਾ ਦੇ ਵਿੱਚ ਵਕਾਲਤ ਕੀਤੀ ਜਾ ਰਹੀ ਹੈ, ਉਹ ਵੀ ਉਹਦੀ ਚੋਣ ਦੀ ਹੀ ਉਹ ਵਕਾਲਤ ਕਰ ਰਿਹਾ। ਇਹ ਬੜਾ ਮੈਨੂੰ ਕੰਟਰਾਸਟ ਜਿਹਾ ਲੱਗਾ। ਮੈਨੂੰ ਇਹ ਲੱਗ ਰਿਹਾ ਕਿ ਅੱਜ ਕਾਫੀ ਗੱਲਾਂ ਸਪਸ਼ਟ ਹੋ ਗਈਆਂ। ਥੋੜ੍ਹਾ ਜਿਹਾ ਸ਼ਿਵ ਦੀ ਪੋਇਟਰੀ ਬਾਰੇ ਤੁਹਾਡੀ ਜ਼ੁਬਾਨੀ ਮੈਂ ਹੋਰ ਦੇਖਣਾ ਚਾਹੁੰਦੀ ਹਾਂ, ਕਿਉਂਕਿ ਤੁਸੀਂ ਉਹਨੂੰ ਐਜ਼ ਅ ਕ੍ਰਿਟਿਕ ਵੀ ਦੇਖਿਆ ਹੋਏਗਾ, ਐਜ਼ ਅ ਲੇਖਕ ਵੀ ਦੇਖਿਆ ਹੋਏਗਾ। ਅੱਜ ਸ਼ਿਵ ਦਾ ਸਥਾਨ ਪੰਜਾਬੀ ਸਾਹਿਤ ਦੇ ਵਿੱਚ ਕਿੱਥੇ ਹੈ, ਜੇ ਤੁਸੀਂ ਦੇਖਦੇ ਹੋ ਤਾਂ? ਦੇਖੋ, ਮੈਂ ਮੇਰੇ ਖਿਆਲ ਥੋੜਾ ਜਿਹਾ ਇਹਦੇ ਵੱਲ ਇਸ਼ਾਰਾ ਕਰ ਦਿੱਤਾ ਵਾ ਕਿ ਸ਼ਿਵ ਦਾ ਰੁਤਬਾ ਇਸ ਲਈ ਬਹੁਤ ਵੱਡਾ ਹੈ ਕਿ ਜਿਸ ਤਰ੍ਹਾਂ ਪੰਜਾਬੀ ਦੇ ਆਮ ਲਫ਼ਜ਼ਾਂ ਨੂੰ ਸ਼ਿਵ ਨੇ ਵਰਤਿਆ, ਔਰ ਜਿਵੇਂ ਉਹਨਾਂ ਨੂੰ ਇੱਕ ਮੋੜ ਦੇ ਕੇ ਵਰਤਿਆ, ਉਹ ਬਹੁਤ ਬਹੁਤ ਘੱਟ, ਕੀ ਮੈਨੂੰ ਲੱਗਦਾ ਕਿਸੇ ਦੇ ਹਿੱਸੇ ਆਇਆ ਹੀ ਨਹੀਂ ਉਸ ਕਿਸਮ ਦਾ। ਕਿ ਇੱਕ ਜੇ ਅਸੀਂ ਇਹ ਵੀ ਮੰਨ ਕੇ ਤੁਰੀਏ ਕਿ ਉਹਦੀ ਬਹੁਤੀ ਕਵਿਤਾ ਹੇਰਵੇ ਦੀ ਹੈ, ਕਿ ਘੱਟ ਕਵਿਤਾ ਹੋਰ ਮਸਲਿਆਂ ਦੇ ਉੱਤੇ ਹੈ, ਤਾਂ ਵੀ ਜਿਸ ਤਰੀਕੇ ਨਾਲ ਉਸ ਕਵਿਤਾ ਨੂੰ ਗੱਲ ਹੈ, ਹੇਰਵੇ ਦੀ ਕਵਿਤਾ ਕੋਈ ਵੀ ਲਿਖ ਸਕਦਾ, ਪਰ ਤੁਸੀਂ ਕਿਹੜੇ ਲਫ਼ਜ਼ਾਂ 'ਚ ਲਿਖਦੇ ਹੋ ਤੇ ਕਿੰਜ ਲਿਖਦੇ ਹੋ, ਤੇ ਉਹਦੇ 'ਚ ਲੈ, ਉਹਦੇ 'ਚ ਗੀਤਾਤਮਕਤਾ ਕੀ ਹੈ, ਉਹਦੇ 'ਚ ਸ਼ਿਵ ਦਾ ਕੋਈ ਸਾਨੀ ਨਹੀਂ ਹੈ। ਔਰ ਦੂਜੀ ਗੱਲ ਹੈ ਕਿ ਸ਼ਿਵ ਬਿਲਕੁਲ ਮਿੱਟੀ ਦੇ ਨਾਲ ਜੁੜਿਆ ਹੋਇਆ ਕਵੀ ਸੀ, ਔਰ ਉਹਨੇ ਉਹ ਤਸ਼ਬੀਹਾਂ, ਉਹ ਕੁਛ ਵਰਤਿਆ, ਉਹ ਅਲੰਕਾਰ ਵਰਤੇ ਜਿਹੜੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਵਰਤੇ ਜਾ ਸਕਦੇ ਨੇ। ਸੋ ਇੱਕ ਤੇ ਇਹ ਗੱਲ ਹੈ। ਦੂਜੀ ਗੱਲ ਮੈਂ ਲੂਣਾ ਬਾਰੇ ਪਹਿਲਾਂ ਹੀ ਕਰ ਚੁੱਕੀ, ਮੈਂ ਦੁਹਰਾਉਣਾ ਨਹੀਂ ਚਾਹੁੰਦਾ ਕਿ ਲੂਣਾ ਨੂੰ ਇੱਕ ਖਾਸ ਜ਼ਾਵੀਏ ਤੋਂ ਦੇਖਣਾ, ਇੱਕ ਖਾਸ ਦ੍ਰਿਸ਼ਟੀਕੋਣ ਤੋਂ ਵੇਖਣਾ, ਇਹ ਸ਼ਿਵ ਦਾ ਹੀ ਹਾਸਲ ਸੀ। ਉਹਨੇ ਲੂਣਾ ਦੇ ਬਾਰੇ ਜਿਸ ਤਰ੍ਹਾਂ ਸਾਡੇ ਸਮਾਜ ਵਿੱਚ ਸੋਚਿਆ ਜਾਂਦਾ ਹੈ, ਉਹਨੂੰ ਇੱਕ ਬਿਲਕੁਲ ਵੱਖਰੀ ਸੇਧ ਦਿੱਤੀ। ਤੇ ਬਾਕੀ ਇਹ ਹੈ ਕਿ ਮੈਂ ਬਿਲਕੁਲ ਨਹੀਂ ਦਾਅਵਾ ਕਰਨਾ ਚਾਹੁੰਦਾ ਕਿ ਮੈਂ ਕੋਈ ਸ਼ਿਵ ਦੀ ਰਚਨਾ ਦਾ ਕੋਈ ਬਹੁਤ ਮਾਹਰ ਹਾਂ। ਇਹ ਗੱਲਾਂ ਮੇਰੇ ਤੋਂ ਬਿਹਤਰ ਕਈ ਹੋਰ ਲੋਕ ਕਰ ਸਕਦੇ ਨੇ। ਸੋ ਕੀਰਤ ਜੀ, ਦਿਲ ਖੋਲ੍ਹ ਕੇ ਤੁਸੀਂ ਗੱਲਾਂ ਕੀਤੀਆਂ ਆਪਣੇ ਇਸ ਲੇਖ ਬਾਰੇ। ਇਸ ਲੇਖ ਦੇ ਵਿੱਚ ਬਹੁਤ ਡਿਟੇਲਸ ਦਿੱਤੀਆਂ ਨੇ। ਮੈਂ ਇਹ ਉਮੀਦ ਕਰਦੀ ਹਾਂ ਕਿ ਜਿਹੜੇ ਸਾਡੇ ਸੁਣਨ ਵਾਲੇ ਹੋਰ ਇਸ ਚੀਜ਼ ਨੂੰ ਸਮਝਣਾ ਚਾਹੁੰਦੇ ਆ, ਤੁਹਾਡਾ ਉਹ ਲੇਖ ਜ਼ਰੂਰ ਪੜ੍ਹਨਗੇ। ਮੈਨੂੰ ਇਹ ਲੇਖ ਪੜ੍ਹਨ ਦਾ ਮੌਕਾ ਮਿਲਿਆ ਸਿਰਜਣਾ ਦੇ 200ਵੇਂ ਅੰਕ ਦੇ ਵਿੱਚ। ਇਹ ਉੱਥੇ ਹੀ ਅਵੇਲੇਬਲ ਹੈ ਜਾਂ ਹੋਰ ਵੀ ਕਿਤੇ ਤੁਹਾਡਾ ਲੇਖ ਮਿਲ ਸਕਦਾ? ਮੈਂ ਅਸਲ 'ਚ ਇਹ ਹੈ ਕਿ ਹਾਂ, ਤੁਸੀਂ ਮੈਨੂੰ ਸ਼ੁਰੂ 'ਚ ਵੀ ਸਵਾਲ ਪੁੱਛੇ, ਹੁਣ ਕਿਉਂ ਗੱਲ ਹੈ ਕਿ ਜਦੋਂ ਸਿਰਜਣਾ ਦਾ 200ਵਾਂ ਅੰਕ ਨਿਕਲਣਾ ਸੀ ਤੇ ਮੈਨੂੰ ਰਘਬੀਰ ਭਾਜੀ ਜਿਹੜੇ ਸੰਪਾਦਕ ਨੇ, ਉਹਨਾਂ ਨੇ ਕਿਹਾ ਸੀ ਕਿ ਤੂੰ ਕੁਝ ਲਿਖ ਕੇ ਭੇਜ। ਤੇ ਇਹ ਗੱਲ ਹੈ ਦਸੰਬਰ ਪਿਛਲੇ ਸਾਲ ਦੀ, ਤੇ ਬਈ ਅਸੀਂ ਮਾਰਚ ਵਿੱਚ, ਉਹਨਾਂ ਨੇ 31 ਜਨਵਰੀ ਤੱਕ ਦਾ ਮੈਨੂੰ ਦਿੱਤਾ ਸੀ। ਗੱਲ ਹੈ ਕਿ ਸਤੰਬਰ 'ਚ ਅਨੂ ਮਾਸੀ ਦੀ ਡੈਥ ਹੋਈ ਸੀ। ਮੈਂ ਇੱਥੇ ਥੋੜੀ ਜਿਹੀ ਨਿੱਜੀ ਗੱਲ ਵੀ ਕਰਦੇ ਹਾਂ। ਜਿੰਨਾ ਇਹ ਰੌਲਾ ਪਿਆ, ਮੈਨੂੰ ਬੁਰਾ ਵੀ ਬੜਾ ਲੱਗਾ, ਕਿਉਂਕਿ ਤੁਸੀਂ ਸੋਗ ਵਿੱਚ ਹੁੰਦੇ ਹੋ ਤੇ ਤੁਸੀਂ ਇੰਨੀ ਜ਼ਿਆਦਾ ਬਕਵਾਸ ਸੁਣ ਰਹੇ ਹੋ ਵਟਸਐਪ ਗਰੁੱਪਸ ਦੇ ਉੱਤੇ। ਅੱਜ ਕੱਲ੍ਹ ਬਹੁਤ ਘਟੀਆ ਗੱਲਾਂ ਵੀ ਹੋਈਆਂ, ਤੇ ਮੈਨੂੰ ਉਸ ਵੇਲੇ ਲੱਗਾ ਸੀਗਾ ਕਿ ਮੈਂ ਲਿਖਣਾ, ਤੇ ਮੇਰੇ ਮਨ 'ਚੋਂ ਕੁਝ ਲੰਘਦਾ ਸੀ, ਤੇ ਮੈਂ ਸੋਚਿਆ ਕਿ ਮੈਂ ਫਿਰ ਸਿਰਜਣਾ ਲਈ ਇਹੀ ਲਿਖ ਦਿਆਂਗਾ। ਤੁਸੀਂ ਜ਼ਿਕਰ ਕੀਤਾ ਮੈਂ ਕਹਾਣੀਆਂ ਲਿਖਦਾ, ਪਰ ਮੈਂ ਕਹਾਣੀਆਂ 5-6 ਸਾਲ 'ਚ ਇੱਕ ਵਾਰੀ ਲਿਖਦਾ ਹਾਂ, ਕਿਉਂਕਿ ਮੇਰੇ ਕੋਲ ਜੇ ਕਹਿਣ ਵਾਲੀ ਗੱਲ ਨਾ ਹੋਵੇ ਤੇ ਮੈਂ ਕੋਈ ਕਰ ਨਹੀਂ ਸਕਦਾ। ਤੇ ਸੋ ਇਹ ਲੇਖ ਸਿਰਜਣਾ ਲਈ ਮੈਂ ਲਿਖਿਆ ਸੀ, ਸਿਰਜਣਾ 'ਚ ਹੀ ਛਪਿਆ ਹੋਇਆ। ਪਰ ਮੈਂ ਅੱਜ ਹੀ ਇੱਕ ਪੋਸਟ ਵੇਖੀ ਹੈ ਵਰਿਆਮ ਸੰਧੂ ਹੋਰਾਂ ਦੀ, ਉਹਨਾਂ ਦੀ ਇਸੇ ਪਰਚੇ 'ਚ ਜਿਹੜੀ ਕਹਾਣੀ ਛਪੀ, ਉਹ ਬੜੀ ਚਰਚਾ 'ਚ ਇਸ ਵੇਲੇ। ਤੇ ਵਰਿਆਮ ਸੰਧੂ ਹੋਰਾਂ ਨੇ ਦੱਸਿਆ ਹੋਇਆ ਕਿ ਜਿਹੜੇ ਲੋਕੀ ਇਹਦੀ PDF ਫਾਈਲ ਮੰਗਾਉਣਾ ਚਾਹਣ, ਉਹ ਰਘਬੀਰ ਭਾਜੀ ਨੂੰ ਡਾਇਰੈਕਟਲੀ ਈਮੇਲ ਕਰ ਸਕਦੇ ਨੇ, ਕਿਉਂਕਿ ਪਰਚਾ ਹੁਣ ਸ਼ਾਇਦ ਅਵੇਲੇਬਲ ਵੀ ਨਹੀਂ ਹੈ ਸਟਾਲਸ ਤੇ, ਜਿੰਨਾ ਆਇਆ ਸੀ ਵਿਕ ਗਿਆ। ਸੋ ਤੁਹਾਡੇ ਪਾਠਕ ਜਿਹੜੇ ਨੇ, ਉਹ ਰਘਬੀਰ ਭਾਜੀ ਨੂੰ, ਉਹਨਾਂ ਦਾ ਈਮੇਲ ਹੈਗਾ ਆਈ ਥਿੰਕ ਰਘਬੀਰ ਸਿਰਜਣਾ, ਨਹੀਂ ਗੱਲ ਸੁਣੋ, ਮੈਂ ਗਲਤ ਈਮੇਲ ਨਹੀਂ ਦੇਣਾ ਚਾਹੁੰਦਾ, ਉਹ ਮੈਂ ਆਈ ਥਿੰਕ ਹੈਗਾ ਰਘਬੀਰ ਸਿਰਜਣਾ @yahoo। ਮੈਂ ਦੱਸਦੀ ਹਾਂ ਤੁਹਾਨੂੰ। ਤੁਸੀਂ ਦੱਸ ਦਿਓ, ਐਕਚੁਅਲੀ ਕਿਉਂਕਿ ਮੈਨੂੰ ਇੰਝ ਹਾਂਜੀ, ਜ਼ਬਾਨੀ ਨਹੀਂ ਚੇਤੇ। ਉਹਨਾਂ ਨੂੰ ਉਹ ਪੁੱਛ ਸਕਦੇ ਨੇ। ਉਹਨਾਂ ਨਾਲ ਗੱਲ ਕਰਨ ਦਾ ਮੈਨੂੰ ਵੀ ਮੌਕਾ ਮਿਲਿਆ। ਮੈਂ ਉਹਨਾਂ ਦਾ ਇੰਟਰਵਿਊ ਕਰਕੇ ਹਟੀ ਸੀ ਤੇ ਉਹਨਾਂ ਨੇ ਆਪਣਾ ਈਮੇਲ ਮੈਨੂੰ ਵੀ ਜ਼ਰੂਰ ਦਿੱਤਾ ਸੀ। ਪਰ ਬਸ ਉਹ ਈਮੇਲ ਤੋਂ ਲੋਕੀ ਮੰਗਵਾ ਸਕਦੇ ਨੇ। ਈਮੇਲ ਮੇਰੇ ਕੋਲ ਉਹਨਾਂ ਦੀ ਇਸ ਵੇਲੇ ਨਹੀਂ ਹੈ, ਪਰ ਮੈਂ ਇੰਨਾ ਦੱਸਦੀ ਹਾਂ ਕਿ ਮੈਨੂੰ ਈਮੇਲ ਜ਼ਰੂਰ ਕੀਤੀ ਜਾ ਸਕਦੀ ਹੈ, ਕਿਉਂਕਿ PDF ਮੇਰੇ ਕੋਲ ਵੀ ਹੈਗਾ। ਅੱਛਾ, ਪਰ ਮੈਂ ਤੁਹਾਨੂੰ ਨਾ ਇੱਥੇ ਰਵਜੋਤ ਜੀ ਗੱਲ ਕਵਾਂ, ਤੁਸੀਂ ਮੈਨੂੰ ਜੇ ਮੌਕਾ ਦਿਓ ਤੇ। ਗੱਲ ਹੈ ਕਿ ਮੇਰਾ ਖਿਆਲ ਹੈ ਕਿ ਤੁਸੀਂ ਆਪ ਇਹ PDF ਨਾ ਦਿਓ। ਅਸਲ 'ਚ ਕੀ ਹੈ ਕਿ ਇਹ ਘੱਟੋ ਘੱਟ ਰਘਬੀਰ ਜੀ ਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੇ PDF ਮੰਗਾਈ ਹੈ। ਇਹ ਹੱਕ ਅਸੀਂ ਉਹਨਾਂ ਦਾ ਹੀ ਰਾਖਵਾਂ ਰਹਿਣ ਦਈਏ, ਕਿਉਂਕਿ ਗੱਲ ਹੈ ਕਿ ਬਹੁਤ ਮੁਸ਼ਕਿਲ ਹੈ ਇਸ ਵੇਲੇ ਪੰਜਾਬੀ ਦਾ ਪਰਚਾ ਕੱਢਣਾ। ਇਹ ਉਹਨਾਂ ਦੀ ਖੁੱਲ੍ਹਦਿਲੀ ਹੈ, ਫਰਾਖ ਦਿਲੀ ਹੈ ਕਿ ਉਹ PDF ਫਾਈਲ ਭੇਜਣ ਨੂੰ ਤਿਆਰ ਨੇ। ਪਰ ਜੇ ਅਸੀਂ ਸਾਰੇ ਹੀ ਜੇਕਰ ਹੁਣ ਹਮੇਸ਼ਾ ਹਰ ਚੀਜ਼ PDF ਫਾਈਲ ਤੇ ਪੜ੍ਹਨੀ ਸ਼ੁਰੂ ਕਰ ਦਿੱਤੀ, ਤੇ ਕੱਲ ਪਰਚੇ ਕਿਵੇਂ ਨਿਕਲਣਗੇ? ਸੋ ਘੱਟੋ ਘੱਟ ਉਹਨਾਂ ਨੇ ਅੱਜ ਕਹਿ ਦਿੱਤਾ ਹੋਇਆ, ਮੈਂ ਅੱਜ ਪੜ੍ਹਿਆ ਸੰਧੂ ਸਾਹਿਬ ਦੀ ਪੋਸਟ ਨੂੰ, ਕਿ ਉਹ ਹਰਬੀਰ ਉਹਨਾਂ ਨੂੰ ਜੇਕਰ ਕਹੋਗੇ ਤਾਂ ਭੇਜ ਦੇਣਗੇ। ਮੈਨੂੰ ਲੱਗਦਾ ਕਿ ਸਾਰੇ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਜਦੋਂ ਤੁਹਾਡੇ ਕੋਲ PDF ਆਏ,
ਉਹ ਆਪ ਨਾ ਫਾਰਵਰਡ ਕਰੋ, ਉਹ ਉਹਨਾਂ ਨੂੰ ਕਹੋ ਕਿ ਰਘਬੀਰ ਜੀ ਨੂੰ ਕਰਨ, ਘੱਟੋ ਘੱਟ ਰਘਬੀਰ ਉਹਨਾਂ ਦੇ ਕੋਲ ਇੱਕ ਲਿਸਟ ਤੇ ਬਣ ਜਾਏਗੀ ਨਾ ਕਿੰਨੇ ਕਿੰਨੇ ਮੰਗਾਈ ਹੈ। ਬਸ ਮੇਰੀ ਇਹ ਗੁਜ਼ਾਰਿਸ਼ ਹੈ ਬਿਲਕੁਲ, ਕਿਉਂਕਿ ਬਤੌਰ ਇਹ ਲੇਖਕ ਵੀ। ਐਕਚੁਅਲੀ ਤੇ ਮੇਰੇ ਕੋਲ ਵੀ WhatsApp ਜੀ ਤੇ ਘੁੰਮਦਾ ਘੁੰਮਦਾ ਹੀ ਪਹੁੰਚਿਆ ਸੀ। ਦੈਟਸ ਵਾਈ ਜੀ ਜੀ ਜੀ। ਮੈਂ ਕਈਆਂ ਸੋ ਨਾਲ ਉਹ ਕਹਾਣੀ ਵੀ ਸ਼ੇਅਰ ਕੀਤੀ ਹੈ। ਮੈਂ ਔਰ ਜੇ ਤੁਸੀਂ 1 ਮਿੰਟ ਦਿਓ ਤਾਂ ਮੈਂ ਰਘਬੀਰ ਉਹਨਾਂ ਦਾ ਤੁਹਾਨੂੰ ਈਮੇਲ ਐਡਰੈਸ ਚੈੱਕ ਕਰਕੇ ਦੱਸ ਸਕਦਾ, ਮੇਰੇ ਹੱਥ 'ਚ ਫੋਨ ਜ਼ਰੂਰ, ਹੈ। ਹਾਂਜੀ ਜ਼ਰੂਰ। ਅਮ, ਮੈਨੂੰ ਜਿਸ ਤਰ੍ਹਾਂ ਯਾਦ ਹੈ, ਉਹ ਆਈ ਥਿੰਕ ਇਟ ਇਜ਼ ਰਘਬੀਰ, RAG, ਹਾਂ, H BIRSIRJAN, रघबीर सिरजना ਜੀ at yahoo.com। नहीं नहीं सुनो, 1 मिनट, डबल एस है, रघबीर एस सिरजना ਹਾਂਜੀ, शायद। ਰਘਬੀਰ ਐਸ ਸਿਰਜਣਾ ਮੈਨੂੰ ਯਾਦ ਆ ਰਿਹਾ ਸੀ, ਹਾਂ, ਕਿਉਂਕਿ ਮੈਂ ਰਘਬੀਰ ਸੁਣਿਆ ਐਸ ਜ਼ਰੂਰ ਸੀ ਸਿਰਜਣਾ। ਉਹਨਾਂ ਦੇ ਕੋਲੋਂ। ਸੋ ਹਾਂਜੀ ਰਘਬੀਰ ਔਰ ਸਿਰਜਣਾ ਦੇ ਵਿਚਕਾਰ ਇੱਕ ਵਾਧੂ ਐਸ ਹੈ। ਤੇ ਮੈਨੂੰ ਇਹ ਹੈ ਕਿ ਮੇਰੀ ਸਾਰੇ ਪਾਠਕਾਂ ਨੂੰ, ਸਾਰੇ ਸਰੋਤਿਆਂ ਨੂੰ ਗੁਜ਼ਾਰਿਸ਼ ਹੈ ਕਿ ਘੱਟੋ ਘੱਟ ਇੰਨਾ ਕਮਾਣ ਅਸੀਂ ਰੱਖੀਏ, ਉਹਨਾਂ ਬੜੀ ਮਿਹਨਤ ਨਾਲ ਪਰਚਾ ਕੱਢਿਆ, ਉਹਨਾਂ ਨੂੰ ਹੀ ਮੇਲ ਕਰਕੇ ਤੇ PDF ਫਾਈਲ ਮੰਗਾਈਏ। ਇਹਨਾਂ ਮੈਂ ਜ਼ਰੂਰ ਕਹਿ ਸਕਦੀ ਹਾਂ ਕਿ ਜਿਹੜੇ ਸਾਡੇ ਸੁਣਨ ਵਾਲੇ ਆ ਉਹ ਮੈਨੂੰ ਈਮੇਲ ਕਰਕੇ ਰਘਬੀਰ ਸਿਰਜਣਾ ਉਹਨਾਂ ਦੀ ਈਮੇਲ ਜ਼ਰੂਰ ਲੈ ਸਕਦੇ ਆ ਜੇ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਹੈ। ਬਿਲਕੁਲ ਬਿਲकुल ਜੀ ਜੀ ਜੀ। navjotdhillonwall@gmail.com ਤੇ। ਸੁਕੀਰਤ ਜੀ, ਤੁਸੀਂ ਸਮਾਂ ਕੱਢਿਆ। ਜਾਂਦੇ ਜਾਂਦੇ ਇੱਕ ਗੱਲ ਮੈਂ ਤੁਹਾਡੇ ਕੋਲ ਹੋਰ ਪੁੱਛਣੀ ਆ, ਜੇ ਦੱਸ ਸਕੋ, ਕਿਉਂਕਿ ਤੁਸੀਂ ਮੇਰੇ ਨਾਲ ਹੋ, ਮੈਨੂੰ ਲਾਹਾ ਹੀ ਹੈ ਇਸ ਚੀਜ਼ ਦਾ। ਥੋੜਾ ਜਿਹਾ ਜੇ ਦੱਸ ਸਕੋ ਕਿ ਪ੍ਰੀਤਨਗਰ ਦਾ ਕੀ ਹਾਲ ਹੈ ਇਸ ਵੇਲੇ। ਮੈਂ ਤੁਹਾਡੀ ਜ਼ੁਬਾਨੀ ਪ੍ਰੀਤਨਗਰ ਦੀ ਪਿਕਚਰ ਸੁਣਨਾ ਚਾਹੁੰਦੀ ਹਾਂ। ਗੱਲ ਹੈ ਕਿ ਪ੍ਰੀਤਨਗਰ ਜਿਹੜਾ ਤੁਹਾਨੂੰ ਪਤਾ ਹੈ ਕਿ ਪਾਰਟੀਸ਼ਨ ਤੋਂ ਬਾਅਦ ਉਜੜਿਆ, ਫਿਰ ਵਸਿਆ ਫਿਰਦਾ। ਪ੍ਰੀਤਨਗਰ 'ਚ ਉੱਤੋਂ ਡਿੱਤੀ 3 ਮੌਤਾਂ ਹੋਈਆਂ। ਗੁਰਬਖਸ਼ ਸਿੰਘ ਹੋਰੀ ਉਮਰ ਦੇ ਨਾਲ ਚਲੇ ਗਏ, ਨਵਤੇਜ ਸਿੰਘ ਹੋਰੀ 4 ਸਾਲਾਂ ਬਾਅਦ ਕੈਂਸਰ ਨਾਲ ਚਲੇ ਗਏ, ਤੇ ਫਿਰ ਪ੍ਰੀਤਲੜੀ ਚਲਾ ਰਿਹਾ ਸੀ ਸੁਮੀਤ, ਤੇ ਉਹਨੂੰ ਪੰਜਾਬ ਦੇ ਉਸ ਕਾਲੇ ਦੌਰ ਵਿੱਚ ਸਿਰਫਿਰਿਆਂ ਨੇ ਮਾਰ ਦਿੱਤਾ। ਸੋ 7 ਸਾਲਾਂ ਦੇ ਵਿੱਚ ਪ੍ਰੀਤਨਗਰ ਦੇ ਵਿੱਚ ਪ੍ਰੀਤਲੜੀ ਦੇ 3 ਸੰਪਾਦਕ ਚਲੇ ਗਏ ਸਨ, ਔਰ ਜਿਹਨੂੰ ਕਹਿੰਦੇ ਨੇ ਦੌਰ ਵੀ ਪੰਜਾਬ ਨੇ ਬੜਾ ਮਾੜਾ ਵੇਖਿਆ। ਹੁਣ ਇਹ ਹੈ ਕਿ ਪ੍ਰੀਤਨਗਰ ਜਿਹੜਾ ਨਾ, ਉਹ ਕਾਫੀ, ਜਿਹਨੂੰ ਕਹਿੰਦੇ ਨੇ, ਲੋਕੀ ਵੀ ਖਿੰਡਰ ਗਏ ਸਨ ਜਦੋਂ ਪਾਕਿਸਤਾਨ ਬਣਿਆ। ਜਿਹੜੇ ਲੋਕ ਬੜੇ ਸਾਰੇ ਚਲੇ ਗਏ, ਜਿਸ ਤਰ੍ਹਾਂ ਉਹ ਜਦੋਂ ਦਿੱਲੀ ਪਹੁੰਚੇ ਉਦੋਂ ਤੱਕ ਫਿਰ ਵਸ ਵੁਸ ਗਏ, ਬੜੇ ਘੱਟ ਲੋਕ ਵਾਪਸ ਆਏ ਪ੍ਰੀਤਨਗਰ। ਪਰ 1995 ਜਦੋਂ ਗੁਰਬਖਸ਼ ਸਿੰਘ ਹੋਰਾਂ ਦੀ ਸ਼ਤਾਬਦੀ ਸੀ, ਜਨਮ ਸ਼ਤਾਬਦੀ, ਤੇ ਉਦੋਂ, ਹੁਣ ਉਸ ਗੱਲ ਨੂੰ ਵੀ 25-26 ਸਾਲ ਹੀ ਹੋ ਗਏ ਨੇ, ਉਦੋਂ ਪਾਪਾ ਪ੍ਰੀਤਮ ਸਿੰਘ ਨਾਭੀ ਪ੍ਰੈਸ ਵਾਲੇ ਵੀ ਜਿਉਂਦੇ ਸਨ, ਦੁੱਗਲ ਸਾਹਿਬ, ਕੁਛ ਹੋਰ ਲੋਕਾਂ ਨੇ, ਮੇਰੇ ਪਿਤਾ ਜੀ ਨੇ, ਸਭ ਨੇ ਰਲ ਕੇ ਫੈਸਲਾ ਕੀਤਾ ਕਿ ਪ੍ਰੀਤਨਗਰ ਦੀ ਧਰਤੀ 2 ਵੱਡੇ ਪੰਜਾਬੀ ਲੇਖਕਾਂ ਨਾਲ ਜੁੜੀ ਹੋਈ ਹੈ, ਗੁਰਬਖਸ਼ ਸਿੰਘ ਤੇ ਨਾਨਕ ਸਿੰਘ ਨਾਲ। ਉਹਨਾਂ ਦੇ ਨਾਂ ਤੇ ਫਾਊਂਡੇਸ਼ਨ ਜਿਹੜੀ ਹੈ ਤਿਆਰ ਕੀਤੀ ਗਈ, ਤੇ ਉੱਥੇ ਬੜਾ ਸੋਹਣਾ, ਜਿਹਨੂੰ ਕਹਿੰਦੇ ਨੇ, ਆਡੀਟੋਰੀਅਮ ਹੈ, ਔਰ ਉੱਥੇ ਪੂਰਾ ਐਕੂਸਟਿਕਸ ਦਾ ਸਾਰਾ ਇੰਤਜ਼ਾਮ ਹੈ, ਇੱਕ ਓਪਨ ਏਅਰ ਥੀਏਟਰ ਹੈ, ਔਰ 15-20 ਸਾਲ ਦੇ ਉੱਥੇ ਲਗਾਤਾਰ ਹਰ ਬੁੱਧਵਾਰ ਮਹੀਨੇ ਦੇ ਬੁੱਧਵਾਰ ਨੂੰ ਨਾਟਕ ਵੀ ਹੁੰਦੇ ਰਹੇ। ਸਾਰੇ ਵੱਡੇ ਜਿੰਨੇ ਵੀ, ਅਜਮੇਰ ਔਲਖ, ਕੇਵਲ ਧਾਲੀਵਾਲ, ਜਿਹੜੇ ਵੱਡੇ ਨਾਂ ਨੇ, ਕੁਝ ਰਹਿ ਜਾਣਗੇ, ਮੈਂ ਜਿਨ੍ਹਾਂ ਦੇ ਰਹਿ ਜਾਣਗੇ, ਮਦੀਹਾ ਕੌਰ ਪਾਕਿਸਤਾਨ ਤੋਂ ਆ ਕੇ, ਸਭ ਨੇ ਉੱਥੇ, ਸਾਹਿਬ ਸਿੰਘ ਨੇ, ਸਭ ਨੇ ਉੱਥੇ ਪਲੇਸ ਕੀਤੇ, ਕਰਦੇ ਰਹੇ ਨੇ। ਹੁਣ ਇਹ ਹੈ ਕਿ ਕੋਵਿਡ ਤੋਂ ਕੁਝ ਚਿਰ ਪਹਿਲਾਂ ਹੀ ਇਹ ਥੋੜੀ ਜਿਹੀ ਸਮੱਸਿਆ ਆ ਗਈ ਸੀਗੀ ਕਿ ਮਾਇਕ ਵਸੀਲੇ ਜਿਹੜੇ ਨੇ ਨਾ, ਉਹ ਉਂਝ ਦੇ ਨਹੀਂ ਸਨ ਰਹੇ। ਸਾਡੀ ਇੱਕ ਸੱਜਣ ਮਦਦ ਕਰਦੇ ਹੁੰਦੇ ਸਨ, ਉਹ ਫਰਾਂਸ ਰਹਿੰਦੇ ਸਨ, ਪੁਰਾਣੇ ਪ੍ਰੀਤਨਗਰੀਏ, ਉਹ ਵੀ ਚਲੇ ਗਏ, ਤੇ ਕੋਰਪਸ ਜਿਹੜਾ ਨਾ ਉਹ 'ਚੋਂ ਇੰਨਾ ਨਹੀਂ ਸੀ ਕਿ ਅਸੀਂ ਹਰ ਮਹੀਨੇ ਕਰ ਸਕੀਏ। ਫਿਰ ਉੱਤੋਂ ਕੋਵਿਡ ਆ ਗਿਆ, ਪਰ ਉਹ ਸਾਰਾ ਕੁਝ ਬਰਕਰਾਰ ਹੈ। ਔਰ ਉੱਥੇ ਇਹ ਹੈ ਕਿ ਮੈਂ ਪਿਛਲੇ 3 ਸਾਲ ਤੋਂ ਇੱਕ ਆਪਣੇ ਮਦਰ ਦੇ ਨਾਂ ਦੇ ਉੱਤੇ ਬਿਹਤਰੀਨ ਪੰਜਾਬੀ ਕਹਾਣੀ ਦਾ ਅਵਾਰਡ ਸ਼ੁਰੂ ਕੀਤਾ ਹੈ, ਤੇ ਆਪਣੇ ਫਾਦਰ ਦੇ ਨਾਂ ਤੇ ਬਿਹਤਰੀਨ ਪੰਜਾਬੀ ਪੱਤਰਕਾਰੀ ਦਾ। ਉਹ ਮੈਂ ਫੈਸਲਾ ਕੀਤਾ ਸੀ ਕਿ ਮੈਂ ਜਲੰਧਰ ਜਾਂ ਲੁਧਿਆਣੇ ਨਹੀਂ ਕਰਨਾ। ਲੋਕਾਂ ਨੂੰ ਇਨਸੈਂਟਿਵ ਹੋਣਾ ਚਾਹੀਦਾ ਕਿ ਉਹ ਪ੍ਰੀਤਨਗਰ ਪਹੁੰਚਣ, ਤੇ ਇਸ ਲਈ ਉਹ ਮੈਂ ਹਮੇਸ਼ਾ ਪ੍ਰੀਤਨਗਰ ਕਰਦਾ। ਇਸ ਸਾਲ ਵੀ ਉਹ ਹੋਇਆ। ਇਸ ਸਾਲ ਪੱਤਰਕਾਰੀ ਦਾ ਅਵਾਰਡ ਸਵਰਾਜਵੀਰ ਹੋਰਾਂ ਨੂੰ ਮਿਲਿਆ, ਤੇ ਕਹਾਣੀ ਦਾ ਅਵਾਰਡ ਜਿਹੜਾ ਹੈ ਕੈਨੇਡਾ ਦੇ ਤੁਹਾਡੇ ਪੰਜਾਬੀ ਲੇਖਕ ਹਰਪ੍ਰੀਤ ਸੇਖਾ ਨੂੰ ਮਿਲਿਆ। ਸੇਖਾ ਆਪ ਤੇ ਨਹੀਂ ਸੀ ਆ ਸਕਿਆ, ਪਰ ਮਤਲਬ ਮੈਨੂੰ ਬੜੀ ਖੁਸ਼ੀ ਹੈ ਕਿ ਉਹਦੀ ਕਹਾਣੀ ਨੂੰ ਅਵਾਰਡ ਮਿਲਿਆ। ਖੈਰ, ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਪ੍ਰੀਤਨਗਰ ਦੇ ਵਿੱਚ ਸਭ ਕੁਝ ਹੈ। ਹੁਣ ਇਹ ਹੈ ਕਿ ਕੋਸ਼ਿਸ਼ਾਂ ਸਾਡੀਆਂ ਇਹ ਨੇ ਕਿ ਲੋਕ ਆਉਂਦੇ ਰਹਿਣ, ਕਿਉਂਕਿ ਦੇਖੋ, ਥੋੜਾ ਜਿਹਾ ਮੈਨੂੰ ਇਹ ਗਿਲਾ ਵੀ ਹੈ ਪੰਜਾਬੀਆਂ ਦੇ ਨਾਲ ਕਿ ਅਸੀਂ, ਜਿਹਨੂੰ ਕਹਿੰਦੇ ਨੇ ਨਾ, ਜਿਹੜੇ ਵਲੈਤੋਂ ਵੀ ਆਉਂਦੇ ਆ, ਅਸੀਂ ਵਾਹਗਾ ਬਾਰਡਰ ਵੀ ਦੇਖਣ ਚਲੇ ਜਾਂਦੇ ਹਾਂ, ਅਸੀਂ ਦਰਬਾਰ ਸਾਹਿਬ ਵੀ ਜ਼ਰੂਰ ਜਾਣਾ ਹੁੰਦਾ, ਤੇ ਉਹਦੇ ਨੇੜੇ ਹੀ ਪ੍ਰੀਤਨਗਰ ਹੈ। ਜੇ ਅਸੀਂ ਉੱਥੇ ਵੀ ਜਾ ਕੇ ਵੇਖ ਆਈਏ,
ਮਤਲਬ ਤੁਸੀਂ ਆਪਣੇ ਘੱਟੋ ਘੱਟ ਆਪਣੀ ਵਿਰਾਸਤ ਨੂੰ ਤੇ ਨਾ ਭੁੱਲੋ। ਜਿਵੇਂ ਜੀ ਅੱਜ ਅਸੀਂ ਪੰਜਾਬੀ ਬੋਲਦੇ ਹਾਂ, ਉਹ 'ਚ ਬਹੁਤ ਵੱਡੀ ਦੇਣ ਹੈ ਗੁਰਬਖਸ਼ ਸਿੰਘ ਤੇ ਜੀ। ਨਾਨਕ ਸਿੰਘ ਦੀ। ਔਰ ਜਿੰਨੇ ਵੀ ਵੱਡੇ ਲੇਖਕ ਨੇ ਉਹ ਪ੍ਰੀਤਨਗਰ ਦੀ ਧਰਤੀ ਤੋਂ ਪੈਦਾ ਹੋਏ ਨੇ। ਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਬੜੇ, ਜਿਹਨੂੰ ਕਹਿੰਦੇ ਨੇ ਸਾਡੇ ਪੰਜਾਬੀ ਲੇਖਕ ਵੀ ਜਿਹੜੇ ਨੇ ਦਮਗਜੇ ਮਾਰਦੇ। ਜੀ ਅਸੀਂ ਇੰਗਲੈਂਡ ਗਏ ਸੀ, ਸਟ੍ਰੈਟਫੋਰਡ ਅਪੋਨ ਏਵਨ ਦੇਖਣ ਗਏ ਸ਼ੇਕਸਪੀਅਰ ਦਾ ਘਰ। ਜੀ। ਅਸੀਂ ਅਮਰੀਕਾ ਗਏ, ਕਿਸੇ ਨੇ ਆਪਣੇ ਸਫ਼ਰਨਾਮੇ ਜਿਹੇ ਅਸੀਂ ਫਲਾਣੇ ਦੇ ਗਏ, ਅਸੀਂ ਵਾਲਟ ਵਿਟਮੈਨ ਦੀ ਥਾਂ ਦੇਖੀ। ਪਰ ਤੁਸੀਂ ਪੰਜਾਬ 'ਚ ਰਹਿੰਦੇ ਹੋਏ ਵੀ ਕਿੰਨੇ ਕੁ ਜਣੇ ਆਉਂਦੇ ਉੱਥੇ ਦੇਖਣ। ਮੈਨੂੰ ਇਹਦਾ ਅਫਸੋਸ ਹੁੰਦਾ ਕਿ ਪੰਜਾਬੀ ਕਿਉਂ ਆਪਣੇ ਵਿਰਸੇ ਨੂੰ ਐਡੀ ਛੇਤੀ ਭੁੱਲ ਜਾਂਦੇ ਨੇ। ਸੋ ਇਸ ਥੋੜੇ ਜਿਹੇ ਨਿਹੋਰੇ ਵਾਲੇ ਨੋਟ ਤੇ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। ਬਹੁਤ ਬਹੁਤ ਸ਼ੁਕਰੀਆ ਸ਼ਾਮਿਲ ਹੋਣ ਦੇ ਲਈ। ਤੇ ਜਾਂਦੇ ਜਾਂਦੇ ਜੇ ਸਾਡੇ ਸੁਣਨ ਵਾਲਿਆਂ ਨੂੰ ਆਪਣੀ ਈਮੇਲ ਦੇ ਸਕੋ। ਮੇਰੀ ਈਮੇਲ ਹੈ ਜੀ ਸੁਕੀਰਤ SUKIRAT.ANAND ANAND @gmail.com। sukirat.anand@gmail.com। ਸੁਕੀਰਤ ਜੀ, ਇਸ ਗੱਲਬਾਤ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਮਿਹਰਬਾਨੀ ਸੋ ਤੁਹਾਡਾ। ਅੱਜ ਇੰਨੀਆਂ ਹੀ ਗੱਲਾਂ ਬਾਤਾਂ ਅੱਜ ਦੇ ਇਸ ਸ਼ੋਅ ਦੇ ਵਿੱਚ। ਕੋਈ ਵੀ ਫੀਡਬੈਕ ਦੇਣੀ ਹੋਵੇ, ਕੋਈ ਗੱਲਬਾਤ ਕਰਨੀ ਹੋਵੇ, ਤੁਸੀਂ ਮੈਨੂੰ navjot.ਢਿੱਲੋਂਵਾਲ@gmail.com 'ਤੇ ਕਰ ਸਕਦੇ ਹੋ। ਅੱਜ ਇੰਨੀਆਂ ਹੀ, ਤੇ ਹੁਣ ਦਿਓ ਇਜਾਜ਼ਤ। ਸ਼ੁਕਰੀਆ।